द्वितीय बोले चार वेद। हुण ये सिमरती भी आऊ, वेद भी आऊ। वेद तां ग्रंथ ने ਜਿਹੜੇ ਅਸੀਂ ਮੰਨਦੇ ਹਾਂ। ਉਹਦਾ ਕੀ ਮੰਨਣਾ? ਉਹ ਦੁਤੀਆ ਮੁੱਲ ਚਾਰ ਵੇਦ ਦਾ ਮਤਲਬ ਹੈ ਚਾਰ ਪ੍ਰਕਾਰ ਦਾ ਗਿਆਨ ਹੈ। ਉਹ ਚਾਰੇ ਵੇਦ ਨੇ ਜਿਹੜੇ ਚਾਰ ਸ਼ਲੋਕ ਨੇ ਨਾ ਕਬੀਰ ਦੇ, ਇੱਕ ਸ਼ਲੋਕ ਦੇ ਚਾਰ ਪਾਰਟ ਬਣਾਏ ਨੇ। ਉਹ ਚਾਰ ਵੇਦ ਨੇ, ਚਾਰ ਸਟੇਜਾਂ ਨੇ ਆਦਮੀ ਦੇ ਗਿਆਨ ਦੀਆਂ। ਜਿਹੜਾ ਤੱਤ ਗਿਆਨ ਹੈ ਨਾ, ਇਹਦੀਆਂ ਚਾਰ ਸਟੇਜਾਂ ਨੇ। ਜਦ ਇੱਧਰ ਨੂੰ ਮੁੜੀਦਾ ਕਿ ਚਾਰੇ ਪਦਾਰਥ ਨੇ, ਜਾਂ ਪਦਾਰਥ ਚਾਰ ਨੇ, ਸਟੇਜਾਂ ਵੀ ਚਾਰੇ ਨੇ। ਇੱਕ ਤਾਂ ਸਟਾਰਟ ਹੈ ਜਿੱਥੋਂ ਕਰਨਾ, ਉੱਥੇ ਕਰਨਾ ਹੋਏ ਨਿਮਾਣਾ, ਨਿਮਾਣਾ ਹੋ ਜਾਣਾ। ਰੋੜਾ ਹੋਰੋ ਬਾਟਕਾ ਨਿਮਾਣਾ। ਰੋੜੇ ਨੂੰ ਕੌਣ ਪੁੱਛਦਾ ਵਿਚਾਰੇ ਨੂੰ? ਸਮਝਿਆ ਨਹੀਂ? ਇਹਦੀ ਬਿਲਕੁਲ ਮਾਰਗ ਦੇ ਧਰਮ ਦੇ ਮਾਰਗ 'ਚ ਸਭ ਨੂੰ ਨੀਵਾਂ ਹੋ ਜਾਣਾ। ਰੋੜਾ ਹੋਰੋ ਬਾਟਕਾ, ਬਾਟ ਧਰਮ ਮਾਰਗ ਦਾ ਨਾਮ ਹੈ। ਸਭ ਤੋਂ ਘਟੀਆ ਝਾੜੂ ਮਾਰਨ ਵਾਲਾ ਬਣ ਜਾ, ਝਾੜੂ ਬਰਦਾਰ। ਗੁਰੂ ਘਰ ਦਾ ਝਾੜੂ ਬਰਦਾਰ ਬਣ ਜਾ, ਸੇਵਾ ਕਰਨ ਵਾਲਾ, ਲੰਗਰ ਦੇ ਭਾਂਡੇ ਮਾਂਜਣ ਵਾਲਾ। ਜੋ ਕੰਮ ਸਭ ਤੋਂ ਘਟੀਆ ਹੈ, ਸਮਝਦਾ ਕੋਈ ਹੰਕਾਰੀ ਆਦਮੀ, ਉਹ ਕਰੇ ਖੁਸ਼ੀ ਨਾਲ। ਰੋੜੇ ਦਾ ਮਤਲਬ ਨੀਵ ਹੈ। ਉਹ ਕਹਿੰਦਾ ਉਹ ਦੂਆ ਰੋੜਾ ਨਾ ਬਣ ਜਾਓ। ਰੋੜੇ ਦੇ ਦੋ ਸੈਂਸ ਹੈਗੀ ਨਾ, ਦੂਈ ਸੈਂਸ ਦੀ ਗੱਲ ਕਰ ਰਿਹਾ। ਬਣਨਾ ਸੀਗਾ ਰੋੜਾ ਨਿਮਾਣਾ, ਬਣ ਗਿਆ ਰੋੜਾ, ਬਣ ਗਿਆ ਪਖੰਡੀ ਭੜਕਾ ਰਾਹ ਦਾ। ਵਾਹਿਗੁਰੂ ਵਾਹਿਗੁਰੂ ਕਰਨਾ ਕਹਾਂ ਦੀ ਲੋੜੇ ਦੀ, ਇਹ ਰੋੜੇ ਨੇ ਸਾਰੇ। ਬਸ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਰਾਮ ਰਾਮ ਹੀ ਠੀਕ ਸੀਗਾ। ਰਾਮ ਚ ਕੀ ਸੀਗਾ? ਰਾਮ ਦੇ ਵਿੱਚ ਕੀ ਤੁਹਾਨੂੰ ਐਲਰਜੀ ਸੀ? ਵਾਹਿਗੁਰੂ 'ਚ ਐਲਰਜੀ ਕਿਉਂ ਨਹੀਂ ਹੈ? ਔਰ ਵਾਹਿਗੁਰੂ ਦਾ ਕਿਹਾ ਨਹੀਂ, ਰਾਮ ਨਾਮ ਉਰਮੇ ਗਇਓ ਤਾਂ ਕਿਹਾ ਹੋਇਆ ਗੁਰਬਾਣੀ 'ਚ। ਰਾਮ ਨਾਮ ਉਰਮੇ ਗਇਓ, ਜਾ ਕੇ ਸਭ ਨਹੀਂ ਕੋਏ ਦੇ ਬਰਾਬਰ ਦਾ ਵਾਹਿਗੁਰੂ ਨਹੀਂ ਫਿਰ ਹੈਗਾ ਤੁਹਾਡਾ। ਸਭ ਨਹੀਂ ਕੋਏ ਜਦ ਕਹਿਤਾ ਹਰੀ, ਜਿਹੜੇ ਬਾਕੀ ਨਾਮ ਨੇ ਫਿਰ ਉਹਦਾ ਬਰਾਬਰ ਹੈ ਹੀ ਨਹੀਂ ਇਹਦੇ। ਅਸਲ 'ਚ ਨਾਮ ਨਹੀਂ ਹੈਗਾ। ਜਾਂ ਰਾਮ ਨਾਮ ਕਿਹਾ ਸੀ, ਨਾਮ ਜਿਹੜਾ ਹੈਗਾ, ਨਾਮ ਤੱਤ ਗਿਆਨ ਨੂੰ ਕਹਿੰਦੇ ਨੇ। ਇਹ ਹਿਰਦੇ ਦੇ ਵਿੱਚ ਫੜਿਆ ਜਾ ਸਕਦਾ। ਜੋ ਚੀਜ਼ ਪਕੜ ਅਸੀਂ ਪਕੜ ਕੇ ਰੱਖ ਸਕਦੇ ਹਾਂ, ਉਹ ਨਾਮ। ਇਹਦਾ ਮੂੰਹ ਜੋ ਬਾਹਰ ਨਿਕਲ ਜਾਂਦਾ। ਜੇ ਮੁੱਖ ਨਿਕਸਾ, ਇਹਦਾ ਫੜ ਹੋਇਆ ਹੀ ਨਾ, ਫਿਰ ਤਾਂ ਬਾਹਰ ਨਿਕਲ ਗਿਆ। ਜੇ ਰਾਮ ਬੋਲਦੇ ਆ ਤਾਂ ਬਾਹਰ ਨਿਕਲਦਾ ਸਮਾਂ। ਇੱਧਰ ਤਾਂ ਹਿੰਦੂ ਚੰਗੇ ਸੀ। ਇੱਕ ਫਿਲਾਸਫੀ ਹਿੰਦੂਆਂ ਦੀ ਹੈ। ਇੱਕ ਸੰਤ ਕਹਿ ਰਿਹਾ, ਕਹਿੰਦਾ ਜਦ ਮੈਂ ਰਾਹ ਬੋਲਦਾ ਨਾ, ਮੂੰਹ ਅੱਡ ਹੁੰਦਾ, ਬੁੱਲ ਖੁੱਲੇ ਰਹਿੰਦੇ ਨੇ। ਰਾਹ ਮੂੰਹ ਅੱਡਿਆ ਨਾ, ਕਹਿੰਦਾ ਪਾਪਾਂ ਨੂੰ ਇਹ ਚੈਲੰਜ, ਪਾਪਾਂ ਨੂੰ ਇਹ ਇੱਕ ਸਮਝ ਲਓ ਸੰਕੇਤ ਹੈ ਵੀ ਬਾਹਰ ਨਿਕਲ ਜਾਓ, ਭੱਜੋ ਹਿਰਦੇ ਚੋਂ। ਜਿੰਨੇ ਪਾਪ ਨੇ ਉਹਨਾਂ ਨੂੰ ਮੌਕਾ ਦਿੱਤਾ ਵੀ ਬੂਹਾ ਖੋਲਤਾ, ਮੂੰਹ ਦਾ ਬਾਹਰ ਨਿਕਲ ਜਾਓ, ਭੱਜੋ ਜੇ ਚਾਹੁੰਦੇ ਹੋ ਚੰਗੀ। ਜਾਂ ਰਾਹ ਕਹੀਦਾ, ਵਕਾਰਾਂ ਨੂੰ ਕਹਿਤਾ ਮੂੰਹ ਖੋਲਤਾ, ਬੂਹਾ ਖੋਲਤਾ, ਭੱਜੋ ਜੇ ਨਿਕਲ ਜਾਓ। ਜਦ ਮਾਂ ਕਹਿੰਦਾ ਮੂੰਹ ਬੁੱਲ ਬੰਦ ਹੋ ਜਾਣਾ, ਨਹੀਂ ਬੱਚੇ ਭਸਮ ਹੋ ਜਾਓਗੇ। ਉਹ ਸਿਆਣੇ ਸੀ ਤੁਹਾਡੇ ਨੂੰ ਦਾ, ਜਿਨ੍ਹਾਂ ਨੇ ਇਹ ਗੱਲ ਕਹੀ, ਕਿੱਡੇ ਸਿਆਣੇ ਸੀ, ਪਰ ਉਹ ਵੀ ਰੱਦ ਕਰਤੇ ਗੁਰਬਾਣੀ ਨੇ। ਉਹ ਰਾਮ ਕਹੇ ਦੇ ਪਾਪ ਨਹੀਂ ਨਸ਼ਟ ਹੁੰਦੇ ਹਨ, ਹੁੰਦੇ ਨਹੀਂ ਹਨ, ਪ੍ਰੈਕਟੀਕਲੀ ਨਹੀਂ ਹੁੰਦੇ। ਉਹਦਾ ਖਿਆਲ ਸੀ। ਇਹਨਾਂ ਨੇ ਲਫ਼ਜ਼ ਬਦਲ ਕੇ ਫਿਰ ਭਾਈ ਗੁਰਦਾਸ ਦੀਆਂ 12 ਲਿਖ ਕੇ ਫਿਰ ਚਾਰੇ ਯੁੱਗ ਬਣਾਏ, ਜਿਨ੍ਹਾਂ ਨੂੰ ਗੁਰਬਾਣੀ ਮੰਨਦੀ ਹੀ ਨਹੀਂ ਹੈ। ਕਿੱਡੇ ਬੇਵਕੂਫ ਆਦਮੀ ਨੇ, ਕਿੱਡੇ ਧਰੋਹ। ਬੇਵਕੂਫ ਨਹੀਂ ਆਣਾ ਅਸਲ ਦੇ ਵਿੱਚ। ਇਹ ਧਰੋਹ ਕੀਤਾ ਇਹਨਾਂ ਨੇ ਸਿੱਖੀ ਨਾਲ। ਹੁਣ ਵੀ ਧਰੋਹ ਕਰ ਰਹੇ ਨੇ ਸਿੱਖੀ ਨਾਲ। ਗੁਰਮਤਿ ਤੋਂ ਖਿਲਾਫ ਧਰੋਹ ਕਰ ਰਹੇ ਨੇ, ਪਰ ਧਰੋਹ ਹੁਣ ਤਾਂ ਨੰਗਾ ਹੋ ਗਿਆ। ਹੁਣ ਤਾਂ ਸਾਰੀ ਗੱਲ ਨੰਗੀ ਹੋ ਗਈ। ਹੁਣ ਤਾਂ ਅਸੀਂ ਅਨਪੜ੍ਹ ਸੀਗੇ, ਬਹੁਤ ਕੁਛ ਇਹਨਾਂ ਨੇ ਕਰ ਲਿਆ। ਸਾਰਾ ਹੀ ਫੜੀ ਗਈ ਚੋਰੀ ਇਹਨਾਂ ਦੀ। ਹੁਣ ਤਾਂ ਸਾਰੀ ਇਹਨਾਂ ਦੀ ਫੋਟੋ ਦਿਖਾ ਦੇਣੀ ਹੈ ਜੋ ਪਿੱਛੋਂ ਫੜੀ ਹੋਈ ਹੈ। ਉਹ ਜਿਹੜੀ ਤਿਆਰ ਕੀਤੀ ਹੋਈ ਹੈ ਨਾ ਫਿਲਮ,
ਹੁਣ ਤਾਂ ਪਬਲਿਕ ਦੇ ਮੂਹਰੇ ਫਿਲਮ ਦਿਖਾ ਦੇਣੀ ਆ ਇਹਨਾਂ ਨੇ 300 ਸਾਲ 'ਚ ਕੀਤਾ ਹੋਇਆ 250 ਸਾਲ 'ਚ। ਜੋ ਬੰਦੇ ਬਹਾਦਰ ਤੋਂ ਬਾਅਦ ਹੋਇਆ ਕੀਤਾ ਬੰਦੇ ਬਹਾਦਰ ਨੇ 22 ਧਾਰੀਆਂ ਨਾਲ, ਦੂਜਿਆਂ ਨਾਲ ਰਲ ਕੇ, ਤੀਜਿਆਂ ਨਾਲ, ਵਿੱਚ ਬੀੜੇ ਬਸੰਤ ਸਾਰਿਆਂ ਨੇ ਰਲ ਕੇ ਕੀਤਾ ਹੋਇਆ, ਉਹ ਸਾਰੀ ਫਿਲਮ ਦਿਖਾ ਦੇਣੀ ਹੈ ਇਹਨਾਂ ਨੂੰ। ਭਾਈ ਗੁਰਦਾਸ ਦੀਆਂ 12 ਕਿਉਂ ਰਚੀਆਂ, ਕਿਹਨੇ ਰਚੀਆਂ, ਕੀ ਮੰਤਵ ਸੀ ਇਹਦਾ, ਗੁਰਬਾਣੀ ਕੀ ਕਹਿੰਦੀ ਸੀ, ਕੀ ਸਾਰੀ ਫਿਲਮ ਦਿਖਾ ਦੇਣੀ ਹੈ। ਉਹ ਤਾਂ ਰੱਖੀ ਹੋਈ ਸੀ ਜਾਣ ਕੇ, ਟਾਈਮ ਤੇ ਹੀ ਦਿਖਾਈ ਦੀ ਹੁੰਦੀ ਹੈ। ਟਾਈਮ ਆ ਗਿਆ ਦਿਖਾਤੀ। ਉਹ ਕਹਿੰਦੇ ਰਾਹ ਕਹਿੰਦੇ ਆ ਵਗਾਰਾਂ ਨੂੰ ਨਿਕਲ ਗਏ ਬਾਹਰ, ਤੇ ਜੇ ਵਾਹਿਗੁਰੂ ਕਹਿੰਦੇ ਆ ਬੋਲੋ ਤਾਂ ਬੀਚ ਹੁੰਦਾ ਹੀ ਨਹੀਂ, ਹਵਾ ਨਿਕਲਦੀ ਹੈ ਬਾਹਰ ਨੂੰ ਰਹਿੰਦੀ ਹੈ। ਉਹ ਵਾਹਿਗੁਰੂ ਜਿਹੜਾ ਲਫ਼ਜ਼ ਹੈ ਇਹਦਾ ਅਰਥ ਹੈਗਾ, ਭੱਟਾਂ ਨੇ ਵਰਤਿਆ ਲਫ਼ਜ਼, ਗੁਰੂਆਂ ਨੇ ਤਾਂ ਵਰਤਿਆ ਹੀ ਨਹੀਂ। ਇੱਕ ਵਾਰ 2 ਵਾਰ ਜਿਹੜਾ ਇੱਕੋ ਭੱਟ ਨੇ ਵਰਤਿਆ। ਸਮਝੋ ਗੁਰੂ ਪਰਮੇਸ਼ਰ ਹੈ ਤੇ ਉਹਦੀ ਵਾਹ ਜਿਹੜੀ ਹੈਗੀ ਹੈ ਗੁਰਬਾਣੀ, ਉਹਦੀ ਉਸਤਤੀ ਹੈ। ਵਾਹਿਗੁਰੂ ਦਾ ਮਤਲਬ ਹੈ ਗੁਰੂ ਪਰਮੇਸ਼ਰ ਦੀ ਉਸਤਤੀ, ਵਡਿਆਈ। ਗੁਰਬਾਣੀ ਉਹਦੀ ਵਡਿਆਈ ਹੋਈ ਹੈ ਸਾਰੀ। ਸਮਝਿਆ ਜੀ। ਔਰ ਇਹਦਾ ਅਰਥ ਵਾਹਿਗੁਰੂ ਦਾ, ਗੁਰਬਾਣੀ ਪਰਮੇਸ਼ਰ ਦੀ ਵਡਿਆਈ ਹੀ ਨਿਕਲਦਾ ਗੁਰਬਾਣੀ ਚੋਂ। ਵਾਹਿਗੁਰੂ ਗੁਰਮੰਤਰ ਹੈ ਦਾ ਮਤਲਬ ਵੀ ਜਿਹੜਾ ਗੁਰਮੰਤਰ ਹੈ ਮਹਾਂਪੁਰਖਾਂ ਦੀ ਬਾਣੀ ਹੈ, ਵਾਹਿਗੁਰੂ ਗੁਰੂ ਦੀ ਵਡਿਆਈ ਹੈ। ਇਹਦਾ ਵੀ ਇਹੀ ਅਰਥ ਨਿਕਲਦਾ, ਇਹ ਪਰਮੇਸ਼ਰ ਦੀ ਵਡਿਆਈ ਹੈ। ਜਿਹੜੀ ਗੁਰਬਾਣੀ ਹੈ ਇਹ ਵਾਹੇ 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 ਜੀਓ। ਵਾਹੇ ਦਾ ਮਤਲਬ ਹੈ ਵਡਿਆਈ। ਵਾਹ ਅੱਡਾ, ਗੁਰੂ ਅਲੱਗ ਹੈ। 2 ਲਫ਼ਜ਼ਾਂ ਤੋਂ ਮਿਲ ਕੇ ਬਣਿਆ ਹੋਇਆ ਵਾਹਿਗੁਰੂ। ਗੁਰੂ ਦੀ ਉਸਤਤੀ, ਗੁਰੂ ਦੀ ਵਡਿਆਈ। ਕਿਸੇ ਆਦਮੀ ਦੀ ਵਡਿਆਈ ਕਰਨੀ ਮਨਾ ਸਾਨੂੰ। ਵਿਅਕਤੀ ਦੀ ਪੂਜਾ, ਵਿਅਕਤੀ ਦੀ ਵਡਿਆਈ ਨਹੀਂ ਅਸੀਂ ਕਰ ਸਕਦੇ, ਨਾ ਉਸਤਤ ਕਰ ਸਕਦੇ ਹਾਂ, ਨਾ ਅਸੀਂ ਨਿੰਦਾ ਕਰ ਸਕਦੇ ਹਾਂ। ਪਰਮੇਸ਼ਰ ਦੀ ਉਸਤਤੀ ਕਰਨੀ ਜਾਇਜ਼ ਹੈ, ਉਸਤਤੀ ਕਰਨੀ ਠੀਕ ਹੈ, ਪੁੰਨ ਹੈ। ਨਿੰਦਾ ਕਰਨੀ ਪਾਪ ਹੈ। ਉਹਦਾ ਸੰਤ ਕਾ ਨਿੰਦਕ ਹੈ ਨਾ, ਉਹ ਸੱਚ ਦਾ ਨਿੰਦਕ ਹੈ। ਸੱਚ ਸੰਤ, ਜਿਹੜਾ ਸੱਚ ਹੈ ਨਾ ਇਹ ਸੰਤ ਹੈ, ਸਤ ਸਰੂਪ ਹੈ। ਜਿਹੜਾ ਮਨ ਕੂੜਾ, ਕੂੜ ਨਾਲ ਜੁੜਿਆ ਹੈ, ਮਾਇਆ ਨਾਲ ਜੁੜਿਆ ਹੈ, ਮਾਇਆ 'ਚ ਫਸਿਆ ਹੈ, ਇਹ ਅਸੰਤ, ਅਸ਼ਾਂਤੀ ਪੈਦਾ ਹੋਈ ਹੈ। ਕਿਉਂਕਿ ਮਾਇਆ ਅੱਗ ਹੈ, ਅੱਗ ਨਾਲ ਜੁੜ ਕੇ ਇਹਦੇ ਅੰਦਰ ਅਸ਼ਾਂਤੀ ਹੈ। ਜਦ ਅੱਗ ਦਾ ਤਿਆਗ ਕਰ ਦੂਗਾ ਇਹ ਵੀ ਸ਼ਾਂਤ ਹੋ ਜਾਊਗਾ। ਸਮਝਿਆ ਜੀ। ਇਹਨੂੰ ਪੁੱਠਾ ਗੇੜਾ ਦਿੱਤਾ ਇਹਨਾਂ ਨੇ। ਵਾਹਿਗੁਰੂ ਵਾਲੇ ਸਨਾਤਨੀ ਸਿੱਖ ਸੀ, ਇਹਨਾਂ ਦਾ ਨਾਮ ਸਨਾਤਨੀ ਲਿਖਿਆ ਹੋਇਆ ਪਿੱਛੇ, ਸਨਾਤਨੀ ਸਿੱਖ ਲਿਖਿਆ ਹੋਇਆ। ਉਹ ਕੇਸ ਦੇ ਪਿੱਛੇ ਸਨਾਤਨੀ ਸਿੱਖ ਨੇ ਜਦੋਂ ਮੂਰਤੀਆਂ ਚਕਾਈਆਂ ਨੇ, ਇੱਕ ਪਾਸੇ ਸਨਾਤਨੀ ਸਿੱਖ ਨੇ, ਇੱਕ ਪਾਸੇ ਸਿੱਧੂ ਸਮਝੇ ਨੇ, 2 ਹੀ ਤਾਂ ਹੈ। ਉਹ ਸਨਾਤਨੀ ਇਹ ਸੀਗੇ ਮੂਰਤੀਆਂ ਤੋਂ ਖਿਲਾਫ ਵਾਲੇ, ਦੂਏ ਸਿੱਧ ਸਮਝੇ ਸੀ। ਸਿੱਖ ਸਭਾ ਤਾਂ ਕਹੇ, ਉਹਨੇ ਸਭਾ ਬਣਾਈਆਂ ਸੀ ਆਪਣੀਆਂ, ਇਕੱਠੇ ਹੋਏ ਸੀ। ਜਿਹੜੇ ਗੁਰੂ ਘਰ ਦੇ ਪ੍ਰੇਮੀ ਸੀ, ਗੁਰੂ ਘਰ ਦੇ ਮਤਲਬ ਸਿੱਖੀ ਦਾ ਜਜ਼ਬਾ ਸੀ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਨੇ ਸਿੱਖੀ ਜਾਗਰਤ ਕਰਨੀ ਸੀ, ਉਹ ਇਕੱਠੇ ਹੋਏ ਸੀ ਮੂਰਤੀਆਂ ਦੇ ਖਿਲਾਫ। ਉਹਨਾਂ ਨੇ ਮੂਰਤੀਆਂ ਚੁਕਾਈਆਂ ਸੀ ਸਿੰਘ ਸਭੀਆਂ ਨੇ, ਸਨਾਤਨੀ ਦੇ ਖਿਲਾਫ। ਤੇ ਇਹਦਾ ਲਿਖਾਈਆਂ ਸੀ ਇਹਨਾਂ ਨੇ ਸਨਾਤਨੀਆਂ ਨੇ। ਸਨਾਤਨੀ ਸਿੱਖ ਨੇ ਇਹਦਾ ਮਹਾਨ ਕੋਸ਼ ਵੀ ਲਿਖਿਆ ਹੋਇਆ ਸਾਰਾ ਇਹਨਾਂ ਦਾ ਵੱਲ। ਕੇਸ ਚੱਲਿਆ ਸਨਾਤਨੀ ਇੱਕ ਪਾਸੇ ਨੇ, ਦੂਏ ਇੱਕ ਪਾਸੇ ਨੇ, ਇਹ ਸਾਰੇ ਸਨਾਤਨੀ ਨੇ। ਸਨਾਤਨ ਮਤ ਨੂੰ ਮੰਨਣ ਵਾਲੇ ਹਿੰਦੂ ਸਨਾਤਨੀ ਨੇ, ਸਿੱਖ ਬਣ ਗਏ ਸੀ। ਜਦ ਸਨਾਤਨੀ ਸਿੱਖ ਬਣੇ ਨੇ, ਜਦੇ ਬਾਹਮਣ ਸਿੱਖ ਬਣੇ। ਜਦੇ ਕਿਹਾ ਵੀ ਪੰਡਿਤ ਕਾਸ਼ੀ ਵਾਲੇ ਕਾਸ਼ੀ ਪੜ੍ਹਨ ਭੇਜੇ, ਉਦੋਂ ਦੀਆਂ ਕਹਾਣੀਆਂ ਬਣਾਈਆਂ ਨਰਮਲੇ ਵੀ ਸਾਨੂੰ ਕਾਸ਼ੀ ਭੇਜਿਆ, ਕਾਸ਼ੀ ਉਹਨੂੰ ਭੇਜਤਾ। ਕਾਸ਼ੀ ਵਾਲੇ ਬਾਹਮਣਾਂ ਦੇ ਖਿਲਾਫ ਹੈ ਗੁਰਬਾਣੀ ਸਾਰੀ। ਉਹ ਪੰਡਿਤ ਦਾ ਸਾਰੀ ਗੁਰਬਾਣੀ ਖਿਲਾਫ ਹੈ। ਪੰਡਿਤ ਤਾਂ ਸਾਰੀ ਉਮਰ ਪੰਗੇ ਲੈਂਦੇ ਰਹੇ ਨੇ ਗੁਰੂ ਘਰ ਨਾ ਆ ਕੇ, ਸਵਾਲ ਜਵਾਬ ਨੇ। ਸਾਰਾ ਕੱਚਾ ਚਿੱਠਾ ਇਹਨਾਂ ਦਾ ਬਾਹਰ ਕੱਢ ਦਾਂਗੇ,
ਕੱਚਾ ਚਿੱਠਾ ਕੋਲ ਹੈ ਸਾਡੇ, ਸਾਰਾ ਹੀ ਬਾਹਰ ਆ ਜਾਊਗਾ। ਇਹਨਾਂ ਕੋਲ ਇੱਕ ਵੀ ਨਹੀਂ ਕੁਛ ਕਹਿਣ ਨੂੰ, ਕੁਛ ਨਹੀਂ ਇਹਨਾਂ ਕੋਲ ਕਹਿਣ ਨੂੰ। ਇਹ ਜਿਹੜੇ ਬਾਗਲੈਂਡ ਕੰਪਨੀ ਵੀ ਸਨਾਤਨੀ ਨੇ, ਉਹ ਪਿੱਛੋਂ ਹੀ ਚਲੇ ਆਉਂਦੇ ਨੇ, ਇਹ ਵੀ ਸਨਾਤਨੀ ਨੇ। ਇਹ ਰਾਜ ਕਰਦਾ ਤੇ ਦੂਆ ਨੂੰ ਖੋਲ ਦਿੱਤੀ ਹੋਈ ਸੀ, ਹੁਣ ਵੀ ਉਹੀ ਗੱਲ ਹੈ। ਇਹ ਰਾਜ ਕਰਦਾ ਖਾਲਸਾ ਵਾਲਾ ਸਭ ਸਨਾਤਨੀ ਨੇ, ਖਾਲਸਾ ਨਹੀਂ ਹੈ। ਖਾਲਸਾ ਦਾ ਅਕਾਲੀ ਫੂਲਾ ਸੀ, ਇਹ ਮਿਸਲਾਂ ਵਾਲੇ ਨੇ ਸਾਰੇ, ਇਹ ਉਹਨਾਂ ਚ ਚਲੇ ਆਉਂਦੇ ਨੇ। ਅੱਡ ਅੱਡ ਹੋ ਜਾਊਗਾ, ਕੋਈ ਨਹੀਂ। ਦੁੱਧ ਅੱਡ ਹੋ ਜਾਂਦਾ, ਪਾਣੀ ਅੱਡ ਹੋ ਜਾਂਦਾ ਹੁੰਦਾ। ਜੇ ਦੁੱਧ ਜੰਮਦਾ ਨਾ ਤੇ ਪਾਣੀ ਦੇ ਵਿੱਚ ਕੁਛ ਅਗਰ ਪਨੀਰ ਅੱਡ ਹੋ ਜਾਂਦਾ, ਪਨੀਰ ਇਹ ਦੁੱਧ ਹੁੰਦਾ, ਬਾਕੀ ਪਾਣੀ ਹੁੰਦਾ। ਉਹ ਆਪਾਂ ਪਨੀਰ ਬਣਾ ਲੈਂਦੇ, ਉਹੀ ਦੁੱਧ ਹੁੰਦਾ, ਬਾਕੀ ਪਾਣੀ ਹੁੰਦਾ। ਪਾਊਡਰ ਵੀ ਸਾਡਾ ਬਣਦਾ, ਦੁੱਧ ਕਹਿੰਦੇ ਉਹਨੂੰ ਪਾਊਡਰ ਨੂੰ। ਪਾਣੀ ਉਹ ਸੜੀ ਦਾ, ਜਾਂ ਹੋਰ ਕੀ ਛੱਡਦੇ ਨੇ। ਜਿਹੜਾ ਪਾਊਡਰ ਦਾ ਦੁੱਧ ਹੁੰਦਾ ਉਹਨੂੰ ਦੁੱਧ ਨਹੀਂ ਕਹਿੰਦੇ, ਉਹ ਪਾਣੀ ਉਹ ਸਾੜਿਆ, ਮਾਇਆ ਹੀ ਸਾੜੀ ਆ। ਹਾਂਜੀ, ਦੁਤੀਆ ਮੋਲੇ ਚਾਰ ਵੇਦ, ਚਾਰ ਪ੍ਰਕਾਰ ਦਾ ਗਿਆਨ। ਸਿਮਰਤੀ ਬੋਲੇ ਕਿਵੇਂ? ਬੋਲੇ ਦਾ ਸਵਾਲ ਹੈ। ਚਾਰੇ ਵੇਦ ਅੰਦਰ ਪ੍ਰਗਟ ਹੋ ਗਏ। ਜਦੋਂ ਫੁੱਲ ਤੇ ਆ ਕੇ ਫਲ ਦੀ ਗੱਲ ਆਉਂਦੀ ਹੈ ਨਾ, ਫਿਰ ਕੀ ਹੈ? ਫਿਰ ਗਿਆਨ ਫਲ ਹੈ। ਗਿਆਨ ਚਾਰ ਪ੍ਰਕਾਰ ਦਾ। ਪਹਿਲਾਂ ਆਇਆ ਨਾ ਫੁੱਲ, ਕੱਲ ਫੁੱਲ ਤੇ ਗੱਲ ਖੜੀ ਸੀ ਨਾ, ਮੋਲ ਫੁੱਲ ਨੂੰ ਕਹਿੰਦੇ ਨੇ। ਜਦ ਫੁੱਲ ਮੋਲੇ ਹੋਏ ਤੇ ਚਾਰ ਵੇਦ ਵੀ ਪਿੱਛੇ ਸੀ, ਨਾਲ ਹੀ ਖੜੇ ਸੀ। ਫੁੱਲ ਡਿੱਗਿਆ, ਚਾਰ ਵੇਦ ਪ੍ਰਗਟ ਹੋ ਗਏ। ਫੁੱਲ ਝੜਿਆ ਤੇ ਗਿਆਨ ਪ੍ਰਗਟ ਹੋ ਗਿਆ। ਜਦ ਫਲ ਲੱਗਦਾ ਤਾਂ ਫੁੱਲ ਝੜ ਜਾਂਦਾ। ਫਲ ਕੀ ਹੈ? ਫਲ ਗਿਆਨ। ਗਿਆਨ ਪਿਆ ਤਾਂ ਕਰਮ ਨਾਸ। ਫੁੱਲ ਤੱਕ ਕਰਮ ਕਾਂਡ ਨੂੰ ਮੰਨ ਰਿਹਾ ਹੈ, ਫੁੱਲ ਤੱਕ ਕਰਮ ਕਾਂਡ ਨੂੰ ਮੰਨ ਰਿਹਾ ਹੈ। ਫੁੱਲ ਤੱਕ ਮਾਲਾ ਫੇਰਦਾ ਸੀ ਉਹ ਜਦ ਮਾਲਾ ਛੱਡਤੀ ਨਾ, ਜਦ ਮੰਦਰ ਜਾਣ ਵਾਲੀ ਥਾਲੀ ਰੱਖਤੀ ਨਾ ਉਹਨੇ, ਸਵਾਮੀ ਰਾਮਾਨੰਦ ਨੇ, ਫਲ ਲੱਗ ਗਿਆ। ਜਦੋਂ ਕਹਿੰਦਾ ਨਾ ਗੁਰੂ ਬ੍ਰਹਮ ਬਤਾਓ ਮਨ ਹੀ ਮਾਏ, ਥਾਲੀ ਰੱਖਤੀ, ਕਰਮ ਕਾਂਡ ਛੱਡਤਾ ਉਹਨੇ, ਮਾਲਾ ਛੱਡਤੀ। ਜਦ ਮਾਲਾ ਛੱਡਤੀ ਤੇ ਗਿਆਨ ਮਿਲ ਗਿਆ। ਆ ਜਿਹੜੀ ਸੇਵਾ ਸੁਭਾ ਅਸੀਂ ਕਹਿੰਦੇ ਆ ਨਾ ਬਾਹਰਲੀ, ਇਹ ਉਦੋਂ ਤੱਕ ਹੈ ਜਦੋਂ ਤੱਕ ਗਿਆਨ ਹੈ ਜੀ। ਸੇਵਾ ਕਰੀ ਬਾਅਦ ਚ ਵੀ ਜਾਇਆ ਜਾਣੀ ਹੈ, ਉਹਨੂੰ ਸੇਵਾ ਬਣ ਕੇ ਨਹੀਂ ਕਰਨਾ ਹੈ। ਸੇਵਾ ਨਹੀਂ ਹੈ, ਕੰਮ ਤਾਂ ਨਹੀਂ ਹਟਣਾ। ਉਹ ਜਿਵੇਂ ਅਸੀਂ ਲੰਗਰ ਪਕਾਉਣਾ ਛੱਡਣਾ, ਸਰੀਰ ਦੀ ਸੇਵਾ ਉਹ ਮਾਇਆ ਦੀ ਸੇਵਾ। ਜੇ ਸੇਵਾ ਨਾ ਮਾਇਆ ਦੀ ਹੈ, ਉਹ ਗੁਰ ਕੀ ਸੇਵਾ ਨਹੀਂ ਹੈ। ਉਹ ਗੁਰ ਕੀ ਸੇਵਾ ਹੋ ਰਿਹਾ, ਦੂਜੀ ਸੇਵਾ ਹੋ ਰਿਹਾ। ਦੂਜੀ ਬਲਕਿ ਸੇਵਾ ਨਹੀਂ, ਉਦਮ ਹੈ। ਉਦਮ ਨੂੰ ਸੇਵਾ ਦਾ ਨਾਮ ਦੇਤਾ। ਉਦਮ ਉੱਠਣਾ, ਆਪਣਾ ਕੰਮ ਆਪ ਕਰਨਾ, ਲੰਗਰ ਸਜਾਉਣਾ, ਕਿਰਿਆ ਸੋਧਣੀ, ਸਮਝਿਆ ਜੀ? ਇਹ ਸਭ ਉਦਮ ਚ ਹੈ। ਖੇਤੀ ਕਰਨੀ, ਕੋਈ ਵੀ ਕੰਮ ਕਰਨਾ, ਉਦਮ ਕਰਨ ਦਿਆ ਜੀ, ਕਮਾਉਂਦੇ ਆ ਸੁੱਖ ਪਹੁੰਚ, ਉਹ ਉਦਮ। ਜਿਹੜੀ ਸੇਵਾ ਹੈ ਉਹ ਹੈ ਸ਼ਬਦ ਵਿਚਾਰ ਦੀ ਸੇਵਾ। ਜੋ ਖੁਰਾਕ ਮਿਲਦੀ ਹੈ ਆਤਮਾ ਨੂੰ ਮਿਲਦੀ ਹੈ, ਉਹ ਚ ਆਤਮਾ ਦੀ ਖੁਰਾਕ ਹੈ। ਆਤਮਾ ਦੀ ਖੁਰਾਕ ਦਾ ਲੋੜੇ ਨਹੀਂ ਸੀ ਸਨਾਤਨੀਆਂ ਨੂੰ, ਉਹ ਛਡਾ ਕੇ ਸੇਵਾ, ਦੂਜੀ ਸੇਵਾ ਕਰਤੀ। ਉਹਨੂੰ ਸੇਵਾ ਮੰਨ ਲਿਆ ਸਨਾਤਨੀਆਂ ਨੇ, ਉਹ ਸੇਵਾ ਨਹੀਂ ਸੀ। ਇਸ ਕਰਕੇ ਗੁਰਬਾਣੀ ਦੇ ਸਾਰੇ ਅਰਥ ਬਦਲ ਗਏ, ਸਾਰੀ ਗੱਲਾਂ ਬਦਲਤੀਆਂ ਇਹਨਾਂ ਨੇ। ਹਾਂਜੀ, ਦੁਨੀਆ ਮੋਲੇ ਚਾਰ ਵੇਦ। ਸਿਮਰਤੀ ਮੌਲੀ ਸਿਉਂਕ ਦੇਵ। ਸਿਮਰਤੀ ਮੌਲੀ, ਹੁਣ ਸਿਮਰਤੀ ਕਿਵੇਂ ਮੌਲੀ? ਦੇਖੋ ਸਿਮਰਤੀਆਂ 27 ਨੇ, ਸਿਮਰਤੀ ਇੱਕ ਵਚਨ ਹੈ। ਉਹ ਜਿਹੜੀ ਮੇਰੀ ਯਾਦਾਸ਼ਤ ਸੀ ਮੁੜ ਕੇ ਫੇਰ ਬੋਲੇ, ਫੇਰ ਆ ਗਈ ਯਾਦਾਸ਼ਤ, ਵਾਪਸ ਆਈ ਹੈ। ਇਸੇ ਨੂੰ ਲਿਖਿਆ ਮਹਾਭਾਰਤ ਵਿੱਚ, ਜਿਹੜੀ ਮਾਂ ਦੇ ਗਰਭ ਦੇ ਵਿੱਚ ਸੁਣੀ ਸੀ ਨਾ ਉਹਨੇ ਕਥਾ, ਉਹਦੇ ਆ ਗਈ। ਆਹ ਮੌਲੀ ਹੈ ਸਿਮਰਤੀਆਂ। ਉਹ ਜਿਹੜੀ ਵਿਸਮਰਤੀ ਹੋਈ ਉਹਦੀ ਭੁੱਲਿਆ ਇਹਦੀ ਪਿਛਲੇ ਸਾਰੇ ਜਨਮ ਆ ਗਏ।
ਸਿਮਰਤੀ ਮੋਲੀ ਸਿਉਂਕ ਦੇਵ ਜਿਹੜੀ ਸਿਮਰਤੀ ਸੁੱਤੀ ਪਈ ਸੀ ਜਾਗੇ ਹੀ ਉਹ ਰਾਮ ਅਮਤ ਮਤ ਪ੍ਰਗਟ ਆਈ, ਇਹ ਪ੍ਰਗਟ ਹੋਈ ਹੈ ਮੌਲੀ ਹੈ ਸਿਮਰਤੀ। ਫੇਰ ਉਹ ਸੁੱਕ ਗਈ ਸੀ ਨਾ ਜਿਹੜੀ ਸਾਥ ਪਾਣੀ ਤੋਂ ਬਿਨਾਂ, ਉਹ ਹਰੀ ਹੋ ਗਈ, ਹਰੀ ਹੋ ਗਈ। ਪੇੜ ਨਾਲ ਫੇਰ ਜੁੜ ਗਈ, ਤੁਰਤੇ ਤੁਰਤੇ ਇੱਕੋ ਗਿਆਨ ਹੋ ਗਿਆ, ਤੁਰਦਾ ਗਿਆਨ ਹੋ ਗਿਆ। ਜਦੋਂ ਤੋਂ ਵਿਛੜਿਆ ਉਦੋਂ ਤੋਂ ਹੁਣ ਤੱਕ ਦਾ ਸਾਰਾ ਗਿਆਨ ਹੋ ਗਿਆ। ਤੇ ਦਸਮ ਪਾਤਸ਼ਾਹ ਨੇ ਦੋ ਚਾਰ ਕੇ ਆਪਣੇ ਧਰਮ ਲਿਖੇ ਨੇ, ਇਹ ਉਦੋਂ ਹੀ ਘਬਰਾ ਗਏ। ਇਹ ਤਾਂ ਕਹਿੰਦੇ ਸਿਮਰਤੀ ਮੌਲੀ ਸਨੇ ਕਿਤਾਬ, ਸਿਮਰਤੀ ਮੋਲੀ ਸਿਉਂਕ ਦੇਵ ਸਿਉ ਕਿਤਾਬ। ਸਿਮਰਤੀ ਜਿੰਨੀ ਵੀ ਆਦਾਸਤ ਪੁਰਾਣੀ ਸੀ ਨਾ ਸਾਰੀ ਇਕੱਠੀ ਹੋ ਗਈ। ਸਾਰੇ ਜਨਮਾਂ ਦੀ ਜਿਹੜੀ ਸਫ਼ਰ ਕਰਕੇ ਆਇਆ ਸਾਰੀ ਸਿਮਰਤੀ ਹੋ ਗਈ ਉਹਦੀ। ਚਾਹੇ ਉਹ ਕਿਤਾਬ ਦੀ ਗੱਲ ਕਰ ਲੋ, ਉਹਨੂੰ ਕਿਤਾਬ ਆਈ ਆ ਤੇ ਮੁਸਲਮਾਨਾਂ ਨੂੰ ਇਹਨਾਂ ਨੂੰ ਸਿਮਰਤੀ ਆਈ ਆ, ਗੱਲ ਇੱਕੋ ਹੀ ਆ। ਚਾਹੇ ਉਹਨੂੰ ਕਿਤਾਬ ਕਹਿ ਲੋ, ਮੁਸਲਮਾਨਾਂ ਦੀ ਗੱਲ ਕਿਤਾਬ, ਉਹਨੇ ਵੀ ਸਿਮਰਤੀ ਜਦ ਆ ਗਈ ਆ ਤਾਂ ਹੀ ਲਿਖਿਆ ਸਭ ਕੁਝ। ਤਾਂ ਹੀ ਕਿਹਾ ਵੇਦ ਕਿਤਾਬ ਕਹੋ ਮਤ ਝੂਠੇ, ਉਹ ਨਾਂ ਹੀ ਹੋਰ ਰੱਖਿਆ ਹੋਇਆ ਉਹਦਾ। ਉਹਦੀ ਵੀ ਸਿਮਰਤੀ ਬੋਲੀ ਹੈ, ਉਹਦੀ ਵੀ ਬੋਲੀ ਹੈ ਯਾਦਾਸ਼ਤ। ਉਹਨੂੰ ਵੀ ਯਾਦ ਆਈ ਹੈ ਪੁਰਾਣੀ, ਇਹਨੂੰ ਵੀ ਯਾਦ ਆਈ ਹੈ। ਉਹਨੂੰ ਆਪਣੀ ਆਈ ਹੈ, ਉਹਨੂੰ ਆਪਣੀ ਆਈ ਹੈ। ਭਈ ਆਪਣੇ ਆਪਣੀਆਂ ਹੋਣੀਆਂ ਤਾਂ ਜਿੱਦਾਂ ਦੀ ਕੋਈ ਲੰਘਿਆ ਉਹੀ ਰਸਤਾ ਯਾਦ ਆਉਣਾ ਉਹਨੂੰ। ਉਹਨੂੰ ਆਪਣਾ ਰਸਤਾ ਯਾਦ ਆਇਆ, ਉਹਨੂੰ ਆਪਣਾ ਯਾਦ ਆਇਆ। ਉਹਨੂੰ ਆਪਣਾ ਜੀਵਨ ਦੇ ਬਿਰਤਾਂਤ ਯਾਦ ਆਏ, ਉਹਨੂੰ ਆਪਣੇ ਦੇ ਆਏ ਨੇ। ਜਿਹੜਾ ਕਿਸੇ ਦਾ ਜੀਵਨ ਉਹ ਹੀ ਹੋਣਾ ਨਾ, ਜਿਹੜੇ ਰਾਹ ਚੱਲ ਕੇ ਆਇਆ ਉਹੀ ਰਸਤਾ ਯਾਦ ਆਉਣਾ। ਸਿਮਰਤੀ ਮੌਲੀ ਸਿਓ ਕਿਤਾਬ, ਕਿਤਾਬ ਵਾਲਿਆਂ ਦੀ ਕਿਤਾਬ ਮੁਸਲਮਾਨਾਂ ਦੇ ਅੰਦਰ ਜਾਏ ਬਸ ਤਾਂ ਆਉਂਦੀ ਹੈ ਕਿਤਾਬ ਜਾਊਗੀ। ਕਿ ਮੁਸਲਮਾਨ ਵੀ ਤਾਂ ਆਏ ਨੇ ਸਾਡੇ 'ਚ, ਸੱਤਾ ਬਲਵੰਡ ਨਹੀਂ ਆਏ, ਉਹਨਾਂ ਦੀ ਕਿਤਾਬ ਜਾਗੀ ਹੈ। ਉਹ ਤਾਂ ਸਿਮਰਤੀਆਂ ਪੜ੍ਹ ਕੇ ਨਹੀਂ ਸੀ ਆਏ। ਇਹਦਾ ਮਤਲਬ ਇਹ ਨਹੀਂ ਵੀ ਹਿੰਦੂ ਸਿੱਖ ਬਣ ਸਕਦੇ ਨੇ। ਇੱਥੇ ਆ ਕੇ ਕਿਸੇ ਦੀ ਵੀ ਸਿਮਰਤੀ ਜਾਗ ਸਕਦੀ ਹੈ, ਕਿਸੇ ਦੀ ਵੀ ਜਾਗ ਸਕਦੀ ਹੈ। ਜੋ ਪਿਛਲਾ ਗਿਆਨ ਹੈ ਨਾ ਉਸੇ ਦੇ ਉੱਤੇ ਅਗਲਾ ਗਿਆਨ ਚੱਲਣਾ, ਕਹਿਣ ਦਾ ਮਤਲਬ ਇਹ ਹੈ ਜਿਹੋ ਜਿਹਾ ਬੀਜ ਥੱਲੇ ਹੈ, ਬੀਜ ਤਾਂ ਸਾਬਤ ਬਣ ਗਿਆ ਨਾ, ਹੈ ਤਾਂ ਇੱਕ। ਜਦ ਇਹਨੇ ਉਗਲੇ ਇੱਕ ਹੋਏ ਹੋਏ ਨੇ, ਚਾਹੇ ਉਹ ਇਸਲਾਮ ਦੀ ਕਿਤਾਬ ਨਾਲ ਇੱਕ ਹੋਇਆ ਹੈ, ਚਾਹੇ ਸਿਮਰਤੀ ਸ਼ਾਸਤਰਾਂ ਨਾਲ ਇੱਕ ਹੋਇਆ, ਸੰਤੋਖੀ ਹੋਇਆ ਹੈ। ਚਾਹੇ ਇਸਲਾਮ ਦੇ ਪੜ੍ਹ ਕੇ ਸੰਤੋਖੀ ਹੋਇਆ, ਇਸਲਾਮ ਦੀ ਸਿੱਖਿਆ ਨਾਲ ਹੋਇਆ ਹੈ, ਚਾਹੇ ਹਿੰਦੂ ਦੀ ਸਿੱਖਿਆ ਨਾਲ ਹੋਇਆ, ਸੰਤੋਖੀ ਹੋਇਆ ਹੈ। ਕਬੀਰ ਸੰਤੋਖੀ ਹੋਇਆ ਸੀ, ਰਾਮਾਨੰਦ ਸੰਤੋਖੀ ਹੋਇਆ ਸੀ। ਅੱਗੇ ਅੱਗੇ ਚੱਲ ਗਿਆ, ਅੱਗੇ ਚੱਲ ਗਿਆ, ਫਿਰ ਗਿਆਨ ਹੋ ਗਿਆ, ਪ੍ਰਗਟ ਹੋ ਗਿਆ। ਇਹ ਬੋਲੀ ਹੈ ਸਿਮਰਤੀ। ਭਿੱਜਿਆ ਭਿੱਜਦਾ ਨਹੀਂ ਹੁੰਦਾ, ਪੱਥਰ ਹੋ ਜਾਂਦਾ ਹੁੰਦਾ ਹੈ। ਜੇ ਸਾਬਤਾ ਦਾਣਾ ਹੋਵੇ ਹੋ ਜਾ ਕੋਕੜੂ, ਫਿਰ ਕੋਕੜੂ ਨਹੀਂ ਹੁੰਦਾ। ਜਿਹੜਾ ਤਾਂ ਹੋ ਗਿਆ ਕੋਕੜੂ, ਉਹ ਤਾਂ ਗਲਦਾ ਹੀ ਨਹੀਂ, ਉਹ ਨਹੀਂ ਬੋਲਦਾ। ਜਿਹੜਾ ਰਹਿ ਗਿਆ ਦਾਣਾ, ਜੀਵ ਜੀ ਦੇ ਵਿੱਚ ਰਹੇ ਇੱਕ ਹੋਏ ਤਾਂ ਉਗਵਾ, ਜੇ ਜੀ ਹੋਏ ਤਾਂ ਉਗਵਾ। ਦੂਜੀ ਗੱਲ ਇਹ ਵੀ ਕਹੀ ਹੈ, ਜੇ ਵਿੱਚ ਜੀ ਹੈ ਤਾਂ ਉਗੂਗਾ। ਮੂੰਹ ਕਾ ਕਿਆ ਭਾਵ, ਨਹੀਂ ਤਾਂ ਮੂੰਹ ਕਾ ਕਿਆ ਭਾਵ ਆ ਦੁਨੀਆ ਵਾਸਤੇ। ਜਿਹੜਾ ਮਨਮੁਖ ਪੱਥਰ ਹੈ, ਜੋ ਤੁਸੀਂ ਬੋਲੀ ਜਾਓਗੇ ਉਹਦੇ ਤਾਂ ਇੱਧਰ ਕੰਨ ਜਾਈ, ਇੱਧਰ ਹਿੱਲਣ ਦੀ ਹਵਾ ਹੀ ਉਹਦੇ ਵਾਸਤੇ। ਉਹਦੇ ਵਾਸਤੇ ਮੂੰਹ ਕਾ ਕਿਆ ਭਾਵ ਹੀ ਆ ਹਵਾ। ਉਹ ਪੱਥਰ ਮਨਮੁਖ ਭੇਜੇ ਨਾ ਭੇਜੀ, ਪੱਥਰ ਨੂੰ ਆਈ ਹੈ। ਪੱਥਰ ਨਹੀਂ ਪਸੀਜਦਾ ਹੁੰਦਾ, ਪੱਥਰ ਨਹੀਂ ਬੋਲਦਾ। ਬੋਲੂਗਾ ਗੁਰਮੁਖ, ਉਹ ਗੁਰਮੁਖ ਨੇ ਪੜਿਆ ਧਰਮ, ਸਮਝ ਨਹੀਂ ਆਇਆ, ਸਮਝਣ ਨੂੰ ਫਿਰਦੇ ਨੇ ਬਹੁਤ ਨੇ, ਹੁਣ ਵੀ ਫਿਰਦੇ ਨੇ। ਧਰਮ ਵੱਖਰੇ ਵੱਖਰੇ ਨੇ, ਇੱਛਾ ਕਹਾਂ ਜਾਣਦੀ ਹੈ। ਬੰਦੇ ਨੇ ਵੀ ਸਾਡੀ ਇੱਛਾ ਪੂਰੀ ਨਹੀਂ ਹੋਈ, ਹੁਣ ਵੀ ਬਾਤ ਹੈ, ਸਾਰੇ ਧਰਮਾਂ 'ਚ ਨੇ, ਸਾਰੀਆਂ ਮੱਤਾਂ ਨਹੀਂ ਨੇ, ਬਥੇਰੇ ਆਦਮੀ ਨੇ, ਕਰੋੜਾਂ ਹੀ ਨੇ।
ਉਹਨਾਂ ਨੂੰ ਜਦੋਂ ਗੱਲ ਮਿਲਦੀ ਹੈ ਮੰਨ ਲੈਂਦੇ ਨੇ ਗਾਹਾਂ ਤੁਰ ਪੈਂਦੇ ਨੇ। ਤਾਂ ਇਹ ਉਨਕੀ ਬਰਕਤ ਖਾਏ ਅਸੰਖ ਕਰੋੜਾਂ ਆਦਮੀ ਹੁੰਦੇ ਨੇ, ਹਮੇਸ਼ਾ ਹੀ ਰਹਿੰਦੇ ਨੇ ਇਹਨੇ। ਸਾਰੇ ਨਹੀਂ ਪੱਥਰ ਬਣਦੇ, ਪੱਥਰ ਤਾਂ ਕੁਛ ਆਦਮੀ ਬਣਦੇ ਹੁੰਦੇ ਨੇ ਜਿਹੜੇ ਲੀਡਰ ਹੁੰਦੇ ਨੇ। ਉਹ ਫਿਰ ਆਪਣੀ ਜਿੱਦ ਫੜ ਲੈਂਦੇ ਨੇ ਵੀ ਸਾਡੀ ਜਿਹੜੀ ਗੱਲ ਹੈ, ਜਿਵੇਂ ਤਲਵਾੜਾ ਸੀ, ਉਹ ਕੋਕੜੂ ਸੀਗਾ, ਪਤਾ ਲੱਗ ਗਿਆ ਵੀ ਨਾਮ ਇਹ ਮਾਰੀ ਗੱਲ। ਹੁਣ ਕੀ ਕਰੀਏ, ਹੁਣ ਕਿਵੇਂ ਕਹਿ ਦਈਏ ਕੋਕੜੂ ਬਣ ਗਿਆ, ਮੈਨੂੰ ਤੇ ਆ ਗਿਆ ਨਾ। ਉਹ ਕੋਕੜੂ ਹੁੰਦੇ ਨੇ ਉਹ ਜੇ, ਫਿਰ ਕੋਕੜੂ ਸੀ ਕਿਵੇਂ ਬਣ ਲੈਂਦਾ ਉਹ। ਮੂੰਹ ਤੋਂ ਕਹਿਣਾ ਔਖਾ ਹੋ ਗਿਆ, ਪਿਛੜਾ ਔਖਾ ਹੋ ਗਿਆ, ਕਿਉਂਕਿ ਹੰਕਾਰ ਸੀ ਨਾ। ਪ੍ਰੈਸਟੀਜ ਬਣਾ ਲਿਆ ਵੀ ਅਸੀਂ ਜੋ ਕਹਿ ਬੈਠੇ ਹੁਣ, ਚਾਹੇ ਗੁਰੂ ਜੋ ਮਰਜੀ ਕਹਿੰਦਾ ਅਸੀਂ ਨਹੀਂ ਮੰਨਦੇ। ਪਰ ਜੇ ਮੰਨ ਲਾ ਸਾਡੀ ਬੇਇੱਜ਼ਤੀ ਹੈ, ਉਹਦੇ ਚ ਇੱਜ਼ਤ ਬੇਇੱਜ਼ਤੀ ਦਾ ਕੀ ਸਵਾਲ ਹੈ। ਧਰਮ ਚ ਵੀ ਇੱਜ਼ਤ ਬੇਇੱਜ਼ਤੀ ਹੁੰਦੀ ਹੈ। ਜੇ ਇੱਜ਼ਤ ਹੈ ਤੁਹਾਡੀ ਧਰਮ ਚ, ਤੁਸੀਂ ਸਮਝਣਾ ਆਪਣੀ ਵਡਿਆਈ, ਉਹ ਵਡਿਆਈ ਨਹੀਂ ਹੁੰਦੀ, ਨੀਚਤਾ ਹੁੰਦੀ ਹੈ। ਉਹ ਵਡਿਆਈ ਨਹੀਂ, ਉਹ ਨੀਚਤਾ ਹੁੰਦੀ ਹੈ, ਉਹ ਹਉਮੈ ਹੁੰਦੀ ਹੈ। ਹਉਮੈ ਨਾਮ ਦਾ ਵਿਰੋਧ ਕਰਦੀ ਹੁੰਦੀ ਹੈ, ਹਉਮੈ ਸੀ ਨਾਮ ਦਾ ਵਿਰੋਧ ਕਰਨੀ। ਹਾਂਜੀ, शंकर मौल्यो योग ध्यान, कबीर को स्वामी सब समान। देखो शंकर बोलिया दो किस्म के ने। शंकर हर देखो शंकर का हो रहा, देखो उत कतेब है और शंकर को सिर्फ ध्यान है, ग्रंथ नहीं है इन्हों को, जोगियों को ग्रंथ कोई नहीं। मुसलमानों को कतेब है, पंडित को सुमृत शास्त्र है। पंडितां विचों भी ब्रह्म ज्ञानी होए ने, मुसलमानां चों भी सिख बने ने, ब्रह्म ज्ञानी होए ने। साडे कोल सत्ता ब्रह्मंड हैगे ने, फरीद हैगा ते अपने सदना कसाई हैगा मुसलमान ने। जिन्हां दी बाणी नहीं वो तो हजारा ही ने गुरु घर च, ठीक है जी। मियां मीर हैगा, सब पता मियां मीर नूं, जे बाणी नहीं लिखी फिर की हो गया। जिहड़ा बुढ़न शाह हैगा, सारे हैगे ने, बंदे ने सारे। फरीदगढ़ कला ही है, सैकड़े ने पिछे होर, फरीद की तो बाणी लिखी गई है। जिहड़ा शंकर है वह भी बोलिया, वो भी पहुंच जाता कहाँ, यह नहीं भी वो नहीं पहुंचते, ध्यान नाल भी पहुंच जाता है, पर योग ध्यान ना पहुंचता। ध्यान योग ना, ध्यान का देना, ध्यान ज्ञान ध्यान। योग ध्यान, ध्यान योग ना, ध्यान योग हो रहा है, माया योग हो रहा है, दो किस्म का होगा और इत्थे। ध्यान योग की है, जे योग कौन करता, कैसो जग जोगी, कई कबीर कैसो जग जोगी। जोगी कैसो है, जोगी मन नहीं है। शंकर बोलियो है, शंकर अंदरले का नाम योग ध्यान, अंदरले का योग है, जोगी का है शब्द ना। चेतन मन का योग नहीं होता है, ਇਹਦਾ ਕਾਹਦਾ योग है, ਇਹ ਤਾਂ ਹੈ ਇੱਕ ਚੇਤਨ ਮਨ ਦਾ योग नहीं ਹੁੰਦਾ ਹੈ। ਉਹ ਜਿਹੜੀ ਪਹਿਲਾ ਇੱਕ ਹੈ ਇਹਦਾ ਦੋ ਹੁੰਦਾ, ਭਰਮ ਸੀ, ਭਰਮ ਦੂਰ ਹੋਇਆ। ਜੋ ਕਾਹਦਾ ਹੈ, योग नहीं ਹੈਗਾ ਇਹ, योग ਦਾ ਮਾਇਆ ਨਾ ਹੋਇਆ ਸੀ। ਆਸ ਪਾਸ ਪੰਜ ਜੋਗੀਆਂ ਬੈਠੇ, बीच ना खड़ते, ਇਹ ਤਾਂ ਮਾਇਆ ਦੇ ਤੱਤ ਜੁੜੇ ਹੋਏ ਨੇ, ਇਹਨਾਂ ਨੂੰ ਆਪਣਾ ਆਪਾ ਸਮਝਦਾ। ਇਹਦਾ ਤਾਂ ਭਰਮ ਸੀ, ਭਰਮੇ ਗਿਆ ਇਹ। ਚੇਤਨ ਮਨ ਦੀ ਏਕਤਾ ਨਾਲ ਭਰਮ ਜਾਂਦਾ, योग ਨਹੀਂ ਹੈਗਾ ਇਹ। ਆਪਣਾ ਮੂਲ ਪਛਾਣ ਸਮਾ ਗਿਆ ਉਹਦੇ ਚ। ਉਹ ਸਮਾਉਣਾ ਇੱਥੇ ਮਨ ਦੀ ਹੁਕਮ ਦੇ ਖਤਮ, योग ਜ਼ਿਆਦਾ ਜਾਂ ਦੋਵੇਂ ਬਰਾਬਰ ਰਹਿੰਦੇ ਨੇ।
ਹੁਕਮ ਵੀ ਹੈਗਾ, ਸੁਣਨ ਵਾਲਾ ਵੀ ਹੈਗਾ, ਦੋਵੇਂ ਅੱਡ ਅੱਡ ਨੇ। ਹੁਕਮ ਦੇ ਵਿੱਚ ਲੀਨ, ਹੁਕਮ 'ਚ ਖਤਮ ਨਹੀਂ ਹੁੰਦਾ ਜਾ ਕੇ, ਬੰਦਾ ਖਤਮ ਹੋ ਗਿਆ ਜਾ ਕੇ, ਬੰਦਾ ਵਿੱਚ ਸਮਾ ਗਿਆ ਜਾ ਕੇ। ਬਸਤ ਮਾਏ ਲੈ ਬਸਤ ਗੜਾਈ ਤਾਕੋ ਭਿੰਨ ਨਾ ਕਹਿਣਾ ਜਾਈ, ਭਿੰਨ ਨਹੀਂ ਕਹਿ ਸਕਦੇ ਉਹਨੂੰ। ਬਹੁਤ ਬਰੀਕ ਨੁਕਤਾ ਹੈ ਇੱਥੇ ਯੋਗ ਦੇ ਉੱਤੇ। ਹਾਂਜੀ ਅੱਗੇ ਬੋਲ। ਸ਼ੰਕਰ ਮੌਲਿਓ ਯੋਗ ਧਿਆਨ ਜੇ ਤਾਂ ਸਭ ਸਮਾਨ, ਜੇ ਤਾਂ ਅੰਦਰਲੇ ਨੇ ਜੋ ਕੀਤਾ ਸ਼ਬਦ ਨਾਲ, ਫਿਰ ਤਾਂ ਬੋਲਿਆ ਯੋਗ ਧਿਆਨ ਨਾਲ। ਜੇ ਮਾਇਆ ਨਾਲ ਜੋ ਕੀਤਾ ਫਿਰ ਨਹੀਂ ਬੋਲਿਆ। ਆਊਗਾ ਅੱਗੇ ਕਬੀਰ ਕੋ ਸੁਆਮੀ ਸਭ ਸਮਾਨ। ਕਬੀਰ ਕੋ ਸੁਆਮੀ, ਹੁਣ ਕਬੀਰ ਦਾ ਸੁਆਮੀ ਹੈਗਾ। ਹਾਂ, ਕਬੀਰ ਦਾ ਸੁਆਮੀ ਜਿਹੜਾ ਅੱਗੇ ਆ ਉਹ ਸ਼ਬਦ ਗੁਰੂ ਹੈ। ਉਹਦੇ ਵਾਸਤੇ ਸਾਰੇ ਸਮਾਨ ਨੇ। ਕੋਈ ਮਤ ਹੋਵੇ, ਚਾਹੇ ਕੋਈ ਮੁਸਲਮਾਨ ਹੋਵੇ, ਚਾਹੇ ਕੋਈ ਜੋਗੀ ਹੋਵੇ, ਚਾਹੇ ਕੋਈ ਪੰਡਤ ਹੋਵੇ, ਚਾਹੇ ਕੋਈ ਵੀ ਹੋਵੇ, ਉਹਦੇ ਵਾਸਤੇ ਤਾਂ ਅਧਿਕਾਰੀ ਹੋਵੇ ਉਹ ਉਹਨੂੰ ਮਿਲ ਜਾਂਦਾ। ਅਧਿਕਾਰੀ ਹੋਵੇ, ਸੰਤੋਖੀ ਹੋਵੇ, ਰਾਮ ਨੂੰ ਮਿਲ ਜਾਂਦਾ। ਉਹ ਤਾਂ ਪ੍ਰਸ਼ਾਦ ਜਿਹੜਾ ਉਹਦੇ ਦੁਆਰੇ ਤੇ ਜਾਂਦਾ ਸਭ ਨੂੰ ਮਿਲ ਜਾਂਦਾ। ਉਹਨੂੰ ਨਹੀਂ ਹੈ ਥੱਲੇ ਤੇ ਬਾਣਾ ਕਿਹਾ ਜਾ ਨਹੀਂ ਹੈਗਾ। ਉਹਦੇ ਸਭ ਸਮਾਨ ਨੇ, ਉਹਦੇ ਵਾਸਤੇ ਕੋਈ ਨਹੀਂ ਹੈਗਾ। ਕਬੀਰ ਦੇ ਸੁਆਮੀ ਨੂੰ ਸਾਰੇ ਬਰਾਬਰ ਨੇ। ਇੱਕ ਸਾਨੂੰ ਹੋਊਗਾ ਡੱਡ ਵੀ ਜੋਗੀ ਹੋਰ ਨੇ, ਸਿੱਖ ਹੋਰ ਨੇ, ਇਹ ਹੋਰ ਨੇ, ਉਹ ਹੋਰ ਨੇ। ਜਾਂ ਸੰਤੋਖੀ ਹੋ ਗਿਆ, ਜਿਹੜੇ ਦੁਆਰੇ ਦੀ ਵੀ ਸੰਤੋਖੀ ਹੋ ਗਿਆ, ਸੰਤੋਖ ਦਾ ਦਰਵਾਜ਼ਾ ਟੱਪ ਕੇ ਅੰਦਰ ਆ ਗਿਆ। ਅੰਦਰਲਾ ਹਾਲ ਇੱਕੋ ਹੀ ਹੈ। ਦਰਵਾਜ਼ੇ ਹਾਲ ਦੇ ਵਿੱਚ ਅੱਡ ਅੱਡ ਨੇ। ਬਾਹਰੋਂ ਲੈਣਾ ਨੇ ਤੁਹਾਡੀਆਂ ਲੱਗੀਆਂ ਹੋਈਆਂ, ਲੈਣਾ ਤਾਂ ਬਾਹਰ ਨੇ ਆਪਣੀਆਂ ਲੱਗੀਆਂ ਹੋਈਆਂ। ਸੱਚਖੰਡ ਦੇ ਵਿੱਚ ਲੈਣ ਨਹੀਂ ਹੋਈ। ਜਿਹੜਾ ਵੜ ਗਿਆ ਦੁਆਰੇ ਸਾਰੇ ਇੱਕੋ ਹੀ ਹੈ। ਫਿਰ ਉਹਨਾਂ ਦਾ ਵਿਹੜਾ ਇੱਕੋ ਹੀ ਹੈ। ਸੱਚਖੰਡ ਵਾਲਾ ਤਾਂ ਇੱਕੋ ਹੀ ਵਿਹੜਾ, ਉੱਥੇ ਵੱਡ ਹੈ ਹੀ ਨਹੀਂ ਕੋਈ ਆ ਗਿਆ ਉੱਥੇ, ਸਾਰੇ ਇੱਕੋ ਹੀ ਨੇ। ਉੱਥੇ ਤਾਂ ਆਤਮਾ ਨੇ ਜਾਣਾ, ਉੱਥੇ ਕਿਹੜਾ ਸਰੀਰ ਨੇ ਜਾਣਾ, ਆਤਮਾ ਨੇ ਜਾਣਾ ਉੱਥੇ ਤਾਂ। ਸ਼ੰਕਰ ਬੋਲਿਓ ਯੋਗ ਧਿਆਨ ਕਬੀਰ ਕੋ ਸੁਆਮੀ ਸਭ ਸਮਾਨ। ਪਰ ਅੰਦਰ ਵਾਲੇ ਤਾਂ ਸਾਰੇ ਸਮਾਨ ਨੇ, ਉੱਥੇ ਕੋਈ ਫਰਕ ਨਹੀਂ। ਜਿਹੜੇ ਦੁਆਰੇ ਸਿੰਘ ਵੜ ਗਿਆ ਉੱਥੇ ਨਹੀਂ ਪਛਾਣ ਹੈ ਕਿਹੜੇ ਦੁਆਰੇ ਸਿੰਘ ਆਇਆ। ਫਿਰ ਜਾ ਕੇ ਉੱਥੇ ਕੋਈ ਜੋਗੀ ਨਹੀਂ ਹੈ, ਕੋਈ ਖਾਲਸਾ ਨਹੀਂ, ਕੋਈ ਕੁਝ ਨਹੀਂ, ਸਾਰੇ ਇੱਕੋ ਹੀ ਨੇ ਉੱਥੇ। ਅੰਦਰ ਨਹੀਂ ਪਛਾਣ ਹੈ ਕਿਸੇ ਦੀ। ਪਛਾਣ ਬਾਹਰੇ ਪਛਾਣ ਤਾਂ ਜਿੰਨਾ ਚਿਰ ਸਰੀਰ ਉਹਨਾਂ ਚਿਰ ਬਾਅਦ ਦੀ ਕਾਹਦੀ ਪਛਾਣ। ਬਾਅਦ ਦੇ ਵਿੱਚ ਕੀ ਪਛਾਣ ਹੈ ਇਹਦੀ? ਬਾਅਦ ਦੇ ਵਿੱਚ ਤਾਂ ਇਹ ਪਛਾਣ ਵੀ ਕਾਲਾ ਕਿੰਨਾ, ਚਿੱਟਾ ਕਿੰਨਾ। ਕੋਈ ਦਾਗ ਤਾਂ ਨਹੀਂ ਹੈ, ਕੋਈ ਦਾਗ ਤਾਂ ਨਹੀਂ ਰਹਿ ਗਿਆ। ਬਾਕੀ ਕੱਪੜੇ ਦਾ ਦਾਗ ਹੀ ਦੇਖਿਆ ਜਾਂਦਾ ਹੈ। ਜਦੋਂ ਹੁਣ ਆਪਾਂ ਕੱਪੜਾ ਲਾਵਾਂਗੇ ਥੋੜੀ ਜੇ ਕਿਤੇ ਦਾਗ ਹੋ ਲੈਂਦੇ ਆਪਾਂ ਕਹਿੰਦੇ ਵੀ ਇਹ ਦਾਗੀ ਹੈ ਤੇ ਟੋਕ ਲੱਗੀ ਹੈ, ਇੱਥੇ ਤਾਂ ਲੈਣਾ ਨਹੀਂ। ਦਾਗੀ ਨੂੰ ਕੌਣ ਲੈਂਦਾ? ਦਾਗੀ ਨਹੀਂ ਐਕਸੈਪਟ ਹੈਗਾ ਅੰਦਰ। ਜਦ ਉਹ ਅਵਸਥਾ ਚਲੇ ਜਾਂਦਾ ਫਿਰ ਕੀ ਹੋ ਜਾਂਦਾ? ਪਹਿਲਾ ਕਦੇ ਨਾ ਹੋ ਬਈ ਨਾ ਲੱਗੇ ਦਾਗਾ। ਬਸ ਉਹ ਐਸ ਅਵਸਥਾ ਵਾਲੇ ਨੂੰ ਅੰਦਰ ਬਾੜਦੇ ਨੇ, ਪਹਿਲਾਂ ਨਹੀਂ ਬਾੜਦੇ। ਜਿਹਨੂੰ ਦਾਗ ਲੱਗਣ ਦੀ ਸੰਭਾਵਨਾ ਹੋਵੇ ਜਾਂ ਦਾਗ ਹੋਵੇ ਜਿਹਦਾ, ਤੇ ਉਹ ਨਹੀਂ ਅੰਦਰ ਵੜ ਸਕਦਾ। ਜਿਹੜਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਉਹ ਅੰਦਰ ਜਾਂਦਾ। ਉਹ ਤਾਂ ਪਹਿਲਾਂ ਬਾਹਰ ਹੁੰਦਾ। ਉਹ ਦਾਗ ਲਾ ਕੇ ਦੇਖ ਲਿਆ, ਜੇ ਦਾਗ ਲੱਗ ਗਿਆ ਕਹਿੰਦੇ ਬਾਹਰ ਰੱਖੋ ਹਲੇ ਇਹਨੂੰ, ਫਿਰ ਬਾਹਰ ਰੱਖੋ। ਇਹ ਮਾਰਕੀਟ ਭੇਜਣ ਵਾਲਾ ਨਹੀਂ ਹੈਗਾ। ਰਿਜੈਕਟ ਪੀਸ ਹੈ, ਰਿਜੈਕਟ ਹੋ ਜਾਂਦਾ ਹੈ। ਖੋਟਾ ਨਾ ਜਾਏ, ਖੋਟੇ ਸਿੱਟੀਆਂ ਨਾ ਬਾਰ-ਬਾਰ। ਹਾਂਜੀ ਪੰਡਤ ਜਨ ਮਾਤੇ ਪੜ ਪੁਰਾਣ। ਆ ਦੇਖੋ ਹੁਣ ਪੰਡਤ ਆ ਗਏ। ਪਹਿਲਾਂ ਸਿਮਰਤੀ ਕਿਹਦੀ ਹੈ? ਪੰਡਤ ਦੀ ਹੈ ਨਾ, ਪੰਡਤ ਦੀ ਹੈ ਨਾ। ਇੱਥੇ ਹੁਣ ਗੁਰੂ ਬਣਦਾ ਆ ਕੇ। ਜੇ ਤਾਂ ਹੈਗਾ ਗੁਰਮੁਖ ਸਿਮਰਤੀ ਪੜਦਾ ਹੁੰਦਾ ਤਾਂ ਬੋਲਿਆ। ਜਦ ਸੁਣ ਲਈ ਗੱਲ ਗਾਂ ਦੀ, ਉਹਦੇ ਤੇ ਅਸਰ ਪੈ ਗਿਆ। ਬੋਲੇ ਦਾ ਮਤਲਬ ਹੈ ਜਦ ਨਾਮ ਸੁਣਿਆ ਨਾਮ ਚ ਭਿੱਜ ਗਿਆ। ਬੋਲਣ ਦਾ ਮਤਲਬ ਭਿੱਜਣਾ ਹੀ, ਹੋਰ ਕੁਛ ਨਹੀਂ ਹੈ। ਕੁਰਾਨ ਪੜਦਾ ਅਗਲੀ ਗੱਲ ਸੁਣਨੀ ਕੁਰਾਨ ਤੋਂ ਭਿੱਜ ਗਿਆ। ਯੋਗ ਸਾਧਨਾ ਕਰਦਾ ਪਤਾ ਲੱਗ ਗਿਆ ਵੀ ਯੋਗ ਬਾਹਰ ਨਹੀਂ ਅੰਦਰ ਹੁੰਦਾ, ਸ਼ਬਦ ਨਾਲ ਹੁੰਦਾ। ਭਿੱਜ ਗਿਆ, ਉਹ ਪਹਿਲਾਂ ਛੱਡਤਾ। ਇਹ ਬੋਲ ਲਿਆ, ਉਹ ਤਾਂ ਬੋਲ ਗਏ। ਰਾਹ ਬਦਲ ਗਿਆ, ਅੱਗੇ ਚਲਾ ਗਿਆ ਉਦੋਂ। ਤੇ ਜੇ ਰਹਿ ਗਿਆ ਗੋਗਲੂ, ਭਿੱਜਿਆ ਨਹੀਂ, ਫਿਰ ਨਹੀਂ ਕਰਦਾ ਉਹ। ਫਿਰ ਬਣ ਗਿਆ ਪੱਥਰ। ਫਿਰ ਉਹ
ਉਹ ਦਾਣਾ ਹੁੰਦਾ ਹੋਇਆ ਵੀ ਪੱਥਰ ਹੈ, ਦੰਦ ਨੂੰ ਦੱਸ ਦਿੰਦਾ ਵੀ ਮੈਂ ਥੱਲੇ ਆਇਆ, ਤੂੰ ਮੈਨੂੰ ਭੰਨੇਗਾ ਕਿ ਮੈਂ ਤੈਨੂੰ ਭੰਨੂਗਾ। ਦੰਦ ਤਕੜਾ ਤਾਂ ਉਹਨੂੰ ਭੰਨ ਦਿੰਦਾ, ਉਹ ਤਕੜਾ ਤਾਂ ਦੰਦ ਨੂੰ। ਫਿਰ ਬਾਹਰ ਕੱਢ ਕੇ ਸੁਣਨਾ ਪੈਂਦਾ ਕਮਜ਼ੋਰ ਦੰਦਾਂ ਵਾਲੇ ਨੇ। ਹਾਂਜੀ, ਪੰਡਤ ਜਨ ਮਾਤੇ ਪੜ ਪੁਰਾਣ। ਪੜ ਪੁਰਾਣ, ਜੇ ਕੱਲੀ ਸਿਮਰਤੀ ਪੜੀ ਹੈ ਤਾਂ ਮੋਲ ਸਕਦਾ, ਜੇ ਨਾਲ ਪੁਰਾਣ ਪੜ ਲੈ ਮੋਲ ਸਕਦਾ ਹੀ ਨਹੀਂ ਹੈ। ਕੱਲੀ ਸਿਮਰਤੀ ਜੇ ਪੜੀ ਹੈ, ਕੱਲੀ ਸਿਮਰਤੀ, ਜਦ ਸਿਮਰਤੀ ਤੋਂ ਸ਼ਾਸਤਰ ਬਣਾਇਆ, ਸ਼ਰਾਰਤ ਜਦ ਕੀਤੀ ਹੈ ਪੰਡਤ ਨੇ। ਇੱਥੋਂ ਅੱਡ ਕਰਨਾ ਦੁੱਧ ਜੋ ਪਾਣੀ। ਹੁਣ ਕੱਲੀ ਸਿਮਰਤੀ ਵਿੱਚ ਸੱਚ ਹੈ, ਕੱਲੀ ਸਿਮਰਤੀ ਕਹਿੰਦੇ ਗਊ ਦਾ ਮਾਲ ਖਾਂਦਾ ਅੰਦਰ, ਸ਼ਾਸਤਰ ਨਹੀਂ ਕਹਿੰਦੇ। ਕੱਲੀ ਸਿਮਰਤੀ ਕਹਿੰਦੇ ਸ਼ਰਾਬ ਪੀਂਦਾ ਅੰਦਰ, ਸ਼ਾਸਤਰ ਨਹੀਂ ਕਹਿੰਦੇ। ਸ਼ਾਸਤਰਾਂ 'ਚ ਬਦਲ ਲਿਆ, ਇਹ ਤਾਂ ਇਹਨਾਂ ਦੀ ਕਲਮਾ ਰੋਜ਼ ਬਦਲੀ ਹੋ ਜਾਏ। ਸਿਮਰਤੀ ਵਿੱਚ ਕੁਛ ਹੋਰ ਹੈ, ਸ਼ਾਸਤਰਾਂ 'ਚ ਕੁਛ ਹੋਰ ਹੈ। ਪੰਡਤ ਕਦ ਵਿਗੜੇ ਕਦ ਨੇ, ਪੰਡਤ ਹੰਕਾਰੀ ਕਦ ਹੋਏ ਨੇ? ਪੜ ਪੰਡਤ ਜਨ ਮਾਤੇ ਪੜ ਪੁਰਾਣ, ਜੋਗੀ ਮਾਤੇ ਜੋਗ ਧਿਆਨ। ਬਾਤੇ ਕਦ ਨੇ ਪੰਡਤ? ਹੰਕਾਰੀ ਕਦ ਹੋ ਗਏ? ਪੁਰਾਣ ਪੜ੍ਹ ਕੇ ਹੰਕਾਰੀ ਹੋ ਗਏ, ਸਾਖੀਆਂ ਪੜ੍ਹ ਕੇ ਜਿਹੜੀਆਂ ਲਿਖ ਦਿੱਤੀਆਂ ਨਾ, ਬਈ ਉਹ ਇੱਕ ਲੱਤ ਭਾਰ ਹੋ ਕੇ ਖੜ ਗਿਆ। ਜੋ ਇਹਨਾਂ ਨੇ ਬ੍ਰਹਮ ਗਿਆਨ ਦੇ ਉੱਤੇ ਲਾਂਛਨ ਲਾ ਕੇ ਉਲਟੇ ਰਾਹ ਪਾਇਆ ਪੁਰਾਣਾ 'ਚ, ਉਹਦੇ ਨਾਲ ਹੰਕਾਰੀ ਹੋ ਗਿਆ ਪੰਡਤ। ਬਾਤੇ ਹੰਕਾਰੀ ਹੋ ਗਏ ਪੰਡਤ। ਪੜ ਪੁਰਾਣ, ਪੁਰਾਣ ਪੜ੍ਹ ਪੜ੍ਹ ਕੇ ਪੰਡਤ ਹੰਕਾਰੀ ਹੋਏ ਨੇ, ਸਿਮਰਤੀ ਪੜ੍ਹ ਕੇ ਹੰਕਾਰੀ ਨਹੀਂ ਸੀ ਹੋਏ। ਜੋਗੀ ਮਾਤੇ ਜੋਗ ਧਿਆਨ। ਜੋਗੀ ਮਾਤੇ ਜੋਗ ਧਿਆਨ, ਜੋਗੀ ਕਦ ਹੰਕਾਰੀ ਹੋ ਗਏ? ਨਾਮ ਸੁਣ ਲਿਆ, ਸਾਰਾ ਕਥਾ ਸੁਣ ਲਈ ਨਾਨਕ ਤੇ ਅਰ ਭਗਤਾਂ ਤੇ, ਕਹਿੰਦੇ ਜੋਗ ਨਹੀਂ ਛੱਡਣਾ। ਜੋਗ ਧਿਆਨ ਹੈ, ਇਹ ਕੱਲਾ ਧਿਆਨ ਨਹੀਂ ਹੈ। ਗਿਆਨ ਧਿਆਨ ਨਹੀਂ, ਜੋਗ ਧਿਆਨ। ਜੋਗ ਧਿਆਨ ਕਰਦਾ ਹੈ ਜਦੋਂ ਮਨ ਜਿਹੜਾ ਹੈ ਧਿਆਨ ਧਾਰਦਾ, ਮਨ ਦੇ ਲੈਵਲ ਤੇ ਧਿਆਨ ਹੈ, ਉਹ ਮਾਤੇ ਹੈ। ਜੇ ਮਨ ਦੇ ਲੈਵਲ ਤੇ ਗਿਆਨ ਲੈਂਦਾ, ਚਿੱਤ ਦੇ ਲੈਵਲ ਤੇ ਧਿਆਨ ਧਾਰਦਾ ਹੈ, ਜੋਗ ਚਿੱਤ ਕਰਦਾ ਹੈ ਸ਼ਬਦ ਨਾਲ। ਮਨ ਗਿਆਨ ਲੈ ਕੇ ਮਰਦਾ ਹੈ। ਮਨ ਇਹ ਤਾਂ ਮਨ ਤਾਂ ਜੋ ਕਰਦਾ। ਜੋਗੀ ਕਿਵੇਂ ਮਾਤੇ ਨੇ? ਉਹ ਜੋਗ ਤਾਂ ਮਾਇਆ ਨਾਲ ਹੋਇਆ ਹੋਇਆ, ਜੋਗੀ ਨਹੀਂ ਸੀ ਆਉਣਾ ਉਹਨਾਂ ਨੇ, ਬੈਰਾਗੀ ਹੋਣਾ ਸੀ ਪਹਿਲਾਂ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਪਹਿਲਾਂ ਜੇ ਬੈਰਾਗੀ ਹੈ ਜੋਗੀ ਬਾਅਦ ਚ। ਜਿੰਨਾ ਚਿਰ ਮਨ ਬੈਰਾਗੀ ਨਹੀਂ ਹੁੰਦਾ, ਚਿੱਤ ਜੋਗੀ ਨਹੀਂ ਹੋ ਸਕਦਾ ਉਹਨਾਂ ਚਿਰ। ਜੇ ਮਨ ਮਾਇਆ ਛੱਡਦਾ ਹੀ ਨਹੀਂ, ਜੋਗੀ ਕਿਵੇਂ ਹੋ ਜੂਗਾ? ਸ਼ਬਦ ਨਾਲ ਕਿਵੇਂ ਜੁੜ ਜੂਗਾ? ਆ ਗੁਰਜਾ ਸਾਰੀ ਜੋਗ ਦੀ, ਇਹ ਸਿੱਧੇ ਜੋਗ ਕਰਦੇ ਨੇ। ਮਨ ਦੇ ਲੈਵਲ ਤੇ ਜੋਗ ਤਾਂ ਮਾਇਆ ਨਾਲ ਹੋਇਆ ਹੀ ਹੋਇਆ, ਹੋਰ ਜੋਗ ਤਾਂ ਕਾਹਦਾ ਕਰਨਾ? ਮਨ ਤਾਂ ਪਹਿਲਾਂ ਹੀ ਮਾਇਆ ਨਾਲ ਫਸਿਆ ਹੈ, ਜੁੜਿਆ ਹੈ। ਜੋਗ ਤਾਂ ਪਹਿਲਾਂ ਹੀ ਹੋਇਆ ਹੈ। ਆਹੀ ਜੋ ਕਰਾ ਰਹੇ ਆ ਸਾਰੇ, ਰਾਮਦੇਵ ਵੀ ਇਹੀ ਜੋ ਕਰਾ ਰਿਹਾ ਮਾਇਆ ਦਾ ਐਕਸਰਸਾਈਜ਼ ਆ ਮਾਇਆ ਦੀ, ਹੋਰ ਕੀ ਹੈ? ਉਹ ਸਰੀਰ ਦੀਆਂ ਬਿਮਾਰੀਆਂ ਨੇ, ਇਹਦੇ ਨਾਲ ਧਰਮ ਦਾ ਕੀ ਸੰਬੰਧ ਹੈ? ਫਿਰ ਆਇਆ ਕਿੱਥੇ ਨੂੰ? ਸਿਆਸਤ ਨੂੰ ਫੋੜ ਆ ਗਿਆ, ਉੱਥੇ ਹੀ ਆ ਗਿਆ ਨਾ, ਉੱਥੇ ਹੀ ਸਿਆਸਤ ਦੇ ਵਿੱਚ। ਜੇ ਸਿਆਸਤ ਜਾਣਾ ਕੱਪੜੇ ਲਾ ਲਵੇ ਸਾਦਾ ਵਾਲੇ, ਕਿਉਂ ਬਦਨਾਮ ਕਰਦਾ? ਚਲਾ ਜਾਵੇ ਸਿਆਸਤ ਦਾ ਕੱਪੜੇ ਲਾ ਦੇਵੇ, ਆ ਫਰਾਡ ਦੇ ਕੱਪੜੇ ਲਾ ਦੇਵੇ। ਉਹ ਮੈਂ ਧਾਰਮਿਕ ਆਦਮੀ ਹਾਂ, ਇਹ ਤਾਂ ਫਰਾਡ ਹੈ, ਧਰਮ ਨੂੰ ਤਾਂ ਫਰਾਡ ਕੀਤਾ ਹੋਇਆ ਉਹਨੇ। ਮਗਰ ਲਾਣੇ ਦੇ ਬੇਵਕੂਫ ਆਦਮੀ ਲਾ ਲੈ, ਮਗਰ ਹਟ ਜਾਣਗੇ, ਨਿਕਲ ਜੂਗਾ। ਏਦਾਂ ਨਹੀਂ ਲੋਕ ਮਗਰ ਲੱਗਦੇ। ਸਿਆਸਤ ਬਹੁਤ ਔਖੀ ਗੱਲ ਹੈ। ਇਹਨੂੰ ਭਾਵੇਂ ਵੀ ਜਿੰਨਾ ਇਕੱਠ ਹੋ ਜਾਂਦਾ, ਮੈਨੂੰ ਵੋਟਾਂ ਖਸੂੜ ਖਾਲੀ ਨਿਕਲਣਗੀਆਂ, ਪਤਾ ਲੱਗ ਜੂ ਜਦੋਂ ਜਾਊਗਾ ਮੈਦਾਨ ਚ।
ਜੋਗੀ ਮਾਤੇ ਜੋਗ ਧਿਆਨ ਜੋਗ ਧਿਆਨ। ਉਹ ਜੋਗ ਤਾਂ ਪਹਿਲਾਂ ਹੀ ਹੋਇਆ ਹੈ, ਮਾਇਆ ਨਾ ਮਾਨ ਮਾਇਆ ਮੈਂ ਫਸ ਰਹੇ ਹੋ। ਜੇ ਬੈਰਾਗ ਕਰਦਾ ਮਾਇਆ ਤੋਂ ਫਿਰ ਜੋ ਕਰਨਾ ਸੀ, ਪਰ ਜੇ ਕੱਲਾ ਬੈਰਾਗ ਕੀਤਾ ਉਹ ਵੀ ਗਲਤ ਹੈ। ਇਹਨਾਂ ਨੇ ਕੱਲੇ ਬੈਰਾਗ ਦਾ ਉਪਦੇਸ਼ ਕੀਤਾ ਅੱਗੇ ਜਾ ਕੇ, ਉਹ ਖੰਡਨ ਕਰਦਾ ਗੁਰਬਾਣੀ ਨੇ। ਬਣ ਕਿਉਂ ਬੈਰਾਗ ਕਰੇਗਾ ਤੇ ਬੈਰਾਗ ਮਾਨੇ ਕਰ ਲੈਣਾ, ਉਹ ਮਾਨੇ ਜੋਗ ਨਹੀਂ ਕਰਨਾ, ਮਾਨੇ ਬੈਰਾਗ ਕਰਨਾ। ਜੋਗ ਤਾਂ ਪਹਿਲਾਂ ਐਵੇਂ ਕੀਤਾ ਹੈ ਜਬੜ ਦਾ, ਜੋਗ ਤਾਂ ਛੱਡਦਾ ਨਹੀਂ, ਮਾਇਆ ਨੂੰ ਤਾਂ ਛੱਡਦਾ ਨਹੀਂ। ਮਾਇਆ ਦਾ ਭਰੀ ਫਿਰਦਾ ਮੁੱਠੀ, ਉਹ ਮਾਇਆ ਦੀ ਮੁੱਠੀ ਤਾਂ ਛੱਡਦਾ ਨਹੀਂ, ਇਹ ਤਾਂ ਛਡਾਉਣੀ ਹੈ। ਜੋਗ ਤਾਂ ਛਡਾ ਕੇ ਬੈਰਾਗ ਤਾਂ ਪਹਿਲਾਂ ਕਰਾਉਣਾ ਹੈਗਾ, ਪਹਿਲਾਂ ਇਹਨੂੰ ਬੈਰਾਗੀ ਬਣਾਉਣਾ। ਮਾਇਆ ਛੱਡ ਦੇਵੇ ਉਹਦੇ ਬਾਅਦ ਜੋਗ ਹੋਣਾ। ਮਾਇਆ ਛੱਡ ਕੇ ਇਹਨੇ ਜੋਗ ਨਹੀਂ ਹੋਣਾ, ਮਾਇਆ ਛੱਡ ਕੇ ਤਾਂ ਇੱਕ ਹੋਣਾ ਇਹਨੂੰ। ਮਾਇਆ ਛੱਡ ਕੇ ਇਹਦੀ ਮੌਤ ਹੈ, ਮਰਨਾ ਹੈ, ਇਹਨੂੰ ਮ੍ਰਿਤੂ ਦਾ ਪਦ ਕਹਿੰਦੇ ਨੇ। ਉਹ ਕਬੀਰ ਕਹਿੰਦਾ ਮਰੂ ਤੋਂ ਹਰ ਕੇ ਵਾਰ ਮਰਿਆ ਹੀ ਹੈ, ਮਾਇਆ ਛੱਡ ਕੇ ਇੱਕੇ ਹੋਇਆ। ਜੋਗ ਨਾਲ ਜਿਉਂਦਾ ਹੋਣਾ ਨੇ, ਜੋਗ ਦਾ ਜਿਉਂਦਾ ਕਰਦਾ ਹੈ ਸ਼ਬਦ ਨਾਲ ਜੁੜ ਕੇ। ਨਾ ਮਿਲੇ ਜਾਂ ਨਾ ਮਿਲੇ ਤਾਂ ਜੀਵਾ, ਨਾਮ ਨਾਲ ਜੋਗ ਹੋਊਗਾ ਜਿਉਂਦਾ ਹੋਊਗਾ। ਇਹ ਮਰ ਕੇ ਮਰਿਆ ਹੋਇਆ ਇੱਕ ਹੋਇਆ ਜੰਮੂ ਦਾ। ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ। ਮੈਂ ਬੈਰਾਗੀ ਨਹੀਂ ਰਹਾ, ਮੈਂ ਮਰਿਆ ਹੋਇਆ ਨਹੀਂ ਰਹਿਣਾ, ਮੈਂ ਜਿਉਂਦਾ ਹੋਊਗਾ। ਮੇਰਾ ਸਤਿਗੁਰ ਪੂਰਾ ਹੈ, ਮੈਨੂੰ ਜਿਉਂਦਾ ਕਰੂਗਾ। ਉਹ ਸਤਿਗੁਰ ਪੂਰੇ ਨਹੀਂ ਸੀ ਜਿਹਨੇ ਕੱਲਾ ਬੈਰਾਗ ਕਰਾਇਆ ਸੀ। ਕੱਲੇ ਬੈਰਾਗ ਦਾ ਉਪਦੇਸ਼ ਦੇਣ ਵਾਲਾ ਪੂਰਾ ਸਤਿਗੁਰ ਨਹੀਂ ਸੀ। ਪੂਰਾ ਸਤਿਗੁਰ ਕਹਿੰਦਾ ਸਤਿਗੁਰ ਮੇਰਾ ਮਾਰ ਜਵਾਲੇ, ਜਿਹੜਾ ਮਾਰ ਕੇ ਜਿਉਂਦਾ ਕਰਦਾ ਪੂਰਾ ਸਤਿਗੁਰ ਹੈ। ਗੁਰਬਾਣੀ ਦਾ ਗਿਆਨ ਪੂਰਾ ਮਾਰ ਕੇ ਜਿਉਂਦਾ ਕਰਦਾ ਹੈ। ਪਹਿਲਾਂ ਬੈਰਾਗ ਕਰਾਉਂਦਾ, ਮਾਇਆ ਨੂੰ ਤੋੜਦਾ, ਫਿਰ ਆਦ ਸੱਚ ਨਾਲ ਜੋੜਦਾ, ਫਿਰ ਆਪਣੇ ਫਿਰ ਸ਼ਬਦ ਗੁਰੂ ਨਾਲ ਜੋੜਦਾ, ਫਿਰ ਇੱਕ ਕਰਦਾ। ਪਹਿਲਾਂ ਇੱਕ ਹੁੰਦਾ, ਫਿਰ ਬਿਰਸ਼ ਰੂਪ ਹੁੰਦਾ, ਫਿਰ ਉੱਧਰ ਬਿਰਸ਼ ਰੂਪ ਦੀ ਨਿਸ਼ਾਨੀ ਹੈ, ਫਿਰ ਗਿਆਨ ਦਿੰਦਾ ਹੈ, ਫਿਰ ਕੁਝ ਬੋਲਦਾ, ਫਿਰ ਉਹ ਉਪਦੇਸ਼ ਦਿੰਦਾ ਸਾਰਾ ਜਿਹਦੇ ਨਾਲ ਇਹ ਅਵਸਥਾ ਆਪ ਪ੍ਰਾਪਤ ਕੀਤੀ ਹੈ। ਗਿਆਨ ਕਾਹਦਾ ਦਿੰਦਾ? ਮਰ ਕੇ ਜਿਉਂਦਾ ਕਿਵੇਂ ਹੋਈਦਾ, ਸਾਰੀ ਕਹਾਣੀ ਕੀ ਹੈ ਇਹ ਸਾਰੀ ਬਿਆਨ ਕਰਦਾ, ਫਿਰ ਉਹ ਬਿਆਨ ਸਮਝਾਉਂਦਾ। ਇਹ ਉਹਦਾ ਸਮਝ ਨਿਸ਼ਾਨੀ ਹੈ, ਜਿਉਂਦੇ ਹੋਏ ਦੀ ਨਿਸ਼ਾਨੀ ਹੈ। ਜਿਉਂਦਾ ਹੋਊ ਤਾਂ ਬੋਲੂਗਾ, ਤੇ ਮਰਿਆ ਤਾਂ ਫਿਰ ਗੱਲ ਹੀ ਨਾ ਕਰ ਸਕਦਾ। ਮਰੇ ਨੂੰ ਤਾਂ ਕਹਿੰਦੇ ਨਹੀਂ ਉੱਠ ਕੇ ਕੋਈ ਗੱਲ ਤਾਂ ਕਰ, ਵੀ ਤੂੰ ਬੋਲਦਾ ਸਹੀ। ਮਰੇ ਨੂੰ ਕਹਿੰਦੇ ਨੇ ਬੋਲ, ਜੇ ਉੱਠ ਕੇ ਬੋਲ ਪਵੇ ਜਿਉਂਦਾ, ਫਿਰ ਕਦੋਂ ਮਰਿਆ ਹੈ? ਫਿਰ ਮਰਿਆ ਕਿ ਥੋੜਾ ਹੋ ਬੋਲਣ ਲੱਗ ਗਿਆ। ਉਹ ਚਾਹੇ ਪਿਆ ਹੀ ਬੋਲੇ, ਜਿਉਂਦਾ ਤਾਂ ਹੈ। ਜੋਗ ਬੈਰਾਗ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਡਾਇਰੈਕਟ ਜੋਗ ਕਰਦੇ ਨੇ। ਬੈਰਾਗੀ ਅੱਡ ਬੈਠੇ ਨੇ, ਜੋਗੀ ਅੱਡ ਬੈਠੇ ਨੇ। ਬੈਰਾਗੀ ਮਿਲਦੀ ਹੈ ਗਿਆਨ ਬੈਰਾਗੀਆਂ ਨੂੰ। ਜਦ ਬੈਰਾਗੀ ਘਟਿਆ, ਉਹ ਬੈਰਾਗੀ ਘਟਿਆ, ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ, ਉਹ ਬੈਰਾਗੀ ਵੀ ਘਟਦਾ। ਮਤਲਬ ਜੋਗੀਆਂ ਨਾਲ ਤਾਂ ਖੈਰ ਸਾਡੀ ਸਿੱਧ ਗੋਸ਼ਟ ਬਣੀ ਹੋਈ ਹੈ, ਪਰ ਬੈਰਾਗੀ ਨੂੰ ਇੰਨੀ ਗੱਲ ਕਹੀ ਹੈ, ਬੈਰਾਗੀ ਤੋਂ ਠੀਕ ਹੈ, ਪਰ ਬੈਰਾਗੀ ਤੋਂ ਗਾਹਾਂ ਵੀ ਕੁਛ ਹੈ। ਉਹਨੂੰ ਇਸ਼ਾਰਾ ਹੀ ਕੀਤਾ, ਇਸ਼ਾਰਾ ਕੀਤਾ ਉਹਨੂੰ। ਉਹ ਬੈਰਾਗੀ ਨਕਲੀ ਨੇ, ਉਹ ਬੰਧਨ ਮਾਇਆ ਦੇ ਨਾਲੇ ਹੈ। ਮਾਇਆ ਨਾਲ ਜਿਹੜਾ ਬੈਰਾਗੀ ਹੈ ਨਹੀਂ, ਉਹ ਬੈਰਾਗੀ ਕਹਾਉਂਦਾ ਬੈਰਾਗੀ ਹੈ ਨਹੀਂ। ਜਿਹੜੇ ਮਾਇਆ ਧਾਰੀ ਨੇ ਨਾ ਸੰਤ, ਅਸਲ ਦੇ ਵਿੱਚ ਬੈਰਾਗੀ ਕਹਾਉਂਦੇ ਨੇ। ਇਹ ਬੈਰਾਗੀ ਇਹੀ ਕਹਾਉਂਦੇ ਨੇ। ਤਾਂ ਹੀ ਕਹਿੰਦਾ ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਭਾਵ। ਬੈਰਾਗੀ ਕਿਸੇ ਨੇ ਮਾਇਆ ਨਾਲ ਜੁੜੇ ਹੋਏ ਨੇ। ਬੈਰਾਗੀ ਤਾਂ ਮਾਇਆ ਦਾ ਤਿਆਗ ਹੁੰਦਾ। ਇਹਦਾ ਮਤਲਬ ਫਿਰਦੇ ਨੇ ਘਰ ਘਰ ਠੂਠਾ ਫੜੀ,
ਇਹਦਾ ਝੂਠਾ ਫੜਿਆ ਮਾਇਆ ਖਾਤਰ, ਇਹ ਕਿੱਥੇ ਬੈਰਾਗੀ ਨੇ? ਇਹਦਾ ਲੋਕਾਂ ਦੀਆਂ ਗਲੀਆਂ ਨਾਲੀਆਂ ਸਾਫ਼ ਕਰਦੇ ਫਿਰਦੇ ਨੇ, ਇਹ ਬੈਰਾਗੀ ਨੇ। ਬੈਰਾਗੀ ਹੋ ਜਾਂਦੇ ਨੇ। ਬੈਰਾਗੀ ਦਾ ਤਾਂ ਸੰਸਾਰ ਛੱਡਿਆ ਹੁੰਦਾ ਜਿਉਂਦੇ ਦਾ ਹੀ। ਜੇ ਬੈਰਾਗੀ ਆ ਜਿਉਂਦੇ ਨੇ ਸੰਸਾਰ ਛੱਡਿਆ ਹੋਇਆ ਉਹਨੇ। ਸਰੀਰ ਕਰਕੇ ਫਿਰਦਾ ਸੰਸਾਰ ਤੇ, ਮਨ ਕਰਕੇ ਸੰਸਾਰ ਤੇ ਨਹੀਂ ਰਹਿੰਦਾ ਬੈਰਾਗੀ। ਮਨ ਕਰਕੇ ਨਹੀਂ ਹੁੰਦਾ ਧਰਤੀ ਤੇ, ਉਹਨੂੰ ਬੜਾ ਕਹਿੰਦੇ ਨੇ। ਜਿਹੜਾ ਮਨ ਕਰਕੇ ਧਰਤੀ ਤੇ ਬੈਰਾਗੀ ਕਿੱਥੇ? ਉਹ ਸਰੀਰ ਕਰਕੇ ਧਰਤੀ ਤੇ ਜੁੜਿਆ ਹੋਇਆ ਤੁਰਦਾ, ਮਨ ਕਰਕੇ ਨਹੀਂ ਤੁਰਦਾ ਧਰਤੀ ਤੇ। ਬਿਲਕੁਲ ਜ਼ਮੀਨ ਤੇ ਹੈ ਹੀ ਨਹੀਂ ਉਹਦਾ ਗਗਨ ਮੰਡਲ ਦੇ ਵਿੱਚ ਰਹਿੰਦਾ ਹੈ। ਜੇ ਗਗਨ ਮੰਡਲ ਚ ਨਹੀਂ ਰਹਿੰਦਾ ਬੈਰਾਗੀ ਕਹਿੰਦਾ ਉਹਦੇ ਬਾਅਦ ਕਿਤੇ ਨਾਮ, ਉਹਦੇ ਬਾਅਦ ਤਾਂ ਸੋਝੀ ਆਉਂਦੀ ਹੈ ਬਾਣੀ ਦੀ। ਗਗਨ ਮੰਡਲ ਚ ਜੇ 20-50 ਸਾਲ ਹੋਊਗਾ, 20-30 ਸਾਲ ਹੋਊਗਾ, ਉਹਦੇ ਬਾਅਦ ਸੋਝੀ ਆਉਂਦੀ ਹੈ। 20-30 ਸਾਲ ਤੋਂ ਬਾਅਦ ਐਵੇਂ ਨਹੀਂ ਆ ਜਾਂਦੀ ਸੋਝੀ। ਇਹ ਗਗਨ ਮੰਡਲ 20 ਸਾਲ ਜਿਹੜਾ ਕੱਟ ਗਿਆ ਤਾਂ ਸੋਝ, ਜੇ ਕੱਲੇ ਨੂੰ ਹੋਵੇ ਪਰਤਾ, ਜੇ ਸੁਣ ਕੇ ਆਉਣੀ ਹੋਵੇ ਗੱਲ ਹੋਰ ਹੈ। ਜਦ ਕਬੀਰ ਵਰਗੇ ਨੂੰ ਆਈਆ ਇੰਨੇ ਸਾਲੇ ਆਊਗਾ, ਜਾਂ ਨਾਨਕ ਨੂੰ ਆਈਆ ਇੰਨੇ ਸਾਲੇ ਆਊਗਾ। ਬਾਹਰ ਵਾਲੇ ਵੀ ਕੀ ਕਰਿਆ, ਬਾਹਰ ਵਾਲੇ ਤਾਂ ਪੱਕੀ ਪਕਾਈ ਮਿਲ ਗਈ। ਇੱਕ ਨੇ ਚੁੱਲ੍ਹਾ ਬਣਾਇਆ, ਸਾਰੇ ਡੱਕੇ ਇਕੱਠੇ ਕੀਤੇ ਨੇ, ਪਤਾ ਨਹੀਂ ਆਟਾ ਕਿੱਥੋਂ ਲੈ ਕੇ ਆਇਆ, ਕਿੱਥੋਂ ਕਣਕ ਜੰਮੀ ਉਹਨੇ ਨੇ। ਬਾਕੀ ਤਾਂ ਸਭ ਡੁਪਲੀਕੇਟ ਮਾਲ ਮਿਲਦਾ ਸੀ ਬਾਜ਼ਾਰ 'ਚ। ਤਾਂ ਬਾਜ਼ਾਰ ਵਾਲਾ ਸਾਰਾ ਸਮਝ ਕੇ ਵੀ ਡੁਪਲੀਕੇਟ ਹੈ, ਨਵਾਂ ਕਿਤੋਂ ਤਿਆਰ ਕੀਤਾ, ਲੱਭਿਆ, ਨਵੀਂ ਰਸੋਈ ਬਣਾਈ, ਨਵਾਂ ਲੰਗਰ ਤਿਆਰ ਕੀਤਾ। ਫਿਰ ਕੀ ਹੈਗਾ, ਚੱਲ ਪਿਆ। ਫਿਰ ਤਾਂ ਕੀ ਬਰਕਤ ਖਾਵੇ। ਅਸੰਖ ਕਰੋੜਾਂ ਦੀ ਥੋੜੀ ਗੱਲ ਕਰੀਏ, ਉਹ ਤਾਂ ਉਹਦੀ ਕਰੀਏ ਜਿਹੜਾ ਪਹਿਲੇ ਨੇ ਜਿਹਨੇ ਕੋਈ ਚੀਜ਼ ਤਿਆਰ ਕੀਤੀ, ਉਹਨੇ ਤਾਂ ਕੋਈ ਮਿਹਨਤ ਕੀਤੀ ਹੈ। ਪਹਿਲੇ ਹੁਣ ਜਿਹਨੇ ਵੀ ਕੋਈ ਚੀਜ਼ ਸਾਇੰਸਦਾਨ ਨੇ ਕੋਈ ਚੀਜ਼ ਲੱਭੀ ਹੈ, ਉਹਦੀ ਤਾਂ ਜ਼ਿੰਦਗੀ ਲੱਗੇਗੀ ਹੀ ਨਾ। ਪਬਲਿਕ ਨੂੰ ਤਾਂ ਖੇਤੀ ਮਿਲ ਗਈ ਗੱਲ। ਫਿਰ ਬੈਰਾਗੀ ਦੀ ਅਵਸਥਾ ਦੱਸੀ ਹੈ। ਜਦ ਬੈਰਾਗੀ ਹੋ ਜੂ, ਚਾਹੇ 2 ਸਾਲ 'ਚ ਹੋ ਜਵੇ, ਹੁਣ ਫਿਰ ਉਹ ਧਰਤੀ ਤੇ ਨਹੀਂ ਰਹਿੰਦਾ। ਜਿੰਨੀ ਬੈਰਾਗੀ ਦੀ ਅਵਸਥਾ ਧਰਤੀ ਤੇ ਨਹੀਂ ਰਹਿੰਦਾ। ਉਹ ਹੀ ਕਿਹਾ, ਜਿਹੜਾ ਹਰ ਕਾ ਸੇਵਕ ਭੇਜਣਾ ਜਾਣੋ ਤਾਂ ਹੀ ਮੰਨਦੇ, ਉਹਦਾ ਭੇਜਣਾ ਜਾਣੋ ਕਿਹਾ ਨਾ। ਉਹ ਧਰਤੀ ਤੇ ਹੈ ਹੀ ਨਹੀਂ ਰਹਿੰਦਾ। ਜੇ ਧਰਤੀ ਤੇ ਰਹਿਣਾ ਫਿਰ ਤਾਂ ਮੰਨਦੇ ਹੈ ਹੀ ਉਹ, ਤਾਂ ਹੀ ਕਿਹਾ ਨਾ। ਹੋਰ ਕਹਿੰਦੇ ਕਿਹਾ ਉਹ ਜ਼ਮੀਨ ਤੇ ਰਹਿਣਾ, ਜ਼ਮੀਨ ਤੇ ਲੱਗਿਆ ਹੋਇਆ ਨਹੀਂ ਹੈ, ਉਹ ਗਗਨ ਮੰਡਲ 'ਚ ਹੈ। ਹਾਂਜੀ, 89 ਬਾਤੇ ਅਹਮੇਵ। ਜਦ ਗਿਆ ਨਾ, ਸੁਣ ਗੱਲਾਂ ਆਕਾਸ਼ ਕੀ ਹੈ, ਗਗਨ ਮੰਡਲ 'ਚ ਰਹਿਣਾ। ਆਕਾਸ਼ ਦੀਆਂ ਗੱਲਾਂ ਕਿਵੇਂ ਕਰ ਦੂੰ? ਪਤਾ ਆਕਾਸ਼ ਰਹਿਣਾ ਵਾਲਾ ਪੰਛੀ ਹੋਦਾ। ਸੁਣ ਗੱਲਾਂ ਆਕਾਸ਼ ਕੀ, ਉਹ ਜਿਹੜੇ ਧਰਤੀ ਦੇ ਤੋਂ ਕੀੜੇ, ਕੀੜੇ ਵੀ ਕਹਿੰਦੇ ਗੱਲਾਂ ਕਰ ਲੱਗੇ। ਕੀੜੇ ਨੇ ਇਸ ਗੱਲ ਦੀਆਂ, ਬਿਜਲੀ ਵਾਲੇ ਕੀੜੇ ਆ। ਹੋਰ ਕੀੜੇ ਕਾਲੀਆਂ ਪੱਗਾਂ ਬੰਨ ਲਈਆਂ, ਕਾਲੀਆਂ ਪੱਗਾਂ ਵਾਲੇ ਕੀੜੇ ਹੁੰਦੇ ਨੇ। ਹੋਰ ਕੀ ਹੁੰਦੇ ਨੇ? ਨੀਲੇ ਨਹੀਂ ਹੁੰਦੇ ਕੀੜੇ, ਨੀਲਾ ਬਣਾਉਣ ਲੱਗ ਜਾਂਦਾ ਜੇ ਹੋ ਜਾਂਦਾ, ਉਹ ਕਾਲੇ ਹੁੰਦੇ ਨੇ। ਹਾਂ, ਸੰਨਿਆਸੀ ਮਾਤੇ ਅਹਮੇਵ। ਸੰਨਿਆਸੀ ਮਾਤੇ ਦੇਖੋ, ਸੰਨਿਆਸੀ ਜਿਹੜੇ ਨੇ ਉਹਨਾਂ ਦੀ ਪਹਿਲਾਂ ਜ਼ਿਕਰ ਨਹੀਂ ਆਇਆ ਹੋਇਆ। ਸੰਨਿਆਸੀ ਦਾ ਜ਼ਿਕਰ ਨਹੀਂ ਆਇਆ ਪਹਿਲਾਂ ਤਿੰਨਾਂ ਦਾ ਜ਼ਿਕਰ ਆਇਆ ਸਿਰਫ। ਵੇਦਾਂ ਵਾਲਿਆਂ ਦਾ ਆਇਆ, ਸਿਮਰਤੀ ਵਾਲਿਆਂ ਦਾ ਆਇਆ। ਸਿਮਰਤੀ ਜਾਏ ਵੇਦ ਤੋਂ ਥੱਲੇ ਹੈ ਥੋੜੀ ਜਿਹੀ। ਵੇਦ ਤਾਂ ਡਾਇਰੈਕਟ ਹੈ ਨਾ, ਵੇਦ ਤਾਂ ਵੱਡੀ ਉੱਚੀ ਗੱਲ ਹੈ ਨਾ, ਸਿੱਧੀ ਹੋ। ਪਰ ਸਿਮਰਤੀ ਪੜ੍ਹ ਕੇ ਵੇਦ ਪੜ੍ਹ ਜਾਣਾ, ਸਿਮਰਤੀ ਪੜ੍ਹ ਕੇ ਵੇਦ ਤੱਕ ਪਹੁੰਚ ਜਾਣ। ਸਿਮਰਤੀ ਬੋਲਦੀ ਹੈ ਉਦੋਂ ਤੱਕ ਪਹੁੰਚ ਜਾਣ। ਵੇਦ ਮਾਲਦੇ ਨੇ ਚਾਰੇ ਸਟੇਜਾਂ ਪਾਰ ਕਰਦਾ, ਰੋੜੇ ਤੋਂ ਫਿਰ ਮਿੱਟੀ ਬਣਦਾ, ਮਿੱਟੀ ਤੋਂ ਪਾਣੀ ਬਣਦਾ, ਪਾਣੀ ਤੋਂ ਫਿਰ ਜੈਸਾ ਬਣਦਾ। ਉਹ ਬੋਲਿਆ ਉਹ ਹੈ, ਉਹਦੀਆਂ ਵੀ ਸਟੇਜਾਂ ਨੇ, ਛੱਡੀ ਜਾਂਦਾ। ਸਿਮਰਤੀ ਤੋਂ ਅੱਗੇ ਬੋਲਦਾ ਜਾ ਕੇ, ਕਤੇਬ ਤੋਂ ਅੱਗੇ ਬੋਲਦਾ ਜਾ ਕੇ, ਛੱਡ ਦਿੰਦਾ। ਸਰੀਰ ਮਾਇਆ ਤੋਂ ਉੱਪਰ ਉੱਠ ਜਾਂਦਾ। ਫਿਰ ਉਹ ਕਿਸੇ ਫਿਰਕੇ ਦਾ ਬੰਦਾ ਨਹੀਂ ਰਹਿੰਦਾ। ਜੇ ਮੁਸਲਮਾਨ ਹੈ, ਮੁਸਲਮਾਨ ਨਹੀਂ ਰਿਹਾ। ਮੀਆਂ ਮੇਰਾ ਮੁਸਲਮਾਨ ਨਹੀਂ ਹੈਗਾ। ਮੁਸਲਮਾਨ ਹੁੰਦਾ ਫਿਰ ਬਾਦਸ਼ਾਹ ਦੇ ਗੱਲ ਕਰਦੇ ਪੈਂਦੇ ਜਾ ਕੇ।
ਸਮੇਂ ਸਿਰ ਉਹ ਨਹੀਂ ਮੁਸਲਮਾਨ ਹੈਗਾ। ਮੁਸਲਮਾਨ ਹੁੰਦਾ ਦਰਬਾਰ ਸਾਹਿਬ ਦੀ ਨਿਉ ਨਹੀਂ ਸੀ ਰੱਖਦਾ, ਉਹ ਹਰਿਮੰਦਰ ਸਾਹਿਬ ਦੀ ਨਿਉ ਨਹੀਂ ਸੀ ਰੱਖਦਾ। ਕਹਿੰਦਾ ਮੈਂ ਮੁਸਲਮਾਨ ਹਾਂ, ਤੁਹਾਡਾ ਦੂਆ ਧਰਮ ਹੈ, ਮੈਂ ਕਿਤੇ ਰੱਖਾਂ ਤੁਹਾਡੀ ਨਿਉ, ਤੁਸੀਂ ਤਾਂ ਮੇਰਾ ਸ਼ਰੀਕ ਪੈਦਾ ਕਰਦੇ ਹੋ। ਉਹ ਨਹੀਂ ਸੀ, ਉਹਨੂੰ ਮੁਸਲਮਾਨ ਨਹੀਂ ਕਹਿ ਸਕਦੇ ਅਸੀਂ। ਇਹ ਅਸਲੀ ਮੁਸਲਮਾਨ ਸੀ, ਉਹ ਇਹਨਾਂ ਵਰਗਾ ਨਹੀਂ ਸੀ। ਜਾਂ ਕਿਹਾ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਏ, ਉਹ ਅਸਲੀ ਮੁਸਲਮਾਨ ਦੀ ਗੱਲ ਕੀਤੀ। ਇਮਾਨ ਵਾਲਾ, ਜਿਹਦਾ ਇਮਾਨ ਕਾਇਮ ਹੈ, ਜਿਹਦਾ ਇਮਾਨ ਕਾਇਮ ਹੈ, ਬੇਈਮਾਨਾਂ ਨਾਲ ਦੀ ਕਿਵੇਂ ਬਣੂਗੀ? ਬੇਈਮਾਨ ਚਾਹੇ ਕੋਈ ਵੀ ਹੋਵੇ, ਉਹ ਜਿਹੜੇ ਸਿੱਖਾਂ ਦੀ ਬੇਈਮਾਨ ਨੇ ਉਹਨਾਂ ਨਾਲ ਅਸੀਂ ਕਿਵੇਂ ਬਣਾ ਲਈਏ? ਕਿਵੇਂ ਉਹਨਾਂ ਨਾਲ ਸਾਡੀ ਬਣ ਜੂਵੇ? ਸਾਡੀ ਮਜਬੂਰੀ ਹੈ, ਉਹਨਾਂ ਦੀ ਆਪਣੀ ਮਜਬੂਰੀ ਹੈ, ਸਾਡੀ ਆਪਣੀ ਮਜਬੂਰੀ ਹੈ। ਉਹਨਾਂ ਦੀ ਆਪਣੀ ਮਜਬੂਰੀ ਹੈ, ਸਿਆਸਤਦਾਨਾਂ ਦੀ ਸਾਡੀ ਆਪਣੀ ਮਜਬੂਰੀ ਹੈ। ਉਹ ਆਪਣੇ ਰਾਹ ਚੱਲਦੇ ਰਹਿਣ, ਅਸੀਂ ਆਪਣੇ ਰਾਹ ਚੱਲਦੇ ਰਹਾਂਗੇ। ਹਾਂ, ਜਿਹੜੀਆਂ ਗੱਲਾਂ ਕਰਦੇ ਨੇ ਧਰਮ ਦੀਆਂ, ਸਾਡੇ ਖੇਤਰ, ਸਾਡੇ ਜਿਹੜੀ ਦੇਖੋ ਉਹਨਾਂ ਦਾ ਸਿਆਸਤ ਦਾ ਕੰਮ ਕਰਦੇ ਰਹਿਣ। ਜਦ ਧਰਮ ਦੀ ਗੱਲ ਕਰਦੇ ਨੇ, ਉਹ ਧਰਮ ਦੀ ਗੱਲ ਉਹ ਕਰਦੇ ਨੇ, ਸਾਡੇ ਦਾਇਰੇ ਦਖਲ ਦਿੰਦੇ ਨੇ। ਧਰਮ ਦੀ ਡਿਊਟੀ ਸਾਡੀ, ਉਹਨਾਂ ਦੀ ਕਾਹਦੀ ਹੈ? ਉਹ ਆਪਣੇ ਦਾਇਰੇ ਦੀ ਗੱਲ, ਸਾਨੂੰ ਕੋਈ ਇਤਰਾਜ਼ ਨਹੀਂ। ਜੇ ਧਰਮ ਨੂੰ ਚਾਹਣਗੇ, ਸਿਆਸਤ ਨਹੀਂ ਚਾਹਣਗੇ, ਸਾਨੂੰ ਇਤਰਾਜ਼ ਇਸ ਗੱਲ ਦਾ, ਫਿਰ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਧਰਮ ਨੂੰ ਧਰਮ ਦਾ ਮਿਸਯੂਜ਼ ਕਰਕੇ ਆਪਣੇ ਵਾਸਤੇ ਵਰਤਦੇ ਨੇ। ਰਾਜ ਕਰੇਗਾ ਖਾਲਸਾ, ਮਿਸਯੂਜ਼ ਕਰਦੇ ਨੇ। ਸਾਡੇ ਖੇਤਰ ਦਾ ਗੱਲ, ਧਰਮ ਸਾਡਾ ਖੇਤਰ ਹੈ, ਸਾਡੇ ਖੇਤਰ ਦੀ ਗੱਲ ਕਰ ਲਓ। ਅਸੀਂ ਉਹਨਾਂ ਦੇ ਖੇਤਰ ਦੀ ਗੱਲ ਨਹੀਂ ਕਰਦੇ। ਜਾਂ ਅਸੀਂ ਕਹਿੰਦੇ ਕੋਈ ਜਿੱਤੇ ਕੋਈ ਹਾਰੇ, ਸਾਡਾ ਕੋਈ ਮਤਲਬ ਨਹੀਂ। ਧਰਮ ਚੋਂ ਚੁੱਪ ਰਹਿਣ ਵੀ ਧਰਮ ਭਾਈ ਸਾਡਾ ਵਿਸ਼ਾ ਨਹੀਂ, ਧਾਰਮਿਕ ਲੋਕ ਜਾਣੋ, ਗੱਲ ਖਤਮ। ਫਿਰ ਟਕਰਾਅ ਕੋਈ ਨਹੀਂ ਸਾਡਾ ਉਹਨਾਂ ਦਾ। ਜੇ ਡੁਪਲੀਕੇਟ ਬੰਦੇ ਰੱਖ ਕੇ ਆਪਣੇ ਪ੍ਰਚਾਰ ਕਰੋ, ਧਰਮ ਦਾ ਗਲਤ ਪ੍ਰਚਾਰ ਕਰਾਉਣਗੇ, ਸਾਡਾ ਉਹਨਾਂ ਦਾ ਟੱਕਰ ਉਹਨਾਂ ਵਾਲੇ ਹੋ, ਸਾਡੀ ਟੱਕਰ ਫਿਰ ਟੱਕਰ ਹੋਊਗੀ। ਇਸਲਾਮ ਨਾਲ ਟੱਕਰ ਕਿਉਂ ਹੋਈ ਹੈ? ਰਾਜਾ ਨਾਲ ਬਾਈ ਦਾ ਟੱਕਰ ਕਿਉਂ ਹੋਈ ਹੈ? ਬਾਹਮਣ ਉਹਨਾਂ ਦਾ ਪਾਇਆ ਹੋਇਆ, ਪੰਡਤ ਗਲਤ ਪ੍ਰਚਾਰ ਕਰ ਰਿਹਾ ਵੇਦ ਤੇ ਔਰ ਸਿਮਰਤੀ ਤੇ। ਗੁਰੂ ਦਾ ਠੀਕ ਪ੍ਰਚਾਰ ਕਰ ਰਿਹਾ, ਉਹ ਪੱਥਰ ਪੂਜਾ ਕਰਵਾ ਰਿਹਾ। ਬਾਹਮਣ ਗੁਰੂ ਬਣਿਆ ਹੈ ਜਗਤ ਦਾ, ਗੁਰਬਾਣੀ ਰੱਦ ਕਰਦੀ ਹੈ, ਬਾਹਮਣ ਨੂੰ ਤਕਲੀਫ ਹੁੰਦੀ ਹੈ, ਰਾਜੇ ਦੀ ਪਿੱਠ ਤੇ ਆ ਜਾਂਦੇ ਨੇ, ਰਾਜੇ ਪੰਡਤ ਦੀ ਪਿੱਠ ਤੇ ਆ ਜਾਂਦੇ ਨੇ। ਟਕਰਾਅ ਹੋ ਗਿਆ। ਰਾਜਾ ਨੂੰ ਉਹਨਾਂ ਦੇ ਹੁੰਦੇ, ਰਾਜੇ ਕਹਿੰਦੇ ਸਿੱਧੇ ਹੋਵੋ। ਰਾਜੇ ਜੇ ਇਮਾਨਦਾਰ ਹੁੰਦੇ, ਉਹ ਕਹਿੰਦੇ ਰਾਜਾ ਜਸਟੀਫਾਈ ਕਰੋ ਤੁਸੀਂ ਸਾਨੂੰ, ਅਸੀਂ ਬਹਿਣਾ ਵਿਚਾਲੇ, ਤੁਸੀਂ ਦੱਸੋ ਤੁਹਾਨੂੰ ਸੱਚਾ ਕੌਣ ਹੈ, ਝੂਠਾ ਕੌਣ? ਜੇ ਸੱਚਾ ਉਹਦਾ ਸਾਥ ਅਸੀਂ ਦੇਵਾਂਗੇ। ਰਾਜੇ ਦਾ ਫਰਜ਼ ਹੁੰਦਾ ਸੱਚ ਦਾ ਸਾਥ ਦੇਣਾ। ਜੇ ਰਾਜਾ ਹੀ ਬੇਈਮਾਨੀ ਦਾ ਸਾਥ ਦੇਵੇ, ਰਾਜਾ ਕਦਾ ਰਹਿ ਗਿਆ? ਝਗੜਾ ਇੱਥੇ ਆ ਕੇ ਪੈਦਾ ਹੁੰਦਾ। ਜਾਂ ਰਾਜ ਪ੍ਰਬੰਧ ਰਾਜਾ ਬੇਈਮਾਨੀ ਦਾ ਸਾਥ ਦੇਣ ਲੱਗ ਜਾਂਦਾ ਤੇ ਫਿਰ ਧਾਰਮਿਕ ਆਦਮੀ ਜਿਹੜੇ ਸੱਚੇ ਨੇ, ਸੱਚਾ ਧਰਮ ਹੈ, ਉਹ ਤਾਂ ਫਿਰ ਪੈਰ ਕੱਢ ਕੇ ਖੜ ਜਾਂਦਾ। ਫਿਰ ਇਹ ਕਾਰਨ ਸੀ ਗੁਰੂ ਘਰ ਦਾ ਕਲੇਸ਼ ਪੈਣ ਦਾ। ਭਗਤ ਹਟੇ ਨਹੀਂ ਆਪਣੀ ਗੱਲ ਤੇ, ਸੱਚ ਬੋਲਣ ਤੇ। ਸੱਚ ਦੇ ਗੁਰ ਫਰਮਾਇਆ ਕਿ ਉਦੋਂ ਬੋਲੋ ਹਟੀ ਹੈ। ਉਹ ਆਪਣੀ ਗੱਲ ਕਹਿੰਦੇ ਰਹੇ, ਉਹਨਾਂ ਨੂੰ ਤਕਲੀਫ ਹੁੰਦੀ ਰਹੀ, ਕਲੇਸ਼ ਪੈਦਾ ਹੋ ਗਿਆ, ਟਕਰਾਅ ਪੈਦਾ ਹੋ ਗਿਆ। ਜੇ ਇਹਨਾਂ ਦੇ ਧਰਮ ਬਸਦਾ ਨਹੀਂ, ਧਰਮ ਛੱਡ ਦੇਣਾ। ਇਹ ਆ ਜਿਹੜੇ ਇਹਨਾਂ ਦੇ ਬੰਦੇ ਨੇ, ਇਹਨਾਂ ਦੇ ਵਿਦਵਾਨ ਨੇ ਸਾਡੇ ਲੈ ਕੇ ਬਿਠਾ ਕੇ ਹੱਲ ਕਰਾ ਲਾ ਮਸਲਾ। ਅਸੀਂ ਇਕੱਠੇ ਕਿਤੋਂ ਪਹੁੰਚੀਏ, ਜੇ ਉਹ ਠੀਕ ਨੇ ਅਸੀਂ ਉਹਨਾਂ ਨਾਲ ਜਾਂਦੇ ਹਾਂ, ਜੇ ਅਸੀਂ ਠੀਕ ਕੋ ਸਾਡੇ ਨਾਲ ਜਾਣ। ਜੇ ਨਹੀਂ ਰਲ ਜਾਊਗੇ ਚੁੱਪ ਕਰ ਜਾਣ। ਜੇ ਅੰਦਰ ਆਤਮਾ ਨਹੀਂ ਬਣਦੀ ਉਹਨਾਂ ਦੀ, ਤਲਵਾਰੇ ਪਹੁੰਚੇ ਨਹੀਂ ਬਣਦੇ, ਚੁੱਪ ਕਰ ਜਾਣ, ਚੁੱਪ ਕਰ ਜਾਣ ਵੀ ਭਾਈ ਅਸੀਂ ਇਹ ਬੋਲਦੇ ਨਹੀਂ, ਚੁੱਪੇ। ਇਹਦਾ ਔਖਾ ਸਾਨੂੰ 60 ਸਾਲ ਬਾਅਦ ਕਹਿਣਾ ਵੀ ਵਾਹਿਗੁਰੂ ਨਾਮ ਨਹੀਂ ਹੈ, ਪਰ ਅਸੀਂ ਚੁੱਪ ਕਰ ਜਾਂਦੇ। ਚੁੱਪ ਬੜੀ ਗੱਲ ਆ। ਸਾਡਾ ਵਿਰੋਧ ਵੀ ਕਰਨਾ, ਸਾਡਾ ਕੋਈ ਵਿਰੋਧ ਨਾ ਕਰੇ, ਕਿਉਂ ਨਾ ਕਰੀਏ? ਕਿਉਂ ਨਾ ਕਰੇ? ਤੁਸੀਂ ਵਿਰੋਧ ਕਰੋ, ਅਸੀਂ ਕਰੀਏ। ਪ੍ਰਚਾਰ ਚ ਵਿਰੋਧ ਆਪੇ ਹੋ ਜਾਂਦਾ।
ਕਰਦਾ ਨਹੀਂ ਕੋਈ। ਸੱਚ ਉਹ ਕਹਿੰਦੇ ਆ ਸੱਚਾ ਸੀਗਾ ਨਹੀਂ ਆ ਸੱਚਾ ਵਿਰੋਧ ਹੋ ਗਿਆ। ਅਸੀਂ ਕਹਿੰਦਾ ਨਾਮ ਹੈ ਗੁਰਬਾਣੀ ਆ ਕਹਿੰਦੀ ਉਹ ਕਹਿੰਦੇ ਨਾਮ ਹੈ ਆਪੇ ਵਿਰੋਧ ਹੋ ਗਿਆ। ਸੱਚਾ ਕੌਣ ਹੈ ਝੂਠਾ ਕੌਣ? ਅਦਾਲਤਾਂ ਕਾਹਦੇ ਵਾਸਤੇ ਨੇ? ਅਦਾਲਤਾਂ ਫੈਸਲਾ ਕਰਦੇ ਨੇ। ਜੇ ਕਾਹਨੂੰ ਝਗੜਾ ਹੋਵੇ ਇਸ ਗੱਲ ਤੇ ਹੀ ਜਿਵੇਂ ਪਿੱਛੇ ਹੋਇਆ, ਪਿੱਛੇ ਤੱਕ ਕੋਈ ਗੱਲ ਥੀ ਨਹੀਂ ਮੁਸਲਮਾਨ ਦਾ ਰਾਜ ਤਾਂ, ਹੁਣ ਤਾਂ ਸਾਡੇ ਕੋਲ ਸੁਪਰੀਮ ਕੋਰਟ ਹੈ। ਜੇ ਇਸ ਗੱਲ ਤੇ ਕੇਸ ਪੈਦਾ ਹੁੰਦਾ ਕੱਲ ਨੂੰ ਵੱਡਾ ਕੇਸ ਵੀ ਪੈਦਾ ਹੋ ਸਕਦਾ। ਮੇਰੇ ਆਪਣੇ ਗੁਰਦੁਆਰਿਆਂ ਦੇ ਵਿੱਚ ਤਖਤਾਂ ਤੇ ਗਲਤ ਪ੍ਰਚਾਰ ਨਹੀਂ ਹੋਣ ਦੇਣਾ। ਜੇ ਇਹ ਸਟਾਈਲ ਆਵੇ ਖਾਲਸਾ ਤੇ ਕੋਰਟ ਆ ਜਾਊਗੀ ਉਹਦੇ ਵਿੱਚ। ਕੋਰਟ ਆਊਗੀ ਇਹ ਤਾਂ ਬੰਦੇ ਮਰ ਜਾਣ ਉੱਥੇ। ਹੁਣ ਅੱਤਵਾਦੀਆਂ ਦੇ ਜਿਹੜੇ ਮਸਲੇ ਨੇ ਬਹਿ ਕੇ ਮੇਰੇ ਤੇ ਹੱਲ ਨਹੀਂ ਕਰਦੇ, ਹੱਲ ਕਰਨਾ ਪਊਗਾ ਸਰਕਾਰ ਨੂੰ। ਜਾਂ ਕਲੇਸ਼ ਪਊਗਾ ਮੇਰੇ ਤੇ ਆਉਣਾ ਪਊਗਾ ਸਾਰਿਆਂ ਨੂੰ। ਇੱਕ ਤਾਂ ਭੁਲੇਖਾ ਨਾ ਰਹਿਣ ਵੀ ਅਸੀਂ ਐਵੇਂ ਡੱਬੀ ਚਲੇ ਜਾਵਾਂਗੇ। ਅਸੀਂ ਤਾਂ ਅਗਲੇ 1 ਸਾਲ ਦੇ ਵਿੱਚ ਕਲੇਸ਼ ਖੜਾ ਕਰ ਦਿੰਦੇ, 1 ਸਾਲ ਦੇ ਅੰਦਰ ਅੰਦਰ ਕਲੇਸ਼ ਖੜਾ ਕਰ ਦਿੰਦੇ ਅੰਮ੍ਰਿਤਸਰ ਜਾ ਕੇ ਸਾਰੇ ਇਕੱਠੇ ਹੋ ਕੇ। ਜਦ ਹੀ ਡੈਡਲੌਕ ਦਾ ਜਦ ਹੀ ਆ ਜੂਗਾ ਮੇਰੇ ਤੇ ਹੋਣਾ ਪੈ ਜੂ ਇਹਨਾਂ ਨੂੰ। ਸਰਕਾਰ ਇਹਨੇ ਖਰਾਬ ਹੈ, ਇਹਨਾਂ ਨੇ ਸੋਲਾ ਨਹੀਂ ਕੀਤਾ। ਜਿਹੜੀ ਇਹਨਾਂ ਨੇ ਹੁਣ ਤੇ ਹੱਥ ਕਰਕੇ ਰੱਖੀ ਹੈ ਸਾਰੇ ਖਿਲਾਫ ਨੇ ਇਹਨਾਂ ਤੇ, ਸਾਰੀ ਬਾਲੇ ਜਾਂਦੀ ਇਹਨਾਂ ਨੂੰ। ਇਹ ਕਹਿੰਦੇ ਨੇ ਤਾਂ ਚੁੱਪ ਕਰੇ ਬੈਠੇ ਨੇ। ਇਹਨਾਂ ਦਾ ਬਿਜਲੀ ਕੀ ਹੋ ਗਿਆ, ਇਹ ਹੋ ਕੀ ਗਿਆ ਇਹਨਾਂ ਨੂੰ ਹੋਇਆ। ਜਿਹੜੇ ਸੁਖਾਬੀ ਦੇ ਚੁੱਪ ਕਰੇ ਬੈਠੇ ਹੋਏ ਨਾ ਅੱਖਾਂ ਮੀਟ ਕੇ ਕਬੂਤਰ ਨੂੰ, ਇਹ ਕਬੂਤਰ ਨਹੀਂ ਦੇਗਾ ਬਾਜ ਤੇ। ਅਸੀਂ ਤਾਂ ਚਿੜੀਆਂ ਦੀਆਂ ਹੁਣ ਇਹਨਾਂ ਨੂੰ ਚਿੜੀਆਂ ਲੱਗਦਾ ਆਪਣੇ ਆਪ ਨੂੰ, ਅਸੀਂ ਚਿੜੀਆਂ ਇਹ ਬਾਜ ਨੇ। ਇਹਨਾਂ ਦੇ ਝੌਟੇ ਇਹੋ ਜਿਹੀ ਹੈ, ਇਹ ਬਾਜ ਨੇ ਗੁਰੂ ਦੇ। ਆਓ ਇਹ ਚਿੜੀਆਂ ਨੇ, ਚਿੜੀਆਂ ਸਾਰੀਆਂ ਸਾਨੂੰ ਦੀਦੀਆਂ। ਇੱਕ ਝਪਟ ਨਹੀਂ ਸਾੜੀ ਇਹਨਾਂ ਦੇ ਸਾਰਿਆਂ ਦੇ, ਤੇ ਬਦਲ ਹੋ ਜਾਣਗੇ ਸਾਰੇ। ਕੀ ਔਖਾ ਹੈ? ਕਿਤੇ ਕਿਤੇ ਵੀ ਪੈ ਜਾਂਦਾ ਜਿੰਦਾਬਾਦ ਮੁਰਦਾਬਾਦ ਇਕੱਠੇ ਹੋ ਕੇ ਮਾਰਕ ਆ ਜਾਂਦੇ ਨੇ, ਬਖਤ ਪਾ ਦਿੰਦੇ ਨੇ ਉਹਨੂੰ। ਕਹਿੰਦੇ ਆਜੋ ਦੀ ਗੱਲ ਕਰੋ। ਕੀ ਔਖਾ ਤਾਂ ਸਾਨੂੰ ਪੜ੍ਹਨੀ ਕਿਤੇ। ਸਾਡੇ ਕੋਲ ਸਾਰੇ ਹਥਿਆਰ ਨੇ। ਖਾਲਸਾ ਦਾ ਪਹਿਲਾਂ ਨੇ ਹਥਿਆਰ ਬੰਦ ਬਣਾਇਆ ਗੁਰੂ ਨੇ। ਇਹਦਾ 2 ਦਿਨ ਚ ਬਖਤ ਪਾ ਦਿੰਦੇ ਸਾਰਿਆਂ ਨੂੰ, ਪੰਜਾਬ ਨੂੰ। ਸਰਕਾਰ ਹੋ ਜੂਗੀ 1 ਮਿੰਟ ਚ, ਜਿਹੜੇ ਚੁੱਪ ਕਰੇ ਬੈਠੇ ਨੇ ਕਿਤੇ ਭੁਲੇਖੇ ਜਾਉਣ। ਉਹ ਪਿੰਡ ਵਾਲੇ ਕਿੰਨੇ ਸੀਗੇ ਜਵਾਕ ਤੇ ਅੱਤਵਾਦੀ ਕਿੰਨੇ ਸੀ? ਉਹ ਤਾਂ ਗਲਤ ਸੀਗੇ। ਅਸੀਂ ਤਾਂ ਇਹ ਗਲਤੀ ਕਰਨੀ ਨਹੀਂ ਹੈ। ਅਸੀਂ ਤਾਂ ਕਹਿੰਦੇ ਕੋਲ ਆ ਕੇ ਦੇਖ ਲਵੇ ਸਾਰੇ ਬੰਦੇ ਬੈਠੋ ਬਿਠਾਓ। ਉਹ ਗੁਰੂ ਦੇ ਇਹ ਬੋਲ ਪ੍ਰਚਾਰ ਕਰੋ ਤੁਸੀਂ ਗੁਰੂ ਤੋਂ ਵਿਰੁੱਧ। ਅਸੀਂ ਕਿਵੇਂ ਗੋਲ ਗੁਰੂ ਦੀ ਹੈ, ਉਹਦੇ ਖਰਚੇ ਦਾ ਪ੍ਰਚਾਰ ਸਾਡੇ ਵਿਰੁੱਧ ਕਰਦੇ ਹੋ ਤੁਸੀਂ। ਧਰਮ ਨੂੰ ਉਹਦੇ ਬਰਫ ਚਲਾਈ ਜਾਂਦੇ ਹੋ। ਇਹ ਕਿਵੇਂ ਹੁਣ ਵੇਖਾਂਗੇ ਅਸੀਂ? ਕੋਈ ਵੀ ਨਹੀਂ ਮੰਨ ਸਕਦਾ ਉਹਨੂੰ ਵਰਲਡ ਵਿੱਚ। ਨਾ ਕੋਈ ਸਰਕਾਰ ਬੰਦੇ, ਨਾ ਕੋਈ ਅਦਾਲਤ ਬੰਦੇ, ਨਾ ਕੋਈ ਪੜ੍ਹਾ ਲਿਖਾ ਬੰਦਾ ਬੰਦੇ। ਕਿਵੇਂ ਮੰਨ ਜੂਗਾ ਕੋਈ? ਉਹ ਇੱਕ ਮੱਦ ਦੀ ਰਕਮ 2 ਮੱਦ ਚ ਇਸਤੇਮਾਲ ਕਰਨ ਨੂੰ ਬਜਟ ਦੇ ਵਿੱਚ ਨਹੀਂ ਲਿਖਿਆ ਹੋਇਆ ਕਿਤੇ। ਉਹ ਕਹਿੰਦਾ ਪੈਸਾ ਜਿਹੜੀ ਚੀਜ਼ ਖਰਚਣਾ ਉੱਥੇ ਖਰਚ ਕਰੋ। ਇਹਨਾਂ ਨੇ ਮਹਿਕਮੇ ਨਹੀਂ ਕਦੇ ਸਰਕਾਰ ਦੇ। ਜਿਹੜੇ ਪੈਸਾ ਗੋਲਕ ਦਾ ਜਿਹਦੇ ਵਾਸਤੇ ਉਹਦੇ ਉੱਤੇ ਖਰਚ ਹੋਵੇ। ਇਹ ਗੱਲ ਨੂੰ ਕੌਣ ਕਰੂ ਨਹੀਂ ਜਾਏਗਾ ਸਾਡੇ ਨੂੰ। ਇਹ ਤਾਂ ਝੂਠ ਦੇ ਪੈਰ 3 ਗਜ ਉੱਚੇ ਹੁੰਦੇ ਨੇ ਧਰਤੀ ਤੋਂ। ਝੂਠ ਦੀਆਂ ਜੜ੍ਹਾਂ ਧਰਤੀ ਤੋਂ 1.25 ਹੱਥ ਉੱਚੀਆਂ ਹੁੰਦੀਆਂ ਨੇ। ਪੁਰਾਣੇ ਲੋਕ ਇਹ ਕਹਿੰਦੇ ਨੇ, ਕਹਿੰਦੇ ਇਹ ਝੂਠ ਦਾ ਬਿਰਛਾ ਨਾ, ਉਹਦੀ ਜਿਹੜੀ ਜੜ ਹੁੰਦੀ ਹੈ ਧਰਤੀ ਤੋਂ 1.25 ਹੱਥ ਉੱਚੀ ਹੁੰਦੀ ਹੈ। ਉਹਦਾ ਤਾਂ ਕੋਈ ਖਰਾਬ ਤਾਂ ਕਰਦਾ ਹੀ ਨਹੀਂ। ਜਦੋਂ ਉਹਦਾ ਖਰਾਬ ਹੋ ਜਾਂਦਾ ਉਹ ਤਾਂ ਆਪੇ ਡਿੱਗ ਪੈਂਦਾ। ਝੂਠ ਦਾ ਆਪੇ ਡਿੱਗ ਪੈਂਦਾ। ਉਹਨੂੰ ਉਹਦੀ ਜੜ ਤਾਂ ਵੱਡੀ ਹੈ ਜੇ ਧਰਤੀ 'ਚ ਹੋਵੇ। ਝੂਠ ਦੀ ਜੜ ਹੁੰਦੀ ਹੈ ਜੀ, ਵੱਢਣ ਦੀ ਲੋੜ ਨਹੀਂ। ਝੂਠ ਦੇ ਵਿੱਚ ਦੀ ਜੜ ਨਹੀਂ ਹੁੰਦੀ। ਜੜ ਤਾਂ ਜੇ ਹੋਵੇ ਤਾਂ ਵੱਢਣ ਦੀ ਲੋੜ ਹੈ, ਜੇ ਜੜ ਹੈ ਨਹੀਂ। ਇਹ ਸੱਚ ਦੀਆਂ ਜੜ੍ਹਾਂ ਨੂੰ ਹੱਥ ਪਾਈ ਬੈਠੇ ਤੇ ਮੇਰਾ ਦਸ ਪੱਟਦੀ ਹੈ। ਇਹ ਸੱਚ ਦੇ ਬਿਰਛ ਨੂੰ ਹੱਥ ਪਾਈ ਬੈਠੇ ਤੇ ਵੀ ਇਹਦੀ ਜੜ ਪੱਟਦਾ ਉਹਦੀ ਖਾਲਸੇ ਦੀ। ਦੇਖੋ ਕਿਹੜੀ ਪੱਟ ਹੁੰਦੀ ਹੈ ਹੁਣ। ਹਾਂਜੀ। ਸੰਨਿਆਸੀ ਮਾਤੇ ਅਹਮ ਦੇਵ ਤਪਸੀ ਮਾਤੇ ਤਪ ਕੇ ਭੇਵ।
ਸੰਨਿਆਸੀਆਂ ਨੂੰ ਕਾਹਦਾ ਮਤ, ਸੰਨਿਆਸੀ ਕੀ ਨੇ? ਸੰਨਿਆਸੀ ਕਹਿੰਦੇ ਜਿਹੜੀ ਆਸ ਹੈ ਨਾ, ਆਸ ਧਿਆਨ ਦਿਓ, ਸੁਣ ਹੋ ਜੋ, ਸੁਣਨਾ ਦਾ ਜੀਰੋ ਹੋ ਜੋ, ਸੁਣ ਆਸ ਨੂੰ ਸੁਣ ਕਰ ਲੋ। ਆਸ ਸੁਣ ਨਹੀਂ ਹੋ ਸਕਦੀ। ਆਸ ਜਦ ਯਾਦ ਹੁੰਦੀ ਹੈ ਆਦਮੀ ਮਰ ਜਾਂਦਾ। ਜਿਹਦੀ ਆਸ ਸੁਣ ਹੋ ਗਈ ਆਪ ਹੱਤਿਆ ਕਰ ਲੈਂਦਾ, ਉਹ ਡਿਪਰੈਸ਼ਨ ਹੁੰਦਾ, ਉਹਦਾ ਡਿਪਰੈਸ਼ਨ ਹੈ। ਸੰਨਿਆਸ ਡਿਪਰੈਸ਼ਨ ਦਾ ਦੂਆ ਨਾ, ਡਿਪਰੈਸ਼ਨ ਹੀ ਸੰਨਿਆਸ ਹੈ। ਉਹ ਕਹਿੰਦਾ ਜੇ ਮੇਰੀ ਆਸ ਨਹੀਂ ਰਹੀ ਮੇਰਾ ਜਿਉਣ ਦਾ ਕੀ ਕੰਮ, ਮੇਰਾ ਜਿਉਣ ਦਾ ਕੋਈ ਮੁੱਦਾ ਹੀ ਨਹੀਂ ਰਿਹਾ। ਆਸ ਨਹੀਂ ਤਾਂ ਜਿਉਣ ਦਾ ਮੁੱਦਾ ਕੀ ਰਹਿ ਗਿਆ? ਜਿਹੜੀ ਆਸ ਲੈ ਕੇ ਆਇਆ ਸੀ ਜਨਮ ਲਿਆ ਉਹ ਕਿੱਥੇ ਗਈ? ਉਹ ਤਾਂ ਜਨਤ ਫਿਰ ਜਿਉਣਾ ਕੀ ਗੱਲ ਹੈ? ਕਾਹਦੇ ਵਾਸਤੇ ਜਿਉਣਾ? ਸੰਸਾਰ ਦੀਆਂ ਇੱਛਾਵਾਂ ਛੱਡ ਦੋ, ਇਹ ਤਾਂ ਛੱਡਣ ਦੀ ਗੱਲ ਮੰਨਦੇ ਆ, ਪਰ ਜਿਹੜੀ ਆਸ ਨੇ ਜਨਮ ਲਿਆ ਸੀ ਉਹਨਾਂ ਦੇ ਸ਼ਕਤੀ ਉਹਨੂੰ ਪਠਾਨ ਤਾਂ ਇਹ ਬਾਤ ਤਾਂ ਲਿਖਿਆ ਬਾਤ, ਉਹ ਪਤਾ ਹੀ ਨਹੀਂ ਵੀ ਜਨਮ ਕਿਉਂ ਲਿਆ, ਕਿਉਂ ਹੋਇਆ। ਜਿਹਨੂੰ ਇਹ ਨਹੀਂ ਪਤਾ ਵੀ ਲੈਣ ਕੀ ਆਏ ਹੋ, ਧਾਰਮਿਕ ਆਦਮੀ ਹੈ ਤਾਂ ਪਾਗਲ ਹੈ, ਬੇਵਕੂਫ ਹੋ। ਤਾਂ ਉਹ ਬਦਮਾਸ਼ ਹੈ, ਮੂਰਖ ਹੈ, ਗਵਾਰ ਹੈ, ਡੰਗਰ ਹੈ। ਉਹਦੇ ਨੂੰ ਇਹੀ ਕਿਹਾ ਹੈ ਜਿਹਨੂੰ ਇਹ ਨਹੀਂ ਪਤਾ ਮੈਂ ਜਨਮ ਕਿਉਂ ਲਿਆ ਹੈ। ਪ੍ਰਾਣੀ ਤੋਂ ਆਇਓ ਲਾ ਇਹ ਕੀ ਹੈ? ਸਿਮਰਤੀ ਬੋਲੀ ਹੈ, ਸਿਮਰਤੀ ਦਾ ਛੱਟਾ ਮਾਰਿਆ ਵੀ ਜਾਗਿਆ। ਜਿਵੇਂ ਕੋਈ ਬੇਹੋਸ਼ ਹੋ ਜਾਂਦਾ ਆਦਮੀ ਨੇ ਛੱਟਾ ਮਾਰਦੇ ਨੇ ਨਾ, ਸੁੱਤੀ ਪਈ ਸਿਮਰਤੀ ਦਾ ਛੱਟਾ ਮਾਰਿਆ ਪਾਣੀ ਦਾ ਵੀ ਜਾਗਿਆ, ਬੋਲਿਆ, ਛੱਟੇ ਮਾਰਦੀ ਹੈ ਪਾਣੀ ਰਾਮ ਕਦੋਂ ਇਹ ਗਿਆਨ ਅਮਰ ਤੇ ਛੱਟੇ ਮਾਰਦੀ ਹੈ ਵੀ ਜਾਗਿਆ, ਜਾਗਿਆ। ਉਹ ਜਗਾ ਰਹੀ ਹੈ ਬਣੀ, ਹੋਰ ਕੀ ਕਰ ਰਹੀ ਹੈ? ਜਾਗ ਲੋ ਬਣਾ ਜਾਗ ਗਾਵਲ ਹੋਇਆ, ਉਹਦਾ ਗਾਵਲ ਸੁੱਤਾ ਪਿਆ, ਉਹ ਤਾਂ ਪਾਗਲ ਤਾਂ ਲਿਖਿਆ ਸੰਨਿਆਸੀ ਬਾਤੇ ਬਹੁਤ ਸੀ ਧਾਰਮਿਕ ਆਕੜੇ ਫਿਰਦੇ ਧਾਰਮਿਕ ਹੈ ਬੇਵਕੂਫ। ਸੰਨਿਆਸੀ ਦੀ ਨਾ ਕੋਈ ਸੰਨਿਆਸੀ ਉਹ ਖਤਮ ਹੋ ਗਏ। ਸਿਆਣੇ ਬੰਦੇ ਇਹਨਾਂ ਦੀ ਗੱਲ ਨਹੀਂ ਸੁਣਦੇ, ਬੰਦੇ ਹੀ ਨਹੀਂ। ਮੇਰਾ ਪਾਗਲ ਨੇ ਸਰਕਾਰਾਂ ਵੀ ਆਸ ਦੇਖੋ, ਸਰਕਾਰਾਂ ਚਾਹੇ ਮਾਇਆ ਦੀ ਗੱਲ ਹੈ ਪਲਾਨ ਰੱਖ ਕੇ ਚੱਲਦੀਆਂ ਨੇ, ਚੱਲਦੀਆਂ ਨੇ ਨਾ, ਸਾਰੇ ਅੱਗੇ ਸੋਚਦੇ ਨੇ, ਮਾਇਆ ਧਾਰੀ ਵੀ ਅੱਗੇ ਸੋਚਦੇ ਨੇ, ਚਾਹੇ ਗਲਤ ਸੋਚਦੇ ਨੇ ਠੀਕ, ਉਹ ਤਾਂ ਦੂਸਰੀ ਗੱਲ ਹੈ ਨਾ ਵੀ ਭਾਈ ਸਾਡਾ ਪਾਣੀ ਖਰਾਬ ਹੋ ਰਿਹਾ ਇਹਨੂੰ ਠੀਕ ਕਰੋ, ਜੇ ਖਰਾਬ ਹੋ ਗਿਆ ਮਰ ਜਾਵਾਂਗੇ, ਹਵਾ ਖਰਾਬ ਹੋ ਪੋਲਿਊਸ਼ਨ ਹੋ ਰਿਹਾ ਆ ਕਰੀਏ ਉਹ, ਇਹ ਵੀ ਆਸ ਰੱਖ ਕੇ ਕਰਦੇ ਨੇ ਅੱਗੇ ਦੀ। ਜੇ ਇਹ ਆਸ ਰੱਖ ਲਓ ਵੀ ਬੜੇ ਬਣਾ ਚਲੋ ਮਾਇਆ ਵੀ ਰੱਖਦੇ ਨੇ, ਆਸ ਤਾਂ ਹੈ ਨਾ, ਤੇ ਉਹ ਤਾਂ ਕਹਿੰਦੇ ਆਸ ਖਤਮ ਕਰ ਦੋ। ਆਸ ਖਤਮ ਨਹੀਂ ਕੀਤੀ ਜਾ ਸਕਦੀ। ਹਾਂ ਜਿਹੜੀਆਂ ਇੱਛਾਵਾਂ ਨੇ ਸਾਡੀਆਂ ਮਾਇਆ ਇਕੱਠੀ ਕਰਦੀਆਂ ਇਹ ਖਤਮ ਕਰਨੀਆਂ ਸੀ, ਇੱਥੇ ਤੱਕ ਤਾਂ ਗੱਲ ਹੁੰਦੀ ਠੀਕ ਹੈ, ਪਰ ਜੋ ਕੁਝ ਲੈਣਾ ਹੈ ਉਹ ਇਕੱਠਾ ਕਰਨਾ ਵੀ ਸ਼ਰਤ ਹੋ ਦਿੱਤਾ। ਇੱਕ ਆਸ ਰੱਖੋ ਮਨ ਮਾਹੇ, ਗੁਰਬਾਣੀ ਕਹਿੰਦੀ ਹੈ ਇੱਕ ਆਸ ਰੱਖੋ ਮਨ ਮਾਹੇ। ਸੰਨਿਆਸੀ ਨੂੰ ਕਹੀ ਹੋਈ ਗੱਲ ਹੈ, ਇਹ ਸੰਨਿਆਸੀ ਦੇ ਖਿਲਾਫ ਹੈ, ਜੋਗੀ ਦੇ ਖਿਲਾਫ ਨਹੀਂ ਹੈ ਗੱਲ। ਇਹ ਸੰਨਿਆਸੀ ਨੂੰ ਉਪਦੇਸ਼ ਹੈ, ਪਾਗਲ ਨੂੰ। एक आस रखो मन माहे, ये सन्यासी ने क्या बोला? सन्यासी का आस रखो ही ना, कहने एक आस अबरे आस निराशा हो आसा निराश हो गए, वो आस रखो नहीं लेना वो चीज। तुम तो खाली हथ जा रहे हो, फिर तो खाली हथ जाने की गल करते हो, तुम लैके कुछ आए थे खाली हथ जाने की गल करते हो। केड़ी गल किहनूं कही हुई है, केड़ी पंक्ति केड़ी कैटागरी से लागू है, ये अर्थ होने ना। जे पिछे नहीं थोनू पता ही नहीं भी पिछे गल की है, किन्ने धर्म ने की उन्होंने थ्योरी है, की फिलोसफी है, की वो गलत कह रहे हैं, गुरबाणी की संशोधन कर रही है, किन्ने पता लगे की गल है? ना साफ थोनू पता लगा, पंडित ने कहना जान के नहीं किया। पंडित नूं तां पता सीगा सारी गल दा, मैं जेहड़े टीका करने वाला है वो जान के कर गया। ये नहीं मैं ज्ञान नहीं सी, उन्होंने इन्हां गल्लां दा सारा ज्ञान सी, पर जो ਉਹਦਾ बेड़ा कर खोदा ਸੀ हिंदू मत का बनाने का सिर्फ दूसरी ਉਹਨੇ। ਇਹ ਫਰਕ ਜਿਹੜਾ ਹੈ ਨਾ ਪਿਆ ਹੋਇਆ ਸਨਿਆਸੀਆਂ ਤੋਂ ਖਿਲਾਫ, ਉਦਾਸੀਆਂ ਤੋਂ ਖਿਲਾਫ,
ਗੁਰਬਾਣੀ ਦੀਆਂ ਟਿੱਪਣੀਆਂ ਇਹ ਤਾਂ ਉਹਨੇ ਲਿਖੋਈਆਂ ਨੇ। ਉਹ ਫਿਰ ਰੌਲਾ ਪਾਇਆ, ਸਿੱਖਾਂ ਨੂੰ ਪਤਾ ਤਾਂ ਹੈ ਨਹੀਂ ਸੀ ਕੀ ਕੀਤਾ, ਰੌਲਾ ਪਾਇਆ। ਉਹ ਰੌਲੇ ਦਾ ਸਾਹ ਸੁਣੇ, ਫਿਰ ਉਹ ਸਾਹ ਨੂੰ ਮੂਹਰੇ ਕਰਕੇ ਸਾਹ ਸੁਣ ਤੋਂ ਬੋਲ ਲਾਤੀ। ਆ ਜਿਹੜਾ ਸੀਗਾ ਦੂਆ ਕਾਂਡ ਨਾਭਾ, ਉਹਦੇ ਆਹ ਲਿਖਾ ਕੇ ਬੋਲ ਲਾਤੀ। ਬਾਣ ਕੋਲ ਨਾਭੇ ਵਾਲੇ ਰਾਜੇ ਨੇ, ਨਾਭੇ ਵਾਲਾ ਰਾਜਾ ਥਾ ਕੌਣ, ਉਹਦੀ ਵੀ ਹਿਸਟਰੀ ਦੱਸ ਦਿੰਦੇ ਪਈ ਥੋੜੀ ਜੀ। ਨਾਭੇ ਵਾਲਾ ਰਾਜਾ ਉਹ ਹੈ ਕਾਂਡ ਤੋਂ। ਫਿਰ ਕਾਂਡ ਨੂੰ ਤਾਂ ਇੰਨਾ ਗਿਆਨ ਹੈ ਨਹੀਂ ਸੀ, ਵਿਦਵਾਨ ਨਹੀਂ ਸੀਗਾ। ਕਾਂਡ ਤੋਂ ਪਤਾ ਬੇਈਮਾਨ ਨਹੀਂ ਸੀਗਾ, ਗਿਆਨ ਘੱਟ ਸੀ। ਜੋ ਨੇ ਪੜ੍ਹਿਆ ਸੀ, ਜਿਹੋ ਜਿਹਾ ਪੜ੍ਹਿਆ ਸੀ, ਉਹਦਾ ਦਾਦਾ ਨਿਰਮਲਾ ਹੀ ਸੀ, ਸੰਤ ਸੀ, ਡੇਰਾ ਸੀ, ਉਹਦੇ ਆਧਾਰ ਤੇ ਸੀ। ਕਾਂਡ ਨੇ ਉਹ ਗੱਲ ਇਮਾਨਦਾਰੀ ਦੀ ਕੀਤੀ। ਜਦ ਉਹ ਪੁੱਛਿਆ ਡੀਸੀ ਨੇ ਕਾਂਡ ਸਾਹਿਬ ਤੋਂ ਮੂਰਤੀਆਂ ਬਾਰੇ, ਮੂਰਤੀਆਂ ਸਿੱਖ ਮਤ ਮੁਤਾਬਕ ਹਰਿਮੰਦਰ ਸਾਹਿਬ ਦੇ ਕਰੀਬ ਰਹਿਣੀਆਂ ਚਾਹੀਦੀਆਂ ਨੇ, ਨਹੀਂ ਕਿ ਸਿੱਖ ਮਤ ਵਿੱਚ ਹਿੰਦੂ ਕੀ ਮੂਰਤੀ ਪੂਜਾ ਜਾਇਜ਼ ਹੈ? ਉਹ ਕਹਿੰਦਾ ਬਿਲਕੁਲ ਨਹੀਂ, ਸਾਡਾ ਮੂਰਤੀ ਨਾਲ ਕੋਈ ਸੰਬੰਧ ਨਹੀਂ। ਉਹਨੇ ਇਮਾਨਦਾਰੀ ਦਾ ਜੋ ਸਬੂਤ ਦਿੱਤਾ, ਇਮਾਨਦਾਰੀ ਦੀ ਜੋ ਜਵਾਬ ਦਿੱਤਾ, ਇਹਦੇ ਖਿਲਾਫ ਆਏ ਬਈ ਇਹ ਮੂਰਤੀਆਂ ਰਹਿਣ ਦੇ ਜੀ, ਇਹਨੇ ਕਿਉਂ ਦਿੱਤਾ ਇਤਰਾਜ਼ ਕਰਨਾ ਹੈ ਨਾਭੇ ਵਾਲੇ ਕੋ। ਨਾਭੇ ਵਾਲੇ ਨੂੰ ਦੇਖਣ ਵਾਲਾ ਦੇ ਦਿੱਤਾ। ਨਾਭੇ ਵਾਲਾ ਰਾਜਾ ਪਹਿਲਾਂ ਹਿੰਦੂ ਹੈ। ਇਹ ਹਿਸਟਰੀ ਹੈ ਇਹਨਾਂ ਦੀ। ਬੜੇ ਗੁਰੂ ਘਰ ਤੋਂ ਲੈ ਕੇ ਗੱਦੀਆਂ, ਗੁਰੂ ਘਰ ਵਾਲੇ ਗੱਦਾਰੀ ਇਹਨਾਂ ਨੇ ਕੀਤੀ ਹੈ। ਕਿਉਂ? ਇਹਨਾਂ ਨੇ ਰਾਜ ਕਰਨਾ ਤਾਂ ਹਿੰਦੂ ਹੋ ਸਕਣੇ ਸੀ ਨਾਲ। ਇਹਨਾਂ ਨੇ ਇੱਕ ਹੋਰ ਵੀ ਗੱਲ ਸੀ, ਇਹਨਾਂ ਨੂੰ ਤਕਲੀਫ ਕਿਹੜੀ ਚੱਲਦੀ ਸੀ, ਜਿਸ ਵਕਤ ਇਹਨਾਂ ਨੇ ਮਿਸਲਾਂ ਲਈਆਂ ਨੇ, ਜਦ ਉਹ ਕਹਿੰਦੇ ਵੀ ਮਿਸਲ ਲੈਣੀ ਹੈ, ਜਿਹੜੇ ਨਿਹੰਗ ਸਿੰਘ ਦੇ ਜੋਰ ਉਹਨਾਂ ਕੋਲ ਤਕੜਾ ਸੀ, ਡਾਂਗ ਉਹਨਾਂ ਦੀ ਤਕੜੀ ਸੀ, ਉਹ ਕਹਿੰਦੇ ਬਾਣਾ ਲਾ ਦੇ। ਜੇ ਰਾਜ ਵਾਲੇ ਬਾਣਾ ਲਾਉਣਾ ਇੱਕ ਮੌਤ ਦੀ ਨਿਸ਼ਾਨੀ ਸੀ, ਬੇਇੱਜ਼ਤੀ ਸੀ। ਬੇਇੱਜ਼ਤੀ ਕਰਕੇ ਦਿੱਤਾ ਰਾਜੇ ਨੂੰ। ਅੰਦਰੋਂ ਸਾਡੇ ਨਾਲ ਜਿੱਦ ਹੀ ਲੱਗਦੇ ਨੇ, ਬਾਣਾ ਨਹੀਂ ਪਾਉਣ ਦਿੱਤਾ ਇਹਨਾਂ ਨੂੰ। ਅਸੀਂ ਅੰਦਰੋਂ ਅਕਾਲੀ ਫੂਲਾ ਸੋਨਾ ਨਹੀਂ ਦੱਸਦੇ ਨੇ, ਅੰਦਰੋਂ ਲੱਗਦੇ ਨੇ, ਹੁਣ ਸਹੀ ਲੱਗਦੇ ਨੇ। ਕਹਿੰਦੇ ਸਾਡੀ ਬੇਇੱਜ਼ਤੀ ਕੀਤੀ, ਬਾਣਾ ਬੇਇੱਜ਼ਤੀ ਕਰੀਏ ਨਾ ਤੁਹਾਡੀ। ਜੇ ਗੁਰੂ ਦਾ ਹੁਕਮ ਹੈ ਬਾਣਾ ਨਹੀਂ ਪਾਉਣਾ, ਨਾ ਤੁਸੀਂ ਨਾ ਲਓ ਰਾਜ ਨਾ ਲਓ। ਅਸੀਂ ਬਾਣਾ ਰੱਖਿਆ ਸੀ, ਰਾਜ ਨਹੀਂ ਲਿਆ। ਕਰੋ ਕੁਰਬਾਨੀ, ਜੇ ਬਾਣਾ ਲੈਣਾ ਕੁਰਬਾਨੀ ਕਰਨੀ ਪਊਗੀ, ਨਹੀਂ ਲਾ ਦਿਓ। ਜੇ ਲਾਲਚ ਆ ਗਿਆ ਲਾ ਦਿਓ। ਦੋ ਗੱਲਾਂ ਨਹੀਂ ਮਿਲਦੀਆਂ, ਵੀ ਬਾਣਾ ਵੀ ਮਿਲ ਜਵੇ, ਲਾਲਚ ਵੀ ਮਿਲ ਜਵੇ, ਦੋ ਗੱਲਾਂ ਨਹੀਂ ਮਿਲਣੀਆਂ ਇੱਥੇ। ਇਹ ਗੱਲਾਂ ਲੱਗਦੇ ਨੇ ਨਾਲ ਸਾਡੇ, ਇਹ ਗੱਲਾਂ ਉਹ ਗੱਲ ਹੀ ਲੱਗਦੇ ਨੇ। ਅਸੀਂ ਤਾਂ ਹੀ ਚੁੱਪ ਸੀ, ਇਹਦੇ ਕਰਕੇ ਕਰਦੇ ਰਹਿੰਦੇ ਇੱਥੇ। ਪਤਾ ਤਾਂ ਹੁਣ ਲੱਗੂਗਾ, ਹੁਣ ਉਹਦਾ ਬਦਲਾਮ ਹੋ ਗਿਆ ਜ਼ਿਆਦਾ। ਸਾਡੇ ਬੰਦੇ ਜੋ ਬਦਲਾਮ ਨਹੀਂ ਹੈ। ਗਰੀਬ ਹੈਗੇ ਨੇ ਇਹ ਜ਼ਰੂਰ, ਸੰਤੋਖੀ ਹੈਗੇ ਨੇ, ਆਪਣਾ ਉਸੇ ਚਾਲ ਚੱਲੀ ਜਾਂਦੇ ਨੇ ਬਸ। ਇਹ ਨਾ ਉਹਨਾਂ ਦੀਆਂ ਗਲਤੀਆਂ ਹੈ, ਮੈਂ ਮੰਨਦਾ ਬਥੇਰੀਆਂ ਹੁੰਦੀਆਂ ਨੇ, ਪਰ ਇਹੋ ਜਿਹੇ ਨਹੀਂ ਹਨ ਉਹ, ਇੰਨੇ ਗਿਰੇ ਹੋਏ ਨਹੀਂ। ਇਹ ਸਾਂਭੇ ਜਾ ਸਕਦੇ ਨੇ। ਪ੍ਰਚਾਰ ਇਹਨਾਂ ਨੂੰ ਵੀ ਨਹੀਂ ਕੀਤਾ ਹੋਇਆ। ਪ੍ਰਚਾਰ ਨਹੀਂ, ਇਹ ਬਿਨਾਂ ਪ੍ਰਚਾਰ ਤੇ ਇੰਨੇ ਹੈਗੇ ਨੇ। ਇਹ ਪ੍ਰਚਾਰ ਨਾਲ ਠੀਕ ਹੋ ਸਕਦੇ ਨੇ। ਉਹ ਵਿਗੜ ਗਿਆ, ਉਹ ਦੋ ਡੋਲਰ ਵਾਲਾ ਸਾਰਾ। ਇਹ ਸਮਝਾਏ ਤੇ ਠੀਕ ਹੋ ਸਕਦੇ ਨੇ। ਉਹਦੇ ਚੋਂ ਜਿਹੜੇ ਨਹੀਂ ਸਮਝਦੇ ਉਹਨਾਂ ਦਾ ਅਸੀਂ ਬਾਣਾ ਲਾ ਦਾਂਗੇ, ਵੀ ਲਾ ਦਿਓ ਭਾਈ ਬਾਣਾ, ਅਸੀਂ ਵੀ ਲਾ ਦਿੰਦੇ ਹੁੰਦੇ ਬਾਣਾ। ਜੇ ਨਾ ਆਵੇ ਨਾ ਕਾਰਜ ਸਾਡੀ ਚ ਨਾ ਮੰਨੇ, ਅਸੀਂ ਕਹਿੰਦੇ ਤੂੰ ਬਾਣਾ ਲਾ ਦੇ ਫਿਰ ਬਸ, ਹੋਰ ਕੁਛ ਨਹੀਂ। ਕੋਈ ਲੜਾਈ ਨਹੀਂ, ਕੋਈ ਪੜ੍ਹਾਈ ਨਹੀਂ, ਤੇ ਨਹੀਂ ਚੱਕ ਹੁੰਦਾ ਬੋਝ, ਲਾ ਦੇ। ਕਿਉਂ ਬਦਨਾਮ ਕਰਦਾ? ਬਸ ਜਾਂ ਬਾਣਾ ਲਾ ਦੇ ਜਾਂ ਸਿੱਧਾ ਹੋ ਜਾ। ਹਾਂਜੀ, ਸੰਨਿਆਸੀ ਮਾਤੇ ਅਹਮੇਵ, ਸੰਨਿਆਸੀ ਮਾਤੇ ਅਹਮੇਵ ਹੰਕਾਰੀ ਨੇ। ਸੰਨਿਆਸੀ ਆਪਣੇ ਆਪ ਨੂੰ ਬੜੇ ਧਾਰਮਿਕ ਸਮਝਦੇ ਨੇ। ਹਾਂਜੀ, ਤਪਸੀ ਮਾਤੇ ਤਪ ਕੇ ਭੇਵ, ਤਪਸੀ ਜਿਹੜੇ ਤਪੱਸਿਆ ਕਰਨ ਵਾਲੇ ਨੇ, ਉਹ ਉਹਨਾਂ ਨੂੰ ਹੰਕਾਰ ਹੋਇਆ ਵੀ ਅਸੀਂ ਬੜੇ ਤਪਸਵੀ ਹਾਂ। ਇਹ ਸਭ ਹੰਕਾਰ ਦੀਆਂ ਕੈਟਾਗਰੀਆਂ ਹੋਣੀਆਂ ਨੇ। ਹੁਣ ਪੰਡਤ ਉਹਦੇ ਨਾਲ ਸ਼ਾਸਤਰ ਪੜ੍ਹ ਕੇ, ਸਿਮਰਤੀ ਨਹੀਂ ਪੜ੍ਹੀ, ਸ਼ਾਸਤਰ ਪੜ੍ਹ ਕੇ, ਜੋਗੀ ਯੋਗ ਧਿਆਨ ਚ, ਹਾਂ
ਸਭ ਮਤ ਮਾਤੇ ਕੋਉ ਨਾ ਜਾਗ। ਸਭ ਮਦ ਮਤ ਕੋਈ ਨਾ ਜਾਗਣਾ, ਜੋ ਕੋਈ ਵੀ ਨਹੀਂ ਜਾਗਦਾ। ਚਾਰ ਕੈਟਾਗਰੀਆਂ ਚੋਂ ਕੋਈ ਜਾਗਦਾ ਨਹੀਂ। ਤੇ ਇੱਥੇ ਤਾਂ ਸਾਰੇ ਬਣਾਏ ਪਏ ਨੇ ਵਿੱਚ, ਸਾਰੇ ਜਾਗਦੇ ਨਹੀਂ ਆਏ ਨੇ, ਜੋ ਇੱਕ ਵੀ ਨਹੀਂ ਜਾਗਦਾ, ਸਭ ਸੁੱਤੇ ਪਏ ਨੇ। ਸੰਗ ਹੀ ਚੋਰ ਕਰ ਮੁੱਛਣ ਲਾਗ। ਚੋਰ ਇਹਨਾਂ ਨਾਲੇ ਨੇ, ਚੋਰ ਜਿਹੜੇ ਕਾਪਰੋਂ ਲੋਭ ਮੋਹ ਕਰ ਚੋਰੇ ਨੇ। ਘਰ ਕਹਿੰਦੇ ਉਹ ਘਰ ਇਹਦਾ ਲੁਟਾਈ ਜਾਂਦੇ ਨੇ, ਲੁੱਟੀ ਜਾਂਦੇ ਨੇ ਘਰ। ਮੁੱਛਣ ਲਾਗ ਮੁਸਲ ਲੁੱਟਣਾ, ਗਿਆਨ ਲੁੱਟੀ ਜਾਂਦੇ ਨੇ ਇਹਦਾ। ਜਾਗੇ ਸੁਖ ਦੇਉ ਅਰ ਅਕੂਰ। ਅਖਰੂਰ ਜਾਗੇ ਕੌਣ ਨੇ ਪਿੱਛੇ? ਅਕੂਰ ਜਾਗੇ ਕੌਣ ਨੇ? ਸੁਖ ਦੇਉ। ਪਹਿਲਾਂ ਸੁਖਦੇਵ ਜਾਗਿਆ। ਜਿਹੜਾ ਜਾਗਿਆ ਉਹ ਸੁਖਦੇਵ ਸਾਰਿਆਂ ਨੂੰ ਹੀ ਹੈ। ਅਕੂਰ ਜਿਹੜਾ ਜਾਗ ਜਾਂਦਾ ਉਹ ਸੁੱਖ ਦਿੰਦਾ, ਸਭ ਵਾਸਤੇ ਹੀ ਸੁੱਖ ਦਿੰਦਾ। ਸੁੱਖ ਤਾਂ ਕਿਸੇ ਨੂੰ ਦੁੱਖ ਨਹੀਂ ਦਿੰਦਾ। ਉਹ ਕਿਸੇ ਨੂੰ ਦੁੱਖ, ਸੁਖਦੇਵ ਕਹਿੰਦੇ ਹੀ ਉਹਨੂੰ ਨੇ ਜੋ ਸਾਰਿਆਂ ਨੂੰ ਸੁੱਖ ਦੇਵੇ। ਉਹ ਐਸਾ ਦੇਵਤਾ ਹੈ। ਦੇਵਤਾ ਤਾਂ ਆਦਮੀ ਨੂੰ ਕਹਿੰਦੇ ਨੇ, ਜਨ ਮਾਨਸ ਦੇ ਦੇਵਤੇ ਕੀ ਹੈ? ਉਹ ਐਸਾ ਦੇਵਤਾ ਹੁੰਦਾ ਕਿ ਸਾਰਿਆਂ ਨੂੰ ਸੁੱਖ ਦਿੰਦਾ, ਦੁੱਖ ਕਿਸੇ ਨੂੰ ਵੀ ਨਹੀਂ ਦਿੰਦਾ। ਆਪਣਾ ਉਹਦਾ ਵਿਰੋਧੀ ਕੋਈ ਹੁੰਦਾ ਹੀ ਨਹੀਂ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭ ਨੇ ਹੂੰ ਕੇ ਸਾਜਨ। ਸਾਜਨ ਤਾਂ ਸੁੱਖ ਦਿੰਦਾ ਹੁੰਦਾ। ਸਾਜਨ ਕਹਿੰਦੇ ਉਹਨੂੰ ਨੇ ਜਿਹੜਾ ਸੁੱਖ ਦੇਵੇ। ਸਾਜਨ ਉਹਨੂੰ ਕਹਿੰਦੇ ਨੇ ਜਿਹਨੂੰ ਦੇਖ ਕੇ ਸੁੱਖ ਮਿਲ ਜੇ। ਅਸਲ 'ਚ ਸਾਜਨ ਕੌਣ ਹੈ? ਸਾਜਨ ਨੇ ਸੁੱਖ ਦਿੱਤੇ ਤੋਂ ਸੁੱਖ ਮਿਲੇ, ਇਹ ਗੱਲ ਨਹੀਂ ਸਾਜਨ ਵਾਸਤੇ ਹੁੰਦੀ। ਸੁੱਖ ਤਾਂ ਕੋਈ ਵੀ ਦੇ ਸਕਦਾ, ਸੁੱਖ ਤਾਂ ਨੌਕਰ ਵੀ ਦੇ ਸਕਦਾ। ਤੇ ਸਾਜਨ ਜਾਂ ਨੌਕਰ 'ਚ ਕੀ ਫਰਕ ਹੋਇਆ? ਸੁੱਖ ਤਾਂ ਪੈਸਾ ਵੀ ਦੇ ਸਕਦਾ। ਸਾਜਨ ਕਿਹਨੂੰ ਕਹਿੰਦੇ ਨੇ? ਜਿਹਦੇ ਦਰਸ਼ਨ ਨਾਲ ਸੁੱਖ ਮਿਲ ਜਾਵੇ, ਜਿਹਦਾ ਮੂੰਹ ਦੇਖ ਕੇ, ਜਿਵੇਂ ਕੋਈ ਜਵਾਕ ਹੈ ਕਿਸੇ ਦਾ, ਉਹਨੂੰ ਦੇਖ ਕੇ ਖੁਸ਼ ਹੋ ਜਾਂਦਾ, ਕਿਉਂਕਿ ਸਾਜਨ ਬਣਿਆ ਹੋਇਆ ਨਾ, ਉਹਦੇ ਨਾਲ ਪ੍ਰੇਮ ਹੈ ਉਹਦਾ। ਜਿਹਨੂੰ ਦੇਖ ਕੇ ਸੁੱਖ ਮਿਲੇ ਸਾਜਨ ਹੈ। ਉਹ ਦੇਊਗਾ ਉਹ ਸੁੱਖ, ਉਹਦਾ ਅਲੱਗ ਗੱਲ ਹੈ, ਜਾਂ ਸੁੱਖ ਦੇਊ ਉਹਦਾ ਅਲੱਗ ਗੱਲ ਹੈ ਲੋ। ਪਰ ਦੇਖ ਕੇ ਸੁੱਖ ਹੋ ਜਾਏ, ਦੇਖ ਕੇ ਹੀ ਦੁੱਖ ਘਟ ਜਾਵੇ, ਉਹ ਸਾਜਨ। ਸਾਜਨ ਸੋਈ ਜੇ ਚੱਲਦਿਆਂ ਨਾਲ ਚੱਲਣ, ਚਲਦਿਆਂ ਨਾਲ ਚੱਲਣ। ਜੇ ਸੰਸਾਰ ਛੱਡ ਕੇ ਜਾਵੇ, ਜਦ ਵੀ ਨਾਲ ਜਾਵੇ, ਉਹ ਸੱਜਣ। ਜਿਹੜਾ ਇੱਥੇ ਆ ਜਾਂਦਾ ਸੱਜਣ, ਉਹ ਨਹੀਂ ਸੱਜਣ। ਹਾਂ, ਜਾਗੇ ਸੁਖ ਦੇਉ ਅਰ ਅਕੂਰ। ਅਸਲ ਚ ਹਣਵੰਤ ਜਾਗੇ ਧਰ ਲੰਕੂਰ। ਅਕਰੂਰ ਲਫ਼ਜ਼ ਹੈ, ਅਕੂਰ ਨਹੀਂ ਹੈਗਾ। ਅਕਰੂਰ ਆਹੋ, ਪੈਰ ਚ ਰਾਰਾ ਹੋਣਾ, ਪੈਰ ਚ ਰਾਰਾ ਕੱਟਿਆ ਗਿਆ। ਅਕਰੂਰ ਲਫ਼ਜ਼ ਹੈ। ਸੁਖ ਦੇਉ ਅਰ ਅਕਰੂਰ। ਸੁਖਦੇਵ ਜਾਗਿਆ, ਇਹ ਜਿਹੜਾ ਕੋਈ ਕਰੂਰਤਾ ਤਿਆਗਿਆ, ਤਿਆਗਤੀ ਉਹ ਜਾਗਿਆ। ਜਿਹੜਾ ਕਰੂਰ ਬੁੱਧੀ ਹੈ, ਕਰੂਰ ਕੀ ਬੁੱਧੀ ਹੈ? ਹੁਕਮ ਦਾ ਵਿਰੋਧ ਕਰਨਾ ਕਰੂਰ ਬੁੱਧੀ ਹੈ, ਕਰੂਰਤਾ ਹੈ। ਇਹ ਸਾਰੇ ਗੁਣਵਾਚਕ ਲੋਕ ਨੇ। ਕਰੂਰਤਾ ਤਿਆਗ ਦੇਵੇ, ਜਿਹੜਾ ਕਰੂਰ ਬੁੱਧੀ ਹੁੰਦਾ, ਹੁਕਮ ਦਾ ਵਿਰੋਧ ਕਰ ਲਓ। ਕਰੂਰ ਆੜਾ ਇਹਦਾ ਨਾਲ ਨੈਗੇਟਿਵ ਬਣਿਆ ਹੈ। ਕਰੂਰਤਾ ਤਿਆਗ ਦੇਵੇ। ਜਿਹਦੇ ਚ ਕਰੂਰਤਾ ਨਹੀਂ ਰਹੀ, ਉਹ ਜਾਗਿਆ। ਹਣਵੰਤ ਜਾਗੇ ਧਰ ਲੰਕੂਰ। ਹਾਂ, ਹਣਵੰਤ ਜਾਗੇ, ਹਣਵੰਤ ਜਾਗੇ ਹਣਵੰਤ ਜਾਗੇ ਧਰ ਲੰਕੂਰ। ਹਾਂ, ਹਣਵੰਤ ਕਾ ਹੁੰਦਾ? ਜਿਹਨੇ ਆਪਣਾ ਮਨ ਮਾਰ ਲਿਆ, ਹਣਵੰਤ ਹੈ ਅਸਲ ਚ। ਹਨਨ ਕਰਨਾ, ਮਾਰ ਦੇਣਾ, ਆਪਣਾ ਆਪਾ ਮਾਰਿਆ, ਜਿਹਨੇ ਆਪਣਾ ਆਪਾ ਮਿਟਾਇਆ। ਹਨਨ ਵਾਲਾ ਵੰਤ ਹੁੰਦਾ, ਵਾਲਾ ਹਨਵੰਤ ਹੁੰਦਾ ਆਪਣੇ ਆਪ ਨੂੰ ਮਾਰਨ ਵਾਲਾ। ਹਾਂ, ਹਨਨ ਕਰਨ ਵਾਲਾ, ਆਪਣੇ ਜਿਹੜੇ ਔਗਣ ਨੇ ਉਹਨਾਂ ਦਾ ਹਨਨ ਕਰਨ ਵਾਲਾ। ਆਪਣੀ ਮਤ ਨੂੰ ਹਨਨ ਕਰਨ ਵਾਲਾ ਹਨਵੰਤ। ਜਾਗੇ ਧਰ ਆਪਣੀ ਮਰਜ਼ੀ ਨੂੰ ਮਾਰਨ ਵਾਲਾ ਧਰ ਲੰਕੂਰ। ਹਾਂ, ਹਣਵੰਤ ਜਾਗੇ ਹਾਂ, ਧਰ ਲੰਕੂਰ। ਤਾਰੇ ਲੰਕੂਰ। ਫਿਰ ਜਦ ਜਾਗਿਆ ਤਾਂ ਉਹ ਹਿਰਦੇ ਚ ਟਿਕ ਗਿਆ, ਫਿਰ ਬਸ ਗਿਆ ਜਾ ਕੇ। ਫਿਰ ਉਹ ਧਰਤੀ ਉਹਦੀ ਕਿਹੜੀ ਹੋ ਗਈ? ਤਰ ਲੰਕ ਊਰ। ਊਰ ਹਿਰਦਾ, ਉਹ ਹਿਰਦਾ ਜਿਹਨੂੰ ਲੰਕਾ ਕਹਿੰਦੇ, ਉੱਥੇ ਜਾ ਰਿਹਾ।
ਉਹ ਲੰਕਾ ਹਨੂੰਮਾਨ ਤਾਂ ਹੀ ਭੇਜਿਆ। ਲੰਕ ਊਰ ਲੰਕਾ ਨਹੀਂ ਹਿਰਦਾ ਲੰਕਾ ਕਿਆ? ਲੰਕਾ ਲੂਟੀ ਦੰਦ ਸੰਤਾਪੇ। ਲੰਕੂਰ ਆ ਜਿਹੜੀ ਆਪਣੇ ਉਹਦੀ ਲੰਕਾ, ਆਪਣੀ ਲੰਕਾ ਨਾ, ਉਹਦਾ ਹਿਰਦਾ, ਉਹ ਲੰਕਾ ਜਾ ਕੇ ਬਸ ਗਿਆ। ਫਿਰ ਉਹ ਧਰਤੀ ਉਹਨੇ ਲੈ ਲਈ, ਬਾਹਰਲੀ ਧਰਤੀ ਛੱਡਤੀ, ਆ ਸਰੀਰ ਛੱਡਤਾ। ਸਰੀਰ ਦੀ ਧਰਾਤਲ ਛੱਡ ਕੇ ਨਾ, ਮਨ ਪਹਿਲਾਂ ਸਰੀਰ ਦੀ ਧਰਾਤਲ ਤੇ ਰਹਿੰਦੇ ਨੇ, ਦਿਮਾਗ 'ਚ ਰਹਿੰਦੇ ਨੇ, ਦਿਮਾਗ ਛੱਡ ਕੇ ਹਿਰਦੇ ਜਾ ਵਸਿਆ। ਤਿਰਕੁੜੀ ਛੱਡ ਕੇ ਹਿਰਦੇ ਜਾ ਵਸਿਆ, ਦਸਮ ਦੁਆਰ ਜਾ ਵਸਿਆ। ਲੰਕ ਲੂਟ ਲਿਆਊ, ਲੰਕਾ ਲੂਟੀ ਦੰਦ ਸੰਤਾਪੇ। ਲੁੱਟੀ ਗਈ ਜਾਂ ਲੰਕਾ, ਜਿਹੜੇ ਰਾਖੀ ਤੇ ਦੰਦ ਭੱਜ ਗਏ। ਲੁੱਟੀ ਗਈ ਕੀ? ਲੁੱਟੀ ਗਈ ਲੰਕਾ। ਕਹਿੰਦੇ ਰਾਵਣ ਦਾ ਬਾਗ ਪੱਟ ਕੇ ਸਮੁੰਦਰ ਸਿਰਤਾ। ਰਾਵਣ ਦੀ ਇੱਛਾ ਦਾ ਬਾਗ ਲਾਇਆ ਤਾਂ ਨਾ, ਵਿਆਹ ਕਰਾਂਗੇ ਫਿਰ ਉਹ ਕਰਾਂਗੇ, ਸਾਰੇ ਪੇੜ ਪੱਟ ਕੇ ਉਹ ਮਾਰੇ ਸਮੁੰਦਰ 'ਚ। ਉਹ ਗੱਲਾਂ ਕੁਛ ਕਹੀਆਂ ਹੋਈਆਂ ਨੇ ਬੁੱਢੇ ਰਾਣੀਆਂ ਨੇ। ਉਹ ਰਾਵਣ ਦਾ ਬਾਗ ਦੱਸ ਕੇ ਆਇਆ ਹੋਇਆ ਕਿੱਥੇ? ਇਹ ਮਨ ਦਾ ਬਾਗ ਲਾਇਆ ਹੋਇਆ ਆਪਣਾ। ਜਦ ਮਨ ਆਪ ਖੜਿਆ, ਕਿੱਥੇ ਦਾ ਮਨ ਆਪ ਖੜਿਆ, ਮਨ ਖੜਿਆ ਹਰਿਆ ਬਾਗ, ਉਹ ਬਾਗ ਫੇਰ ਹੋਇਆ, ਫਿਰ ਮਨ ਆਪ ਖੜਿਆ। ਹਾਂ ਜੀ। ਸ਼ੰਕਰ ਜਾਗੇ ਚਰਨ ਸੇਵ, ਕਰ ਜਾਗੇ ਨਾਮਾ ਜੈ ਦੇਵ। ਸ਼ੰਕਰ ਵੀ ਜਾ ਸਕਦਾ ਹੈ, ਇਹ ਨਹੀਂ ਹੈ। शंकर देखो शिव नहीं लफ्ज बोले आए, शंकर आया है, शिव नहीं आया लफ्ज, शिव लफ्ज परमेश्वर वास्ते आया है। महादेव को कहते सदा शिव। शंकर आया है, शंकर वा जो शंका है, जो शंका मिटाओ धर्म तो जो शंका मिटा रहा शंकर। शंकर का जेड़ा तो शंकर जागया उन्हें तो अपनी शंका में कर लिया दूर। एक शंकर है या अपनी दूर की नहीं, दूर की दूर होने देनी है। या शंकर ने खुद भगवान बनना है, फिर दूर की शंका क्यों दूर होने दो? फिर तो पाऊगा। जे तो उन्हें आप बनना रब, जे तो संत ने आप विज्ञानी बनना, फिर तो बनाऊगा उन्होंने लोगों का। फिर तो गुरु नानक देव नूं बनाऊंगा परमेश्वर हो, कि तो बाद आप भी बनना भी आदमी हुंदा। तो जे उन्हें आप दास बनना तो नानक नूं दास बनाऊंगा। जे आप दास बनना आदमी कुछ नहीं हुंदा, जब गुरबाणी कहती है, फिर गुरबाणी का सही प्रचार करूंगा। जे आप दास बनना, ईमानदारी ना बनना चाहता है, जे मुंह तो दास रहना तो अंदर कुछ हो रहा, जिन मन होर मुख होर, तो वह निगाह रखता फलाने ने पैदी हथ नहीं लाया आके। वो कहना दास, मुंह तो दास है, कहना हौली दे के कहना दास, जोर दे के दास नहीं कहना। भी सच्ची बिच्ची ना मान लैन मैनू दास कहते लोग, पखंड करते दास कह के। लोग कहते जानते नहीं। ਜਿਹੜੀ ਪਬਲਿਕ ਨੂੰ ਤੁਸੀਂ ਬੇਵਕੂਫ ਬਣਾਇਆ, ਪਬਲਿਕ ਹੋਰ ਸੀ। ਜਿਹੜੀ ਤੁਹਾਨੂੰ ਬੇਵਕੂਫ ਸਾਬਤ ਕਰੂਗੀ ਉਹ ਪਬਲਿਕ ਹੋਰ ਹੈ। ਹੁਣ ਜਿਹੜੀ ਤੁਹਾਨੂੰ ਬਨਾਰਸ ਦੇ ਠੱਗ ਸਾਬਤ ਕਰੂ ਉਹ ਹੋਰ ਹੁੰਦੇ ਨੇ ਬੰਦੇ, ਉਹ ਵੀ ਹੁੰਦੇ ਨੇ। ਉਸ ਇੰਟੈਲੀਜੈਂਸੀ ਦੇ ਧੱਕੇ ਹੁਣ ਤੁਸੀਂ ਚੜ੍ਹ ਗਏ। ਉਹ ਕਹਿੰਦੇ ਜਦੋਂ ਕਾਲ ਦੇਖ ਲਵੇ ਤੂੰ ਕਾਲ ਬੱਪਰੀ ਹਰੀ। ਹੁਣ ਤੁਹਾਨੂੰ ਕਾਲ ਬੱਪਰੇ ਨੇ ਦੇਖ ਲਿਆ। ਇਹ ਹੇਰਾ ਫੇਰੀ ਆ, ਸੰਤ ਦੀ ਹੇਰਾ ਫੇਰੀ ਕਾਲ ਬੱਪਰੇ ਨੇ ਦੇਖ ਲਈ, ਉਹ ਵੀ ਆ ਗਈ ਹੁਣ ਰੇਂਜ ਵਿੱਚ। ਹੁਣ ਬਚਿਓ, ਹੁਣ ਬਚਣਾ ਔਖਾ, ਤੁਹਾਨੂੰ ਬਹੁਤ ਹੀ ਔਖਾ ਹੈ ਬਚਣਾ। ਕਿੰਨੇ ਤੁਸੀਂ ਚਾਲਾਂ ਚੱਲ ਲਓ, ਪਿੱਛੇ ਤੁਹਾਡੇ ਜਿਹੜੀ ਹੈ ਨਾ ਦਰਗਾਹ ਦੇ ਵੀ ਤੁਹਾਡੇ ਖਿਲਾਫ ਹੈ। ਸਮਾਂ ਤੁਹਾਡਾ ਮਾੜਾ ਹੈ, ਕਿ ਭਾਂਡਾ ਪਾਪ ਦਾ ਭਰ ਚੁੱਕਿਆ। ਤੁਹਾਡਾ ਬੜਾ ਨੁਕਸਾਨ ਕੀਤਾ ਤੁਸੀਂ ਗੁਰੂ ਘਰ ਦਾ। ਗੁਰੂ ਦੀ ਮਾਰ ਪੈਣੀ ਹੈ। ਅਸੀਂ ਕੌਣ? ਅਸੀਂ ਤਾਂ ਕੁਛ ਵੀ ਨਹੀਂ ਹੈਗੇ। ਮਾਰ ਤਾਂ ਦਰਗਾਹ ਹੀ ਪੈਣੀ ਹੈ ਤੁਹਾਨੂੰ। ਦਰਗਾਹ ਦੇ ਡੰਡੇ ਤੋਂ ਕੌਣ ਬਚਾਊ ਤੁਹਾਨੂੰ?
ਇਹ ਤਾਂ ਉੱਥੋਂ ਪੈਣੀਆਂ ਸਾਰੀਆਂ ਚਾਲਾਂ ਪੁੱਠੀਆਂ ਪੈਣੀਆਂ ਜਾਂਦੀਆਂ ਇਹਨਾਂ ਦੀ। ਜਿੰਨਾ ਕੁਝ ਕਰੋਗੇ ਸਾਰਾ ਪੁੱਠਾ ਪੈ ਜਾਣਾ। ਜਿੰਨਾ ਮਰਜ਼ੀ ਭੱਜ ਲਓ, ਜਿੱਧਰੋਂ ਮਰਜ਼ੀ ਭੱਜ ਲਓ, ਸਭ ਪੁੱਠਾ ਪੈ ਜਾਣਾ ਤੁਹਾਨੂੰ। ਜਿਹੜਾ ਆ ਜਾਊਗਾ ਗੁਰੂ ਦੀ ਸ਼ਰਨ ਬਚ ਜਾਊਗਾ, ਨਹੀਂ ਮਾਰਿਆ ਜਾਊਗਾ, ਕੱਖ ਨਹੀਂ ਰਹਿਣਾ ਪੱਲੇ। ਹਾਂਜੀ। ਸ਼ੰਕਰ ਜਾਗੇ ਚਰਨ ਸੇਵ, ਕਲ ਜਾਗੇ ਨਾਮਾ ਜੈ ਦੇਵ। ਸ਼ੰਕਰ ਜਾਗੇ ਚਰਨ ਸੇਵ। ਜੇ ਸ਼ੰਕਰ ਆਪ ਚਰਨ ਦੀ ਸੇਵਾ ਕਰਨ ਲੱਗ ਜਾਏ ਨਾ, ਜੁੱਤੀਆਂ ਜੋੜੇ ਝਾੜਨ ਲੱਗ ਜਾਏ ਸੰਗਤ ਦੇ, ਫਿਰ ਤਾਂ ਜਾਗ ਪੈਂਦਾ। ਜੇ ਆਕੜ ਰੱਖੇ ਮੈਂ ਬੜਾ, ਫਿਰ ਨਹੀਂ ਜਾਗਦਾ। ਇਹ ਵੀ ਡਿਊਟੀਆਂ ਲੱਗ ਜਾਣ ਸੰਤ ਉੱਥੇ ਗੁਰਦੁਆਰੇ ਜੋੜੇ ਝਾੜਨ ਦੀਆਂ ਡਿਊਟੀਆਂ ਕਰ ਲੈਣ ਸਾਰੀ ਜ਼ਿੰਦਗੀ, ਫਿਰ ਬਚ ਸਕਦੇ ਨੇ। ਵਰਨਾ ਇਹਨਾਂ ਦੀ ਕੋਈ ਵੀ ਗੁਰੂ ਅਮਰਦਾਸ ਨੇ 12 ਸਾਲ ਗਾਗਰ ਢੋਈ ਹੈ, ਢੋਈ ਉੱਥੇ ਜਾ ਕੇ। ਕਿਉਂ ਢੋਈ ਹੈ? ਉਹ ਕਹਿੰਦਾ ਸੀ ਮੇਰੇ ਵਰਗਾ ਕੋਈ ਵਿਦਵਾਨ ਨਹੀਂ ਹੈ, ਕੋਈ ਆਦਮੀ ਐਸਾ ਨਹੀਂ ਜਿਹੜਾ ਮੇਰਾ ਗੁਰੂ ਬਣ ਸਕੇ। ਭੁਲੇਖਾ ਸੀ। ਪਰ ਜਦ ਕਹਾਂ ਤੇ ਮਿਲਿਆ, ਉਹਨੇ ਦੱਸਤਾ ਵੀ ਅਜੇ ਤਾਂ ਤੂੰ ਮੈਦਾਨ 'ਚ ਘੁਲਣ ਜੋਗਾ ਹੋਇਆ ਹੀ ਨਹੀਂ, ਉਹਦਾ ਤੈਨੂੰ ਇਹ ਨਹੀਂ ਪਤਾ ਲਮੋਟਾ ਕਿਵੇਂ ਬੰਨੀਦਾ। ਆਇਆ ਦੂਜੇ ਸੀ ਨਾ, ਦੂਜੇ ਬਸ ਉਹ ਗਾਗਰ, ਫਿਰ ਉਹ ਹੰਕਾਰ ਸਾਰਾ ਲਾਤਾ ਉੱਥੇ, ਸਾਰਾ ਲਾਤਾ। ਪੜ੍ਹੇ ਨੂੰ ਅਨਪੜ੍ਹਿਆ ਕਰਤਾ ਸਾਰਾ। ਜੋ ਪੜ੍ਹਿਆ ਸੀ ਨਾ ਉੱਥੇ ਅਨਪੜ੍ਹਿਆ ਕੀਤਾ, ਸਾਰਾ ਅਨਪੜ੍ਹਿਆ ਕੀਤਾ। ਉਹ ਕੀ ਪੜ੍ਹਿਆ ਸੀ? ਸ਼ਾਸਤਰ ਪੜ੍ਹੇ ਸੀ, ਸ਼ਾਸਤਰ। ਉਹ ਸ਼ਾਸਤਰ ਪੜ੍ਹੇ ਸੀ। ਉਹ ਮੱਤ ਸੀ, ਮੱਤ ਆਈ ਨਹੀਂ। ਉਹਦਾ ਹੰਕਾਰ ਚੜਿਆ ਸੀ। ਸ਼ਾਸਤਰਾਂ ਦਾ ਹੰਕਾਰ ਚੜ ਜਾਂਦਾ ਹੁੰਦਾ। ਮੱਤ ਆਇਆ ਉਹੀ ਦੇਖਦੇ ਤੇ ਸ਼ਾਸਤਰਾਂ ਦੇ ਵਿੱਚ ਕੌਣ ਗਿਆਨਵਾਨ, ਹੋਰ ਕਾਹਦੇ ਨੂੰ ਦੇਖਦੇ ਤੇ? ਹੋਰ ਤਾਂ ਕੋਈ ਚੀਜ਼ ਨਹੀਂ ਸੀ ਦੇਖਣ ਦੀ। ਸ਼ਾਸਤਰ ਅਰਥ ਕਰਦੇ ਹੁੰਦੇ ਤੇ। ਬਾਣੀ ਵੀ ਨਹੀਂ, ਸਿਮਰਤੀਆਂ ਵੀ ਨਹੀਂ ਸੀ ਪੜ੍ਹਦੇ। ਉਹ ਕੁਝ ਹੋਰ ਕਹਿੰਦੀਆਂ ਨੇ, ਉਹ ਤਾਂ ਸ਼ਾਸਤਰਾਂ ਤੋਂ ਖਿਲਾਫ ਨੇ। ਜਿਹਨੇ ਸਿਮਰਤੀ ਪੜ੍ਹ ਲਈ ਸ਼ਾਸਤਰ ਦੇ ਨੇੜੇ ਨਹੀਂ ਜਾਂਦਾ। ਉਹ ਜਿਹੜੇ ਸੀ ਨਾ ਭੱਟ ਆਏ, ਉਹ ਸਿਮਰਤੀਆਂ ਦੇ ਪੜ੍ਹਨ ਵਾਲੇ ਸੀ ਸਾਰੇ, ਉਪਨਿਸ਼ਦਾਂ ਦੇ ਪੜ੍ਹਨ ਵਾਲੇ ਸੀ। ਉਹ ਨਹੀਂ ਥੱਲੇ ਉਤਰ, ਸ਼ਾਸਤਰਾਂ ਦੇ ਥੱਲੇ ਉਤਰਦੇ ਫਿਰ ਤਾਂ ਗਈ ਸੀ ਗੱਲ। ਜਿਹੜਾ ਸ਼ਾਸਤਰਾਂ ਦਾ ਆ ਗਿਆ ਨਹੀਂ ਗਈ ਕਹਾਣੀ। ਹੁਣ ਵੀ ਜਿਹੜੇ ਦੋ ਚੀਜ਼ਾਂ ਪੜ੍ਹਦੇ ਨੇ ਗਏ। ਸਾਡੇ ਜਿਹੜੇ ਗੁਰਬਾਣੀ ਪੜ੍ਹ ਕੇ ਨਾਲ ਦੂਏ ਪੜ੍ਹਦੇ ਨੇ, ਇਤਿਹਾਸ ਉਹ ਗਏ। ਸ਼ਾਸਤਰ ਨੇ ਸਾਡੇ, ਇਹ ਸ਼ਾਸਤਰ ਰਚਤੇ, ਸਾਡੇ ਇਤਿਹਾਸ ਉਹ ਗਿਆ ਬਸ। ਭਾਈ ਗੁਰਦਾਸ ਜੀ ਵਾਲਾ ਕੀ ਹੈ? ਸਾਖੀਆਂ ਨੇ, ਗੁਰੂ ਘਰ 'ਚ ਨਹੀਂ ਲਿਖੀਆਂ ਗਈਆਂ 12 ਕਦੇ ਵੀ। ਇਹ ਤਾਂ ਇਹਨਾਂ ਨੇ ਪਖੰਡ ਬਣਾਇਆ। ਹਾਂਜੀ। ਕਲ ਜਾਗੇ ਨਾਮਾ ਜੈ ਦੇਵ। ਕਲ ਜਾਗੇ ਨਾਮਾ ਸਹਿਦੇਵ ਜੈ ਦੇਵ। ਨਾਮਾ ਔਰ ਸਹਿਦੇਵ ਵੀ ਜਾਗੇ। ਕੱਲ ਦਾ ਮਤਲਬ, ਕਲ ਜਾਗੇ ਦਾ ਮਤਲਬ ਕੀ ਹੈ? ਕਲ ਯੁੱਗ ਦਾ ਮਤਲਬ ਨਹੀਂ ਹੈ ਵੀ ਉਹ ਕੋਈ ਯੁੱਗ ਹੋਰ ਸੀ, ਜੋ ਇੱਕੋ ਹੀ ਹੈ। ਕੱਲ ਨਾ ਕਲਪਨਾ ਉਹਨਾਂ ਦੇ ਅੰਦਰ ਸੀ, ਨਾਮੇ ਦੇ ਅੰਦਰ, ਜੈਦੇਵ ਦੇ ਅੰਦਰ ਵੀ ਕਲਪਨਾ ਸੀ। ਮਾਇਆ ਦੀ ਭੁੱਖ ਸੀ, ਮਾਇਆ ਦੀ ਭੁੱਖ ਛੱਡ ਕੇ ਜਾਗੇ ਨੇ। ਜੋਗੀ ਵੀ ਮਾਇਆ ਦੀ ਭੁੱਖ ਤਿਆਗਦਾ ਯੋਗ ਧਿਆਨ 'ਚ। ਸੰਨਿਆਸੀ ਵੀ ਨੂੰ ਵੀ ਇਹੀ ਉਪਦੇਸ਼ ਹੈ। ਜਾਗੇ ਕਲ ਨੇ, ਕਲਪਨਾ ਛੱਡੀ ਹੈ। ਕੱਲ ਜਾਗੇ, ਕੱਲ ਦੇ ਵਿੱਚ ਕੁਝ ਪ੍ਰਾਪਤ ਕੀਤਾ। ਸੋਚਣਾ ਛੱਡ ਕੇ ਸਮਝਣਾ ਸ਼ੁਰੂ ਕੀਤਾ। ਬਸ ਸੋਚਣਾ ਛੱਡਤਾ, ਧਰਮ ਸਮਝਣਾ ਸ਼ੁਰੂ ਕਰਤਾ। ਧਰਮ ਸਮਝਣ ਦਾ ਵਿਸ਼ਾ ਹੈ। ਸਮਝ ਲਿਆ, ਜੋ ਸਮਝ ਲਿਆ ਉਹ ਕੋਲ ਰਹਿਣਾ। ਸਾਡੇ ਹਰ ਵਕਤ ਕੋਲ ਕੀ ਰਹਿੰਦਾ? ਸਮਝ ਲਿਆ ਸੀ ਸਾਡੇ ਕੋਲ। ਕੁਝ ਵੀ ਸਮਝ ਲਿਆ ਜਾਓ ਨੇ। ਇੱਕ ਡਾਕਟਰ ਬਣ ਗਿਆ, ਡਾਕਟਰੀ ਸਮਝ ਲਈ ਜਿੱਥੇ ਮਰਜ਼ੀ ਚਲਿਆ ਜਾਵੇ। ਜਦ ਬਿਮਾਰ ਨੂੰ ਦੇਖੂਗਾ ਦੱਸ ਦੂਗਾ ਵੀ ਭਾਈ ਆ ਦਵਾਈ ਕਰ ਲੈ, ਤੇ ਉਹਦੇ ਕੋਲ ਹੈ ਨਹੀਂ ਸਮਝ। ਉਹਨੂੰ ਕਿਹਾ ਗੁਰ ਮੇਰੇ ਸੰਗ ਸਦਾ ਹੈ, ਗਿਆਨ ਨਾਲ ਹੈ ਉਹਦੇ, ਜਿਹੜਾ ਉਹਦਾ ਗਿਆਨ ਉਹਦੇ ਨਾਲ ਹੈ। ਪਰ ਜਿਹੜਾ ਗਿਆਨ ਚੱਲਦਿਆਂ ਨਾਲ ਚੱਲਦਾ ਹੈ ਉਹ ਆਤਮ ਗਿਆਨ ਹੈ। ਬਸ ਇੰਨਾ ਫਰਕ ਹੈ।
ਬਾਕੀ ਕੋਈ ਗਿਆਨ ਮਰੇ ਤੇ ਬੁੱਧੀ ਦੇ ਨਾਲ ਨਹੀਂ ਜਾਂਦਾ। ਆਤਮ ਗਿਆਨ ਇਹਦੇ ਨਾਲ ਹੀ ਰਹਿੰਦਾ ਕਿ ਆਤਮਾ ਦਾ ਗਿਆਨ ਹੈ ਨਾ, ਆਤਮਾ ਦਾ ਗਿਆਨ ਆਤਮਾ ਨਾਲ ਰਹੂ, ਮਾਇਆ ਦਾ ਗਿਆਨ ਇੱਥੇ ਰਹਿ ਜੂ। ਜਿਹੜੀ ਚੀਜ਼ ਨਹੀਂ ਨਾਲ ਜਾਂਦੀ ਉਹਦਾ ਗਿਆਨ ਤੇ ਕੀ ਕਰਾਉਣਾ। ਜਿਹਦੀ ਜਦ ਹੁਣ ਇੱਕ ਆਦਮੀ ਹੈ, ਚਲੋ ਅੱਗੇ ਤਾਂ ਚਲੇ ਗਏ, ਸਾਡੇ ਕੋਲ ਗੱਡੀ ਹੈ, ਗੱਡੀ ਦੇ ਨਾਲ ਥੋੜੀਆਂ ਚਾਬੀਆਂ ਵੀ ਹੁੰਦੀਆਂ ਨੇ ਸਾਡੇ ਕੋਲ, ਜੈਕ ਹੁੰਦਾ, ਕਈਆਂ ਦੇ ਹਵਾ ਭਰਨ ਵਾਲੇ ਵੀ ਨਾਲ ਰੱਖੇ ਨੇ, ਹੁੰਦਾ ਨਾ ਸਮਾਨ, ਇੱਕ ਸਟਿੱਪਣੀ ਵੀ ਹੈ ਨਾਲ। ਗੱਡੀ ਦਾ ਇਹ ਲਾਤੀ ਉੱਥੇ ਆਪਣੇ ਗੈਰੇਜ ਦੇ ਵਿੱਚ, ਜਿੱਥੇ ਪਾਰਕਿੰਗ ਦੇ ਵਿੱਚ ਪਾਰਕਿੰਗ ਕਰਤੀ, ਅਸੀਂ ਉਹਦੇ ਜਾ ਚੜ੍ਹਨ ਕਿ ਉਹ ਸਮਾਨ ਗੱਡੀ ਦਾ ਬਾਕੀ ਨਾਲ ਲੈ ਕੇ ਚੜੋਗੇ। ਗੱਡੀ ਨਹੀਂ ਕਿਤੇ ਸਮਾਨ ਨਹੀਂ ਕਰੇਗੀ, ਉਸ ਟਿੱਪਣੀ ਜੈਕ ਨਾਲ ਲੈ ਕੇ ਚੱਲੋਗੇ। ਉਹਦਾ ਕਹਿੰਦਾ ਗੱਡੀ ਦੇ ਇੱਥੇ ਤੁਸੀਂ ਸਮਾਨ ਕੀ ਕਰਨਾ, ਜੇ ਤਾਂ ਗੱਡੀ ਛੱਡਦੀ ਸਮਾਨ ਉੱਥੇ ਹੀ ਰਹਿ ਜਾਣਾ, ਜਾਂ ਮਾਇਆ ਛੱਡਦੀ ਮਾਇਆ ਵਾਲਾ ਗਿਆਨ ਇੱਥੇ ਹੀ ਰਹਿ ਜਾਣਾ। ਜੇ ਗੱਡੀ ਉਹਦੀ ਨਾਲ ਜਾਣੀ ਉਹ ਸਮਾਨ ਕੀ ਕਰਨਾ, ਤੇ ਸਰੀਰ ਉਹਦੀ ਨਾਲ ਜਾਣੀ ਮਾਇਆ ਦਾ ਗਿਆਨ ਕੀ ਕਰਨਾ ਉੱਥੇ, ਮਾਇਆ ਤਾਂ ਹੈ ਨਹੀਂ ਨਾਲ। ਆਤਮਾ ਨਾਲ ਜਾਣੀ, ਆਤਮਾ ਦਾ ਗਿਆਨ ਨਾਲ ਚਾਹੀਦਾ। ਢਿੱਡ ਨਹੀਂ ਛੱਡ ਕੇ ਜਾ ਸਕਦੇ ਤੁਸੀਂ, ਇਸ ਕਰਕੇ ਜੇ ਪਾਣੀ ਦੀ ਬੋਤਲ ਹੈ ਉਹ ਕਹਿੰਦਾ ਕੋਈ ਨਹੀਂ ਤੁਸੀਂ ਰੱਖ ਦਿਓ, ਤੁਹਾਨੂੰ ਮਿਲ ਜੂਗਾ ਪਾਣੀ, ਜਹਾਜ਼ ਚਾਹੇਗਾ ਪਾਣੀ, ਜਹਾਜ਼ ਚਾਹੇਗਾ ਉਹ ਤਾਂ ਹੈਗਾ। ਖਾਣ ਨੂੰ ਔਰ ਪੀਣ ਨੂੰ ਕਾਹਦੇ ਮਿਲਦਾ ਉੱਥੇ, ਕੋਈ ਸਰੀਰ ਨਾਲ ਹੈ। ਪੈਟਰੋਲ ਨਹੀਂ ਮਿਲਦਾ, ਪੈਟਰੋਲ ਕਿਹੜਾ ਗੱਡੀ ਹੈ ਤੁਹਾਡੇ ਕੋਲ, ਨਟ ਬੋਲਟ ਨਹੀਂ ਮਿਲਦੇ, ਕਿਹੜਾ ਗੱਡੀ ਹੈ ਤੁਹਾਡੇ ਕੋਲ। ਤੁਹਾਡੇ ਸਰੀਰ ਨਾਲ ਹੈ, ਸਰੀਰ ਦਾ ਸਮਾਨ ਤਾਂ ਨਾਲ ਹੈ, ਉਹਨਾਂ ਨੇ ਆਪਣਾ ਰੱਖਿਆ ਹੋਇਆ ਨਾਲ, ਸਰੀਰ ਵਾਸਤੇ ਤਾਂ ਹੈ ਨਾਲ, ਪਰ ਗੱਡੀ ਵਾਲਾ ਸਮਾਨ ਉੱਥੇ ਚੜਦਾ ਜਿੱਥੇ ਗੱਡੀ ਛੱਡਦੀ। ਬਸ ਇਹੀ ਗੱਲ ਗਾ ਸਰੀਰ ਛੱਡਣ ਤੋਂ ਬਾਅਦ ਸਰੀਰ ਜਾਂ ਮਾਇਆ ਦਾ ਕੋਈ ਜਾਣਾ ਹੀ ਨਹੀਂ ਨਾਲ, ਮਾਇਆ ਦਾ ਗਿਆਨ ਕੀ ਕਰਨਾ। ਜਾਂ ਕੋਈ ਮਰੀਜ਼ ਹੈ ਨਾਲ, ਸਰੀਰ ਦੇ ਨਾਲ ਡਾਕਟਰੀ ਕੀ ਕਰਨੀ ਹੈ, ਕੀ ਕਰਨਾ ਕੁਛ। ਬਾਕੀ ਸਭੇ ਬੁੱਧੀ ਜਾਲੀਆ ਨੇ ਕਰਾਇਆ ਤਤ ਗਿਆਨ, ਆ ਮਤਲਬ ਹੈ ਤਤ ਗਿਆਨ ਤਾਂ ਰਹਿਣਾ ਬਈ, ਤਤ ਨਾਲ ਜਾ ਰਿਹਾ, ਤਤ ਨਾਲ ਜਾ ਰਿਹਾ ਤਾਂ ਤਤ ਦਾ ਗਿਆਨ ਵੀ ਨਾਲ ਜਾਊਗਾ। ਇਹਦੀ ਲੋੜ ਉੱਥੇ ਵੀ ਹੈ। ਇਹ ਤਤ ਦੇ ਨਾਲ ਤਤ ਗਿਆਨ ਹਮੇਸ਼ਾ ਹੀ ਰਹਿੰਦਾ, ਇਹ ਨਹੀਂ ਅੱਡ ਹੋ ਸਕਦਾ। ਹਾਂਜੀ, ਜਾਗਤ ਸੋਵਤ ਬਹੁ ਪ੍ਰਕਾਰ, ਜਾਗਤ ਸੋਵਤ ਬਹੁ ਪ੍ਰਕਾਰਾ, ਪ੍ਰਕਾਰ ਗੁਰਮੁਖ ਜਾਗੇ ਸੋਈ ਸਾਰ। ਬਹੁਤ ਪ੍ਰਕਾਰ ਦਾ ਜਾਗਣਾ ਸੌਣਾ, ਇੱਕੋ ਪ੍ਰਕਾਰ ਦਾ ਜਾਗਣਾ ਸੌਣਾ ਨਹੀਂ। ਐ ਨਾ ਸਮਝ ਲਓ ਵੀ ਬਾਕੀ ਸੁੱਤੇ ਪਏ ਨੇ ਉਹ ਜਾਗਦੇ ਨੇ। ਅਸੀਂ ਜਿਹੜੀ ਸੰਸਾਰੀ ਬੋਲੀ ਜਾਗਣਾ ਸੌਣਾ ਕਹਿੰਦੇ ਹੋਰ ਹੈ, ਜਿਹੜਾ ਜਾਗਣਾ ਸੌਣਾ ਇੱਥੇ ਕਹੇ ਹੋਰ ਹੈ। ਹੁਣ ਬੋਲੀ ਦਾ ਫਰਕ ਇੱਥੇ ਵੀ ਪਤਾ ਨਾ ਫਰਕ। ਹੁਣ ਵਿਦਵਾਨ ਤਾਂ ਜਾਗਣ ਸੌਣਾ, ਸਾਡੀ ਯੂਨੀਵਰਸਿਟੀ ਦੇ ਵਿੱਚ ਤਾਂ ਬਹੁਤਾ, ਸਾਡੇ ਉਹਦੇ ਵਿੱਚ ਡਿਕਸ਼ਨਰੀ ਤਾਂ ਇੱਕੋ ਪ੍ਰਕਾਰ ਦਾ ਸੌਣਾ ਜਾਗਣਾ ਲਿਖਿਆ ਹੋਇਆ, ਗੁਰਬਾਣੀ ਕਹਿੰਦੀ ਉਹ ਪ੍ਰਕਾਰ ਦਾ, ਤੇ ਫਿਰ ਬੋਲੀ ਹੋਰ ਹੋਈ ਕਿ ਨਾ ਹੋਈ। ਯੂਨੀਵਰਸਿਟੀ ਕਿਉਂ ਝੱਖ ਮਾਰਦੇ ਨੇ, ਵਿਦਵਾਨ ਕਿਉਂ ਜੱਫੀਆਂ ਪਾਉਂਦੇ ਨੇ ਇਹਨੂੰ, ਉਹ ਇੱਕ ਪ੍ਰਕਾਰ ਦਾ ਸੌਣਾ ਜਾਗਣਾ ਜਾਣਦੇ ਨੇ, ਦੂਜੇ ਪ੍ਰਕਾਰ ਦਾ ਦੱਸਣ ਕੀ ਹੁੰਦਾ। ਬਹੁਤ ਪ੍ਰਕਾਰ ਹੈ, ਹੋਰ ਪ੍ਰਕਾਰਾਂ ਦੱਸਣ, ਇੱਕ ਤੋਂ ਸਿਵਾ ਬਾਕੀ ਪ੍ਰਕਾਰਾਂ ਦੱਸਣ ਕਿੰਨੀਆਂ ਨੇ। ਤਾਂ ਥੋੜੇ ਡਿਕਸ਼ਨਰੀ ਜਿਹਾ ਨਹੀਂ ਹੈ, ਤੁਹਾਡੀ ਰੇਂਜ ਤੋਂ ਹੀ ਬਾਹਰ ਹੈ, ਤੁਹਾਡੇ ਕੰਮ ਦੀ ਉਹ ਗੱਲ ਨਹੀਂ। ਤੁਸੀਂ ਤਾਂ ਲੈਣਾ ਕੀ ਹੈ, ਇਹ ਗੁਰਮੁਖਾਂ ਦੀ ਗੱਲ, ਇਹ ਜਾਗਿਆਂ ਦੀ ਬਾਣੀ ਹੈ। ਜਿਹੜੇ ਜਾਗੇ ਨੇ ਉਹਨਾਂ ਨੇ ਦੱਸੀਆਂ ਨੇ ਗੱਲਾਂ, ਜਾਗਣ ਵਾਸਤੇ ਦੱਸੀਆਂ ਨੇ। ਜਿਹਨੇ ਜਾਗਣਾ ਹੀ ਨਹੀਂ ਉਹਨੇ ਵੜਵੇਂ ਲੈਣੇ, ਤਾਂ ਲੈਣਾ ਕੀ ਹੈ। ਇਹਨਾਂ ਨੇ ਅਕਾਲੀ ਦਲ ਨੂੰ ਲੈਣਾ ਕੀ ਹੈ, ਤੇ ਯੂਨੀਵਰਸਿਟੀ ਕਿਉਂ ਬਣਾਈਏ, ਕਿਉਂ ਪੈਸੇ ਖਰਚ ਕਰਦੇ ਨੇ ਗੁਰਬਾਣੀ ਤੇ। ਤੁਸੀਂ ਕੀ ਲੈਣਾ ਅਕਾਲੀ ਦਲ ਲੈਣਾ, ਮੈਨੂੰ ਦੱਸੇ। ਜਦ ਤੁਸੀਂ ਕਹਿੰਦਾ ਗੁਰਬਾਣੀ ਸਾਡੇ ਪਾਸ ਦੀ ਨਹੀਂ ਬਣਨੀ, ਤੁਸੀਂ ਇਹਦੀ ਖੋਜ ਤਾਂ ਲੈਣਾ ਕੀ ਹੈ, ਕਿਉਂ ਖੋਜ ਕਰਾਉਣੇ, ਕਿਉਂ ਪੈਸੇ ਖਰਾਬ ਕਰਦੇ ਹੋ, ਬੰਦ ਕਰੋ ਇਹਨੂੰ। ਤਾਂ ਤੁਸੀਂ ਇੱਕ ਰਸ ਕੱਢ ਲਿਆ ਸੀ ਕਿਸੇ ਚੀਜ਼ ਦਾ, ਜੇ ਰਸ ਕੱਢ ਕੇ ਤੁਸੀਂ ਢੋਲੋਗੇ ਥੋੜਾ ਮਸ਼ੀਨਾਂ ਲਾਈਆਂ ਰਸ ਕੱਢਣ ਦੀਆਂ, ਛਿੱਲਣ ਨੂੰ ਆਦਮੀ ਆਏ ਨੇ ਸੰਤਰੇ, ਉਹ ਪ੍ਰਕਾਰ ਨੂੰ ਲਾਇਆ ਨਾ ਤੁਸੀਂ ਰਸ ਪੈਦਾ ਕਾਹਦਾ ਕਰਦੇ ਹੋ, ਜਦ ਤੁਸੀਂ ਥੋੜੇ ਬਰਤਨਾਂ ਲਾਏ ਨਹੀਂ ਤੁਸੀਂ।
ਸੰਤ ਨੇ ਗੱਲ ਜਾਣ ਦੋ ਸੜ ਜਾਣ ਦੋ ਹੁੰਦਾ ਹੀ। ਤੁਹਾਨੂੰ ਕੀ ਲੱਗਾ ਜਾਂ ਤੁਹਾਡੇ ਮਤਲਬ ਦੀ ਗੱਲ ਨਹੀਂ, ਪ੍ਰਾਪਤ ਚੀਜ਼ ਉਹ ਕਰੀਏ ਜਿਹੜੀ ਵਰਤਣੀ ਹੋਵੇ, ਤੇ ਤੁਸੀਂ ਵਰਤਣਾ ਹੀ ਨਹੀਂ ਹੈ ਉਹ ਅਰਥ, ਨਾ ਉਹ ਅਰਥ ਜਲ ਲੈਣੇ ਨਾ ਉਹਨੂੰ ਇੱਥੇ ਮਤਲਬ ਐਵੇਂ ਲਟਾਈ ਜਾਂਦੇ ਪੈਸੇ। ਉਹਤੇ ਭੀੜ ਕਰੀ ਹੋਈ ਆ, ਤੁਸੀਂ ਬਰਸਾਤ ਕਿਤੇ ਹੋਰ ਉੱਥੇ ਜੇ ਗੁਰਮੁਖ ਜਾਵੇ ਕਿਸੇ ਨੂੰ ਹੈ ਪਛਾਣ, ਉੱਥੇ ਕਿਸੇ ਨੂੰ ਨਹੀਂ ਪਛਾਣ ਗੁਰਮੁਖ ਕੀ ਹੁੰਦਾ। ਗੁਰਮੁਖ ਜਾਊ ਚੁੱਪ ਕਰਕੇ ਉੱਥੇ ਮੁੜ ਆਊ, ਤੁਹਾਨੂੰ ਰਾਹ ਵੀ ਪਛਾਣ ਨਹੀਂ ਆਉਂਦੇ ਸਾਨੂੰ ਵੀ ਗੁਰਮੁਖ ਕੀ ਹੁੰਦਾ। ਜੇ ਉੱਥੇ ਗੁਰਮੁਖ ਦੀ ਕਦਰ ਨਹੀਂ ਹੋਊ ਫਿਰ ਕਿੱਥੇ ਹੋਊ? ਫਿਰ ਤੁਸੀਂ ਕਬਜ਼ਾ ਕਾਹਦਾ ਕੀਤਾ ਉੱਥੇ? ਕੀ ਦੱਸ ਰਹੇ ਪਬਲਿਕ ਨੂੰ? ਜੇ ਇਹ ਵੀ ਪਛਾਣ ਨਹੀਂ ਕਰ ਰਹੇ ਖੋਟੇ ਖਰੇ ਦੀ, ਤੁਹਾਨੂੰ ਨਾ ਪਛਾਣ ਨਹੀਂ, ਪਛਾਣ ਤੁਸੀਂ ਕਰਾ ਨਹੀਂ ਰਹੇ। ਕਰਾਉਣ ਲੱਗੇ ਸੀ, ਕਰਾਉਣ ਆਏ ਸੀ ਹਰ ਹੀਰਾ ਜਲ ਜੌਹਰੀ। ਹਰ ਹੀਰਾ ਜਿਹੜਾ ਗੁਰਸਿੱਖ ਜੌਹਰੀ ਹੈ, ਇਹ ਡਿਊਟੀ ਸੀ ਅੰਮ੍ਰਿਤਸਰ ਦੀ ਬਣਾਉਣ ਦੀ। ਅਕਾਲ ਤਖਤ ਦੀ ਡਿਊਟੀ ਹੈ ਦੇਖਣ ਦੀ ਕਿ ਇਹੀ ਕੰਮ ਹੋ ਰਿਹਾ ਸਾਰੇ ਗੁਰਦੁਆਰੇ 'ਚ, ਗਲਤ ਤਾਂ ਨਹੀਂ ਹੋ ਰਿਹਾ। ਨਾ ਉਹਨਾਂ ਨੂੰ ਪਤਾ ਸਾਡੀ ਕੀ ਡਿਊਟੀ ਹੈ, ਨਾ ਬਣਾਉਣ ਵਾਲਿਆਂ ਨੂੰ, ਉੱਥੇ ਪ੍ਰਚਾਰ ਵਾਲਿਆਂ ਨੂੰ ਪਤਾ ਸਾਡੀ ਕੀ ਡਿਊਟੀ ਹੈ। ਹਰ ਹੀਰਾ ਜਲ ਜੌਹਰੀ ਹੈ, ਗੁਰਸਿੱਖ ਨੂੰ ਜੌਹਰੀ ਬਣਾਉਣਾ। ਹੀਰੇ ਇਹਦੇ ਵਿੱਚ ਹੈਗੇ ਨੇ, ਹੀਰੇ ਮੱਤ ਵਿੱਚ ਰਤਨ ਜਵਾਹਰ ਮਾਣਕ, ਇਹਦੀ ਪਛਾਣ ਕਰਾਉਣੀ ਸੀ ਤੁਸੀਂ। ਹੀਰੇ ਜਵਾਹਰ ਸੱਚ ਹੀਰਾ, ਇਹਦੀ ਪਛਾਣ ਕਰਾਉਣੀ ਸੀ, ਆਤਮ ਗਿਆਨ ਕਰਾਉਣਾ ਸੀ, ਉਹਦਾ ਤੁਸੀਂ ਕਰਾ ਨਹੀਂ ਰਹੇ। ਆਤਮਾ ਸੱਚੀ ਸੁੱਚੀ ਕਿਹੜੀ ਹੈ ਕਿਹੜੀ ਨਹੀਂ ਹੈ? ਜੇ ਬਹੁਤ ਸੱਚੀ ਸੁੱਚੀ ਆਤਮਾ ਤੁਹਾਡੇ ਆਈ ਹੋ, ਤੁਹਾਨੂੰ ਪਛਾਣ ਹੈ। ਜੇ ਤੁਹਾਨੂੰ ਪਛਾਣ ਨਹੀਂ ਫਿਰ ਤੁਸੀਂ ਅਪਰਾਧੀ ਨਹੀਂ ਉੱਥੇ। ਔਰ ਰਾਸ਼ਟਰਪਤੀ ਆ ਗਿਆ ਕਿਤੇ ਦਾ, ਜੇ ਤੁਹਾਡੇ ਨਹੀਂ ਆਇਆ ਤੁਸੀਂ ਧਾਰਾ ਲੈਣੀ ਹੋ ਤੇ ਤੁਸੀਂ ਕੀ ਲੈਣਾ? ਨਹੀਂ ਆਇਆ ਨਾ ਆਵੇ, ਆ ਜਾਓ ਨਾ ਆ ਜਾਵੇ, ਗੁਰੂ ਕੋਲ ਮਿਲੇ ਨਾਲ ਕੀ ਮਤਲਬ? ਤੁਸੀਂ ਐਡ ਲਾਉਣੀ ਹੋ, ਫੋਟੋ ਖਿਚਾਉਣੀ ਹੋ ਤਾਂ ਉਹ ਨਹੀਂ ਆਇਆ ਨਾ ਆਵੇ, ਆ ਗਿਆ ਆ ਗਿਆ ਆ ਗਿਆ ਤਾਂ ਵੀ ਠੀਕ ਹੈ, ਨਾ ਆਇਆ ਤਾਂ ਵੀ ਠੀਕ ਹੈ। ਥੋੜੀ ਦੇਰ ਤੇ ਕਿਉਂ ਅਸਰ ਪੈਂਦੇ ਨੇ? ਉਹ ਫਿਰ ਕਿਹੜਾ ਸਿੱਖ ਬਣ ਜੂ ਜੇ ਆ ਗਿਆ ਉਹਨੇ ਨਾ ਕੋਈ ਤਾਂ ਲੈ ਕੇ ਜਾਣਾ ਨਾ ਕੋਈ ਇੱਥੇ ਦੇ। ਹਾਂ ਤੁਹਾਨੂੰ ਮਾਇਆ ਦੀ ਗੱਲ ਹੋਈ ਕੋਈ ਦੇਖ ਦੇ ਵੀ ਜੇ ਮੱਥਾ ਟੇਕੂ ਜ਼ਿਆਦਾ ਪੈਸੇ ਟੇਕ ਦੂ, ਬੜਾ ਆਦਮੀ ਹੈ ਨਾ। ਗੁਰਮੁਖਾਰੀ ਤੁਹਾਨੂੰ ਚਿੰਤਾ ਨਹੀਂ ਜਿੰਨੀ ਓਬਾਮੇ ਦੀ ਚਿੰਤਾ ਸੀ। ਗੁਰਮੁਖ ਦੀ ਕੋਈ ਨਹੀਂ ਫਿਕਰ ਹੈ, ਉਹਨਾਂ ਦਾ ਫਿਕਰ ਸੀ। ਤਾਂ ਹੀ ਨਵੇਂ ਪਾਸ਼ਾ ਨੂੰ ਕੋਟਾ ਲਾ ਲਿਆ ਇਹਨਾਂ ਨੇ, ਜਾਣ ਨਹੀਂ ਦਿੱਤਾ। ਹਾਂਜੀ, ਜਾਗਤ ਸੋਵਤ ਬਹੁ ਪ੍ਰਕਾਰ, ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੇ ਸੋਈ ਸਾਰ। ਗੁਰਮੁਖ ਜਾਗੇ, ਕੋਈ ਗੁਰਮੁਖ ਜਾਗਦਾ ਹੁੰਦਾ। ਉਹਨਾਂ ਨੂੰ ਪੁੱਛਿਆ ਗੁਰਮੁਖ ਦੀ ਪਛਾਣ ਹੈ ਤੁਹਾਨੂੰ? ਵਿਦਵਾਨ ਨਹੀਂ ਜਾਗਦਾ ਕਦੇ ਵੀ, ਗੁਰਮੁਖ ਜਾਗਦਾ। ਜਿਹੜਾ ਜਾਗਦਾ ਉਹਦੀ ਸਾਨੂੰ ਕਦਰ ਨਹੀਂ। ਆ ਜਿਹੜੇ ਵਿਦਵਾਨ ਤੇ ਉਹਨਾਂ ਦੇ ਭੂਏ ਚੜ ਕੇ ਪੱਟੀ ਬੇਸ ਕਰਦੇ, ਗੱਲ ਤਾਈ ਚੱਕਦਾ ਇਹਨਾਂ ਨੇ ਉੱਥੋਂ, ਉਹਨਾਂ ਦੀਆਂ ਗੱਲਾਂ ਬੰਦੇ ਹੋ ਰਹੀਆਂ। ਉਹਨਾਂ ਨੇ ਮੈਂ ਸੁਣ ਕੇ ਫਸ, ਉਹ ਫਸ ਗਏ। ਉਹ ਕੁੱਟ ਛੇਤਰ ਪੋਰਾਂ ਤੇ ਜਵਾਬ ਨਾ ਕੋਈ ਹੈ ਨਹੀਂ, ਉਹ ਕੁੱਟੇ ਜਾਣਗੇ। ਇਹ ਧਰਤੀ 'ਚ ਮੂੰਹ ਦੇ ਕੇ ਰੋਣਗੇ, ਰੋਂਦੇ ਨਾ ਰੋਣਗੇ, ਰੋਣ ਤੇ ਸਵਾਲ ਨੂੰ ਰਹਿਣਾ ਹੀ ਰੱਖ ਨਹੀਂ ਹੈ। ਸਾਰੀ ਦੁਨੀਆ 'ਚ ਬਦਲਾਅ ਹੋ ਜਾਣਗੇ। ਤੁਸੀਂ ਕਰਦੇ ਇਹਨਾਂ ਦੀ ਔਕਾਤ ਦਿਖਾ ਦੇਣੀ, ਤੁਹਾਡੀ ਔਕਾਤ ਹੈ ਕੀ, ਤੁਹਾਡੇ ਮਨ ਵਿੱਚ ਕੀ ਹੈ। ਜਿਵੇਂ ਪੰਡਤ ਦੀ ਔਕਾਤ ਯਾਦ ਕਰਾਤੀ ਸੀ ਨਾ ਭਗਤਾਂ ਨੇ, ਅਕਾਲੀ ਪੰਡਤ ਨੇ ਸਾਰੇ, ਜਿਹੜੇ ਧਰਮ ਦੇ ਨਾਂ ਤੇ ਰਾਜ ਕਰਨ ਦੀ ਗੱਲ ਕਰਦੇ ਨੇ ਸਾਰੇ ਪੰਡਤ ਨੇ। ਕਾਂਗਰਸੀ ਸਿੱਖ ਨਹੀਂ ਹੈ, ਉਹ ਤਾਂ ਅਲੱਗ ਨੇ, ਉਹ ਤਾਂ ਅਕਾਲੀ ਕਹਿੰਦੇ ਨਹੀਂ ਆਪਣੇ ਆਪ ਨੂੰ। ਜਿਹਦੇ ਨਾਲ ਅਕਾਲੀ ਲਫ਼ਜ਼ ਲੱਗਿਆ ਹੋਇਆ ਉਹ ਜਵਾਬ ਦੇ ਨੇ ਸਾਰੀਆਂ ਗੱਲਾਂ ਦੇ। ਤੁਸੀਂ ਅਕਾਲੀ ਕਿਉਂ ਨਾਲ ਲਾਇਆ? ਜੇ ਸਿੱਖੀ ਦਾ ਬਲੀਆ ਭੇਟ ਕਰਨ ਵਾਸਤੇ ਅਕਾਲੀ ਨੂੰ, ਤੁਸੀਂ ਸਿੱਖੀ ਨੂੰ ਖਤਮ ਕਰਨ ਦਾ ਠੇਕਾ ਲਾਉਣ ਵਾਸਤੇ ਅਕਾਲੀ ਸੀ ਤੁਸੀਂ। ਇਹ ਗੱਲ ਤਾਂ ਇਹਨਾਂ ਨੂੰ ਕਾਂਗਰਸੀ ਸਿੱਖ ਵੀ ਪੁੱਛ ਸਕਦੇ ਨੇ, ਇਹ ਗੱਲ ਤਾਂ ਇਹਨਾਂ ਨੂੰ ਕਮਿਊਨਿਸਟ ਸਿੱਖ ਵੀ ਪੁੱਛ ਸਕਦੇ ਨੇ, ਇਹ ਗੱਲ ਤਾਂ ਉਹ ਸਿੱਖ ਵੀ ਪੁੱਛਣਗੇ ਜਿਹਨਾਂ ਨੂੰ ਇਹ ਕਹਿੰਦੇ ਨੇ ਮੋਨੇ ਨੇ, ਸ਼ਰਾਬੀ ਨੇ, ਅਖਬਾਰਾਂ ਨੂੰ ਵੀ ਪੁੱਛਣਗੇ।
ਵੀ ਅਸੀਂ ਆਪਣਾ ਆਪ ਵਿਗਾੜਿਆ, ਸਿਰਫ ਤੁਹਾਡਾ ਨਹੀਂ ਕੋਈ ਵਿਗਾੜਿਆ। ਜੇ ਅਸੀਂ ਆਪਣਾ ਆਪ ਹੀ ਵਿਗਾੜਿਆ, ਤੁਸੀਂ ਉਹ ਦੁਨੀਆ ਵਿਗਾੜੀ ਹੈ ਪ੍ਰਚਾਰ ਕਰਕੇ, ਗਲਤ ਪ੍ਰਚਾਰ ਕਰਕੇ ਦੁਨੀਆ ਨੂੰ ਵਿਗਾੜੀ ਦਾ, ਨਾ ਮੰਨ ਕੇ ਆਪਣਾ ਆਪ ਵਿਗਾੜੀ ਦਾ। ਅਸੀਂ ਵਿਗਾੜਿਆ ਕਿਸੇ ਦਾ ਕੋਈ ਨਹੀਂ। ਕਬੀਰ ਕਹਿੰਦਾ ਹਮ ਬੰਦੇ ਬੰਦੇ ਬਣਵਾਹੀ। ਜੇ ਮੈਂ ਬੰਦਾ ਤੁਹਾਡੀ ਨਿਗਾਹ 'ਚ ਮੈਂ ਕੱਲਾ ਹੀ ਹਾਂ, ਮੇਰੀ ਗੱਲ ਤਾਂ ਕੋਈ ਬੰਦਾ ਨਹੀਂ, ਮੈਂ ਹੁੰਦਾ। ਤੁਸੀਂ ਚੰਗੇ ਬਣੋ, ਮੈਂ ਚੰਗੇ ਹੋ ਜਾਓ। ਅੱਜ ਚੰਗਾ ਕੌਣ ਹੈ, ਬੰਦਾ ਕੌਣ ਹੈ? ਅੱਜ ਕਬੀਰ ਚੰਗਾ ਸਾਰੇ ਬੰਦੇ ਨੇ। ਉਹਦਾ ਸੀਗਾ ਉਹ ਸਮਾਂ, ਅੱਜ ਦੇ ਸਮੇਂ 'ਚ ਨਹੀਂ। ਅੱਜ ਹੁਣੇ ਹੀ ਪਤਾ ਲੱਗਦਾ ਬੰਦਾ ਕੌਣ ਹੈ, ਚੰਗਾ ਕੌਣ ਹੈ। ਗੁਰਬਾਣੀ ਸਾਡੇ ਕੋਲ ਹੈ। ਕਬੀਰ ਨੇ ਤਾਂ ਬਾਣੀ ਰਚੀ ਸੀ ਉਦੋਂ, ਅੱਜ ਤਾਂ ਸਾਡੇ ਕੋਲ ਹੈ ਸਾਰਾ ਕੁਛ। ਸ਼ੀਸ਼ਾ ਕੋਲ ਹੈ, ਮੂੰਹ ਦਿਖਾਉਣਾ ਸਿਰਫ। ਅੱਜ ਗੁਰਬਾਣੀ ਦਾ ਸ਼ੀਸ਼ਾ ਸਾਡੇ ਕੋਲ ਹੈ, ਮੂੰਹ ਦਿਖਾਈ ਜਾਣਾ। ਵਿਆਹ ਵਿਖਾ ਤੂੰ ਸਾਹਮਣੇ ਦੇਖ ਮੂੰਹ ਕਿਹਾ ਜਾ। ਉਹ ਗੱਲ ਕਹੀ ਆਈ ਪਿੱਛੇ ਵਾਲੀ। ਹਾਂਜੀ, ਇਸ ਦੇਹੀ ਕੇ ਅਧਿਕ ਕਾਮ ਕਹੀ ਕਬੀਰ ਭਜ ਰਾਮ ਨਾਮ। ਇਸ ਦੇਹੀ ਕੇ ਅਧਿਕ, ਇਹ ਦੇਹੀ ਸਰੀਰ ਦੀ ਗੱਲ ਨਹੀਂ ਹੈ, ਸਰੀਰ ਦਲੀ ਹੈ। ਸਰੀਰ ਦਾ ਕੀ ਕੰਮ ਹੈ? ਸਰੀਰ ਤਾਂ ਵਿਚਾਰਾ ਹੁੰਦਾ ਹੀ ਹੈ। ਸਰੀਰ ਦਾ ਘੋੜਾ ਹੈ, ਘੋੜਾ ਵੀ ਆਪਣੀ ਦਾਤ ਨਾਲ ਨਹੀਂ ਚੱਲਦਾ। ਇਹ ਗੱਲ ਸਰੀਰ ਦਾ ਸਾਈਕਲ ਹੈ, ਸਾਈਕਲ ਆਪ ਰੇੜੀ ਦਾ ਨਾ ਤਾਂ ਚੱਲਦਾ। ਘੋੜਾ ਦਾ ਘੋੜੇ ਤਾਂ ਆਤਮਾ ਹੋਰ ਹੁੰਦੀ ਆ, ਉਹਦੇ ਨਾਲ ਜਿਵੇਂ ਆਤਮਾ ਇੱਕ ਹੋਰ ਹੁੰਦੀ ਹੈ, ਜਦੋਂ ਦਾ ਚੱਕੀ ਫਿਰਦਾ ਸਾਨੂੰ। ਸਾਈਕਲ ਜੇ ਨਹੀਂ ਹੁੰਦਾ, ਸਾਈਕਲ ਆਪ ਚਲਾਉਣਾ ਲੱਗਾ ਚੱਲੂਗਾ। ਇਹਦਾ ਸਾਈਕਲ ਹੈ ਵਿਚਾਰਾ, ਇਹ ਤਾਂ ਆਪੇ ਚਲਾਉਣਾ ਪੈਂਦਾ। ਇਹਦਾ ਹੱਥ ਵੀ ਆਪ ਚਲਾਉਣਾ ਪੈਂਦਾ, ਇਹਦਾ ਫੁੱਟ ਚਲਾਉਣਾ ਪੈਂਦਾ, ਇਹਦਾ ਦਿਮਾਗ ਵੀ ਆਪ ਚਲਾਉਣਾ ਪੈਂਦਾ, ਇਹਦੇ ਹੱਥ ਪੈਰ ਵੀ ਆਪ ਚਲਾਉਣੇ ਪੈਂਦੇ ਨੇ। ਇਹਦਾ ਸਾਈਕਲ ਹੈ, ਕੁਛ ਨਹੀਂ ਹੈ। ਦੇਹੀ ਚਲਾਉਂਦੀ ਹੈ, ਦੇਹੀ ਗੁਪਤ ਹੈ। ਜਿਹੜੀ ਗੁਪਤ ਦੇਹੀ ਹੈ ਨਾ, ਉਹਦੇ ਕਾਮ ਨੇ ਸਰੀਰ ਨੂੰ ਚਲਾਉਣਾ, ਉਦਮ ਕਰਨਾ। ਅਧਿਕ ਕਾਮ ਉਹਦੇ ਬਹੁਤ ਕੰਮ ਨੇ। ਸ਼ਬਦਾਂ ਦੀ ਸ਼ਬਦ ਵਿਚਾਰ ਕਰਨਾ, ਆਪ ਜਪਣਾ, ਦੂਜੇ ਨੂੰ ਜਪਾਉਣਾ, ਸਾਰੇ ਕੰਮ ਉਹਦੇ ਹੀ ਨੇ, ਅੰਦਰਲੇ ਰਹੀ ਹੀ ਨੇ। ਕਹੀ ਕਬੀਰ ਭਜ ਰਾਮ ਨਾਮ। ਕਰਕੇ ਕਬੀਰ ਕਹਿੰਦਾ ਕੰਮ ਤਾਂ ਹੋਰ ਵੀ ਦੁਨਿਆਵੀ ਬਹੁਤ ਨੇ। ਦੇ ਕੰਮ ਬਹੁਤ ਨੇ ਦੁਨਿਆਵੀ, ਜੇ ਕਰਨ ਲੱਗੀਏ। ਕੋਈ ਰਾਜ ਕਰਦਾ, ਕੋਈ ਕੁਛ ਕਰਦਾ, ਕੋਈ ਡਾਕਟਰੀ ਕਰਦਾ, ਬਹੁਤ ਕਰਦੇ। ਤਾਂ ਕੀ ਕਰਨਾ? ਭਜ ਰਾਮ ਨਾਮ। ਨਾਮ ਨਾਲ ਜੁੜਿਆ ਹੋਇਆ। ਇਹ ਕੰਮ ਦੇਣੇ ਤਾਂ ਕੰਮ ਨਹੀਂ ਹੋਣਾ। ਕਹਿੰਦੇ ਨੇ ਕੰਮ ਇੰਨੇ ਨਾ ਸੰਸਾਰ ਦੇ ਵਿੱਚ, ਇਹਦਾ ਨਹੀਂ ਕੋਈ ਦੱਸ ਸਕਦੇ। ਪਰ ਕਰਨ ਵਾਲਾ ਕੰਮ ਕੀ ਹੈ? ਰਾਮ ਨਾਮ ਨਾਲ ਜੁੜਨਾ ਹੀ ਕੰਮ ਹੈ। ਬੜਾ ਅਸਲ ਕੰਮ ਰਾਮ ਨਾਮ ਨਾਲ ਜੁੜਨਾ। ਹੋਰ ਕੰਮ ਤਾਂ ਨੇ ਸਰੀਰ ਵਾਸਤੇ ਹੀ ਨੇ।